on our Sunday sessions. Before I start the session, though, since most of us are here, I'll take a 10 second break though to find out कि last week ਜਿਹੜੀ discussion ਹੋਈ ਸੀ ਉਹਦੇ ਵਿੱਚ ਕੋਈ ਕਿਸੇ ਨੂੰ ਪ੍ਰੀਤ ਜੀ had a question, he already asked his question, but ਕਿਸੇ ਹੋਰ ਨੂੰ ਕੋਈ question ਹੋਵੇ ਜਾਂ ਕੋਈ ਚੀਜ਼ ਨਾ ਸਮਝ ਆਈ ਹੋਵੇ ਜਾਂ ਕੋਈ issue ਹੋਵੇ ਜਾਂ ਕੋਈ ਧੁੰਦਲਾਪਨ ਹੋਏ ਉੱਥੇ ਤੋਂ ਆਪਣਾ ਉਹ ਦੂਰ ਕਰ ਲਓ ਜੀ ਤੁਸੀਂ. I'll give 5 second break here to let everybody ask any questions or any concerns or anything that was not clear to you. Please ask me. Okay, I guess nobody has any questions. What I would like to do though today though is that we'll pick up our pieces in the year 1699. मैं remind करा दियां सारे ਨੂੰ कि ਉਹਨਾਂ ਦਾ birth 1666 ਦਾ ਹੈ. So 33 years old ਸਨ ਜਦੋਂ ਖਾਲਸੇ ਨੂੰ ਖਾਲਸੇ ਜਿਹਨੂੰ ਸਿਰਜਿਆ ਜਦੋਂ ਉਹਨਾਂ ਨੇ ਖਾਲਸਿਆ ਸਿਰਜਣਾ ਦਿਵਸ ਵਿੱਚ ਉਹਨਾਂ ਦੀ ਉਮਰ 33 ਸਾਲ ਦੀ ਸੀ. 33 years old ਸਨ ਜਦੋਂ ਇਹ ਪੂਰੀ ਜਦੋਂ ਵਾਕਿਆਤ ਹੋਏ ਸਾਰੇ ਉਸ ਦਿਨ ਦੇ which we will go through it in as much detail as time allows today. I'll be having Sweetie Didi read some paragraphs from Kalgidhar Chamatkar also. Sometimes we are not able to put it in those loving words, the way Paisa Pai V Singh has done it. And this Chada reading group have which we meet on Thursdays and Sundays no. ਉੱਥੇ ਪੜ੍ਹਦੇ ਪਏ ਆ ਪਰ ਉਹ ਚੈਪਟਰ ਹਲੇ ਆਇਆ ਨਹੀਂ ਹੈ, so a month and a half away over chapter ਹੈ. So we are jumping ahead of the gun from that class though, but it's good to read that to see Pai Sahib's perspective and ਉਪਦੇਸ਼ ਜਿਹੜਾ ਦਿੱਤਾ ਉਹਨਾਂ ਨੇ, already important things that took place though. So I just want a very small quick recap though. I will not write it on the screen this time, so visual नहीं होएगा, but ਜੇ ਕੋਈ question ਹੋਵੇ ਤੇ ਮੈਨੂੰ ਉਸੇ ਵੇਲੇ ਆਪਣੇ ਆਪ ਨੂੰ unmute ਕਰਕੇ ਤੁਸੀਂ ਪੁੱਛ ਲਓ question. 1666 ਵਿੱਚ birth ਹੈ ਪਟਨਾ ਤੇ 1666 ਵਿੱਚ birth ਹੈ ਪਟਨਾ ਵਿੱਚ ਤੇ ਛੋਟੀ ਉਮਰ ਵਿੱਚ 1672 73 6-7 ਸਾਲ ਦੀ ਉਮਰ ਵਿੱਚ ਪਟਨਾ ਤੋਂ ਵਾਪਸ ਅਨੰਦਪੁਰ ਸਾਹਿਬ ਚਲੇ ਜਾਂਦੇ ਹਨ ਤੇ 1672-73 ਚ 6-7 ਸਾਲ ਦੀ ਉਮਰ 1675 9 ਸਾਲ ਦੀ ਅਵਸਥਾ ਚ ਗੁਰੂ ਤੇਗ ਬਹਾਦਰ ਪਿਤਾ ਗੁਰੂ ਦੀ ਸ਼ਹੀਦੀ ਹੁੰਦੀ ਹੈ, ਗੁਰਿਆਈ ਦਿੱਤੀ ਜਾਂਦੀ ਹੈ. 9 years old then. And then in 1682 ਵਿੱਚ ਅਨੰਦਪੁਰ ਦੀ ਪਹਿਲੀ skirmish battle ਵਿੱਚ ਹਿੱਸਾ ਲੈਂਦੇ ਹਨ ਤਾਂ ਉਮਰ ਛੋਟੀ ਹੈ ਹਲੇ 16 ਸਾਲ ਦੀ ਉਮਰ ਵਿੱਚ. ਇੱਕ ਸੈਕਿੰਡ ਜੈਸਮੀਨ ਦਾ ਮੈਸੇਜ ਆਇਆ ਮੈਨੂੰ ਕਿ if you need help, okay. 1682 ਵਿੱਚ 1685 ਵਿੱਚ ਪੌਂਟਾ ਮੂਵ ਹੁੰਦੇ ਹਨ. 1685 ਵਿੱਚ 19 year ਦੀ ਏਜ ਵਿੱਚ ਪੌਂਟਾ ਮੂਵ ਹੁੰਦੇ ਹਨ 3 ਸਾਲ ਵਾਸਤੇ. 1688 ਵਿੱਚ 1688 ਵਿੱਚ 3 ਸਾਲ ਬਾਅਦ ਬੈਟਲ 21 ਸਾਲ ਦੇ ਸਨ ਜਦੋਂ ਉੱਥੇ 1688 ਵਿੱਚ ਭੰਗਾਣੀ ਦੀ ਬੈਟਲ ਹੈ. 88 ਵਿੱਚ ਵਾਪਸ ਚਲੇ ਜਾਂਦੇ ਹਨ ਅਨੰਦਪੁਰ ਸਾਹਿਬ. just want to give you, so 1666 ਤੋਂ ਲੈ ਕੇ 1688 ਤੱਕ ਤੇ 1688 ਤੋਂ ਲੈ ਕੇ 1690 ਵਿੱਚ I talked about it. ਨਦੌਣ ਦੀ ਬੈਟਲ ਹੈ ਜਦੋਂ ਮਦਦ ਕਰਦੇ ਹਨ ਭੀਮ ਚੰਦ ਦੀ, ਜਦੋਂ ਹੈਲਪ ਕਰਦੇ ਹਨ, ਜਦੋਂ ਆਲਿਫ ਖਾਨ ਚੜ ਕੇ ਆਂਦਾ ਹੈ ਲਾਹੌਰ ਦੇ ਗਵਰਨਰ ਦੇ ਕਹਿਣ ਦੇ ਉੱਤੇ ਸਿੱਖਾਂ ਦੀ ਬੜੀ ਭਾਰੀ ਜਿੱਤ ਹੁੰਦੀ ਹੈ ਨਦੌਣ ਤੇ ਨਦੌਣ ਦੀ ਜਿੱਤ ਤੋਂ ਬਾਅਦ ਵਾਪਸ ਆਂਦੇ ਨੇ ਮਹਾਰਾਜ ਅਨੰਦਪੁਰ ਸਾਹਿਬ ਤੇ ਪਤਾ ਲੱਗਦਾ ਹੈ ਕਿ ਨਦੌਣ ਜਿੱਤਣ ਤੋਂ ਬਾਅਦ ਵੀ ਭੀਮ ਸੈਨ ਡਰ ਗਿਆ ਹੈ ਬਹੁਤ ਤੇ ਵਾਪਸ ਮੁਗਲਾਂ ਦਾ ਸਾਥ ਦਿੰਦਾ ਪਿਆ, which he was very, we have to ਇੱਕ ਚੀਜ਼ ਤੁਹਾਨੂੰ ਰਿਅਲਾਈਜ਼ ਕਰਨੀ ਪੈਗੀ ਕਿ ਦਹਿਸ਼ਤ ਜਿਹੜੀ ਹੈ ਡਰ ਜਿਹੜਾ ਹੈ ਬਹੁਤ ਵੱਡੀ ਚੀਜ਼ ਹੈ. ਹਰ ਇੱਕ ਨੂੰ ਆਪਣਾ ਡਰ ਹੁੰਦਾ ਹੈ. ਹੁਣ ਦੇਖ ਲਓ ਇੰਡੀਆ ਚ ਹੁਣ ਕਿਤਨੇ ਫਾਰਮਰਸ ਪ੍ਰੋਟੈਸਟ ਵਗੈਰਾ ਹੋ ਰਹੇ ਨੇ. if somebody still has their phones, ਤੁਸੀਂ ਆਪਣੇ ਆਪ ਨੂੰ ਮਿਊਟ ਕਰ ਲਓ ਤੇ ਮਿਊਟ ਨਹੀਂ ਕੀਤਾ ਤੇ let me see who that person. Jasmine, can you help me? ਬੱਚੇ I'm going to make you a co-host and ਮੈਨੂੰ ਨਹੀਂ ਪਤਾ ਲੱਗਦਾ ਕਰਨਾ ਕਿੰਜ ਹੈ. Yes, uncle ji. let me first find it. I'm sorry मैं disturb हो गया ਇੱਥੇ. Okay, Jasmine, you are a co-host now. Okay.
ਸੋ ਮੈਂ ਇੱਕ ਗੱਲ ਤੇ ਤੁਹਾਨੂੰ ਅੰਦਾਜ਼ਾ ਤੁਹਾਨੂੰ ਲਗਾਉਣਾ ਚਾਹੀਦਾ ਸੀ ਕਿ ਡਰ ਦਹਿਸ਼ਤ ਬਹੁਤ ਵੱਡੀ ਚੀਜ਼ ਹੈ। ਹੁਣ ਤੁਸੀਂ ਦੇਖ ਲਓ ਇੰਡੀਆ 'ਚ ਫਾਰਮਰਸ ਵਗੈਰਾ ਪ੍ਰੋਟੈਸਟ ਹੁੰਦੇ ਪਏ ਨੇ, ਲੇਕਿਨ there are very few people even in the entertainment industry who have come out and clearly said ਕਿ no you guys are wrong. Why? ਡਰਦੇ ਨਾ ਸਾਰੇ ਕਿ ਮੈਂ ਕਿਉਂ ਕਵਾਂ, ਐਵੇਂ ਕਵਾਂਗਾ ਤੇ ਮੇਰੇ ਤੇ ਕਈ ਪਏਗੀ ਗੱਲ, ਮੇਰੀਆਂ ਪਿਕਚਰਾਂ ਬੰਦ ਹੋ ਜਾਣਗੀਆਂ, ਮੇਰੇ ਨਾਲ ਇਹ ਸਭ ਹੋਏਗਾ। ਡਰ ਬੜੀ ਚੀਜ਼ ਵੱਡੀ ਹੁੰਦੀ ਹੈ, ਦਹਿਸ਼ਤ ਬਹੁਤ ਵੱਡੀ ਚੀਜ਼ ਹੁੰਦੀ ਹੈ। ਔਰ ਫਿਰ ਇਹ ਤੇ ਮਾਡਰਨ ਟਾਈਮਸ ਐਂਡ ਹਾਲੇ ਵੀ ਇਤਨਾ ਡਰ ਹੈ, ਜੱਜਸ ਨੂੰ ਡਰ ਹੈ, ਹਰ ਇੱਕ ਚੀਜ਼ ਨੂੰ, ਹਰ ਇੱਕ ਨੂੰ ਡਰ ਪਿਆ ਹੁੰਦਾ ਹੈ, ਹਰ ਜਗ੍ਹਾ ਡਰ ਹੁੰਦਾ ਹੈ। ਤੇ ਸੋਚ ਕੇ ਦੇਖੋ ਉਸ ਵੇਲੇ ਔਰੰਗਜ਼ੇਬ ਦੇ ਟਾਈਮ ਜਦੋਂ ਮੁਗਲਾਂ ਦਾ ਰਾਜ ਸੀ, ਜਦੋਂ ਵਾਕਈ ਤੁਹਾਡੇ ਕੋਲ ਫਰੀडम ਨਹੀਂ ਸਨ, ਉਸ ਵੇਲੇ ਇਤਨੇ ਵੱਡੇ ਐਮਪਰਰ ਦੇ ਖਿਲਾਫ ਕੁਝ ਬੋਲਣਾ ਜਾਂ ਉਹਦੀ ਸ਼ਾਨ ਦੇ ਖਿਲਾਫ ਕੋਈ ਗੱਲ ਕਰਨੀ ਜਾਂ ਮੁਗਲਾਂ ਦੇ ਖਿਲਾਫ ਕੋਈ ਗੱਲ ਕਰਨੀ, ਤੇ ਉਹ ਤੇ ਫਿਰ ਤੁਹਾਨੂੰ ਯੂ ਵਿਲ ਬੀ ਵਾਟ ਯੂਰ ਐਂਡ ਵਿਲ ਬੀ। ਈਵਨ ਨਾਓ ਤੁਸੀਂ ਦੇਖੋ ਕਿ ਬੜੀ ਮੁਸਲਿਮ ਕੰਟਰੀਜ਼ ਦੇ ਵਿੱਚ ਬੜੀਆਂ ਮੁਸਲਿਮ ਇਨਕਲੂਡਿੰਗ ਪਾਕਿਸਤਾਨ, ਸਾਊਦੀ ਅਰੇਬੀਆ, ਦੁਬਈ, ਬੜੀਆਂ ਜਗ੍ਹਾ UAE ਵਿੱਚ ਲਾਜ਼ ਐਂਡ ਬਲੈਸਫੇਮੀ ਦੇ ਅਗੇਂਸਟ, ਜੇ ਤੁਹਾਨੂੰ ਪ੍ਰੂਵ ਕਰ ਦੇਣ ਕਿ ਯੂ ਹੈਵ ਸੈਡ ਐਨੀਥਿੰਗ ਅਗੇਂਸਟ ਇਸਲਾਮ, ਦੈਨ ਈਵਨ ਨਾਓ ਤੁਹਾਡੀ ਐਗਜ਼ੀਕਿਊਸ਼ਨ ਹੋ ਸਕਦੀ ਹੈ, ਯੋਰ ਡੈਥ ਪੈਨਲਟੀ ਹੋ ਸਕਦੀ ਹੈ। ਸੋਚ ਕੇ ਦੇਖੋ ਜੇ ਹੁਣ ਇਹ ਹਾਲ ਹੈ ਤੇ ਅੱਜ ਤੋਂ 300-400 ਸਾਲ ਪਹਿਲੇ ਬੜਾ ਡਰ ਦਾ ਮਾਹੌਲ ਸੀ। ਬੜਾ we have to realize that ਕਿ ਪੂਰੀ ਦੁਨੀਆ ਡਰੀ ਹੋਈ ਸੀ ਇਹਨਾਂ ਤੋਂ, ਪੂਰਾ ਨਾਰਦਰਨ ਇੰਡੀਆ ਡਰਿਆ ਹੋਇਆ ਸੀ। ਸੋ ਇਹ ਡਰ ਦੇ ਮਾਹੌਲ ਵਿੱਚ ਸਾਰੇ ਸਹਿਮ ਕੇ ਬੈਠੇ ਹੋਏ ਹਨ ਤੇ ਉਹਨਾਂ ਦਿਨਾਂ ਵਿੱਚ ਇਹ ਸਭ ਚੀਜ਼ਾਂ ਚੱਲਦੀਆਂ ਪਈਆਂ। ਨਦੌਣ ਦੀ ਬੈਟਲ ਜਿਹੜੀ ਹੁੰਦੀ ਹੈ, ਆਬਵੀਅਸਲੀ ਨੂੰ ਭੀਮ ਚੰਦ ਨੂੰ ਆਪਣਾ ਵੀ ਡਰ ਸੀ ਬੜਾ ਕਿ ਮੇਰਾ ਰਾਜ ਨਾ ਖੁੱਸ ਜਾਏ। 1690 ਵਿੱਚ ਨਦੌਣ ਦੀ ਹੁੰਦੀ ਹੈ ਬੈਟਲ, 1692-93 ਵਿੱਚ ਹੁਸੈਨੀ ਦੀ ਜੰਗ ਹੁੰਦੀ ਹੈ, ਉਹ ਮੈਂ ਤੁਹਾਨੂੰ ਡਿਸਕਸ ਕੀਤੀ ਸੀ ਲਾਸਟ ਟਾਈਮ। ਹੁਸੈਨੀ ਆਪਣਾ ਜਨਰਲ ਭੇਜਦਾ ਹੈ, ਜਿਹੜਾ ਲਾਹੌਰ ਦਾ ਗਵਰਨਰ, ਹੁਸੈਨੀ ਨੂੰ ਭੇਜਦਾ ਹੈ। ਹੁਸੈਨੀ ਨੇ ਆ ਕੇ ਫਿਰ ਸਾਰਿਆਂ ਦੀ ਖਬਰ ਲਿੱਤੀ ਜਿਨ੍ਹਾਂ ਨੇ ਟੈਕਸ ਪੂਰੇ ਨਹੀਂ ਭਰੇ। ਉਹਦੇ ਵਿੱਚ ਫਿਰ ਗੁਲੇਰ ਦੀ ਵਾਰੀ ਆਂਦੀ ਹੈ, ਉਸ ਰਾਜੇ ਦੀ। ਉਹ ਜਿਹੜਾ ਰਾਜਾ ਇੱਕ ਵਾਰੀ ਭੰਗਾਣੀ ਦੇ ਯੁੱਧ ਵਿੱਚ ਮਹਾਰਾਜ ਦੇ ਖਿਲਾਫ ਲੜਿਆ ਸੀ, ਹੁਣ ਮਹਾਰਾਜ ਦੇ ਚਰਨਾਂ 'ਚ ਆ ਕੇ ਗਿਰਦਾ ਹੈ ਤੇ ਭੀਖ ਮੰਗਦਾ ਹੈ ਆਪਣੀ ਜਾਨ ਦੀ, ਬੇਸਿਕਲੀ ਕਿ ਕਹਿੰਦਾ ਮੈਨੂੰ ਬਚਾਓ। ਮਹਾਰਾਜ ਉਹਦੇ ਨਾਲ ਲੜਦੇ ਹਨ 1693 ਦੀ ਬੈਟਲ ਵਿੱਚ। ਹੁਸੈਨੀ ਦੀ ਬੈਟਲ ਵਿੱਚ ਸਿੱਖ ਇਤਨੀ ਬਹਾਦਰੀ ਨਾਲ ਲੜੇ ਉੱਥੇ, ਜੋ ਪੂਰੀ ਡਿਟੇਲ ਜਿਹੜੀ ਹੈ ਚਿੱਤਰ ਨਾਟਕ ਬੜੀ ਡਿਟੇਲ ਆਈ ਹੈ, ਐਂਡ ਐਵਰੀਥਿੰਗ ਯੂ ਕੈਨ ਰੀਡ ਇਟ ਯੋਰਸੈਲਫ ਇਫ ਯੂ ਵਾਂਟ ਟੂ। ਤੇ ਕਿ ਹੁਸੈਨੀ ਹਿਮਸੈਲਫ ਵਾਸ ਕਿਲਡ, ਉਹਦੇ ਨਾਲ ਉਹਦਾ ਹਿੰਮਤ ਸਿੰਘ ਸੀ ਜਿਹੜਾ ਰਾਜਪੂਤ ਆਇਆ ਸੀ, ਉਹ ਵੀ ਮਾਰਿਆ ਗਿਆ ਉੱਥੇ ਨਾਲ। ਉਸ ਲੜਾਈ ਦੀ ਜਿੱਤਣ ਤੋਂ ਬਾਅਦ ਆਬਵੀਅਸਲੀ ਪ੍ਰੀਤ the question that I'm taking it further, just imagine now if you're Aurangzeb though, now you're finding the news ਕਿ ਇੱਕ ਤੇ ਉਹ ਨਦੌਣ ਦੀ ਬੈਟਲ ਜਿੱਤ ਆਏ, ਭੰਗਾਣੀ ਦੀ ਬੈਟਲ 'ਚ ਉਹਨਾਂ ਨੂੰ ਹਰਾ ਦਿੱਤਾ, ਹੁਣ ਮੈਂ ਆਪਣਾ ਜਨਰਲ ਭੇਜਿਆ ਤੇ ਉਸਨੂੰ ਵੀ ਮਾਰ ਦਿੱਤਾ, ਤੇ ਆਬਵੀਅਸ ਰਿਐਕਸ਼ਨ ਕੀ ਹੋਏਗੀ ਉਸ ਬੰਦੇ ਦੀ? ਆਬਵੀਅਸ ਰਿਐਕਸ਼ਨ ਇਹੀ ਹੋਏਗੀ ਨਾ ਕਿ ਇਸ ਨੂੰ ਹੁਣ ਇਹਦੇ ਪਰ ਕੱਟਣੇ ਚਾਹੀਦੇ ਨੇ, ਇਹਨੂੰ ਦਬਾਉਣਾ ਚਾਹੀਦਾ, ਇਨਫ ਇਜ਼ ਇਨਫ ਸੋ ਪਾਇੰਦੇ ਖਾਨ ਨੂੰ ਜਦੋਂ ਭੇਜਿਆ 1704 ਵਿੱਚ, ਉਹ ਬਾਅਦ ਦੀ ਗੱਲ ਹੈ, ਆਮ ਜੰਪਿੰਗ ਦ ਗਨ ਲਾਈਕ 10 years later ਦੋ, ਉਸ ਵੇਲੇ ਡਾਇਰੈਕਟ ਮੁਗਲ ਗਵਰਨਮੈਂਟ ਦੀ ਇਨਵੋਲਵਮੈਂਟ ਹੋਈ ਜਿਹੜੀ ਹੁਣ ਤੱਕ ਦੀ ਨਹੀਂ ਸੀ ਜਿਹੜੀ। ਐਂਡ ਐਜ਼ ਆਈ ਸੈਡ ਲਾਸਟ ਟਾਈਮ ਕਿ ਅਗਲੇ 5-6 ਸਾਲ ਰਿਲੇਟਿਵ ਕਾਮ ਰਿਹਾ ਅਨੰਦਪੁਰ ਸਾਹਿਬ। ਮਾਈਨਰ ਸਕਰਮਿਸ਼ਸ ਹੋਈਆਂ, ਮਾਈਨਰ ਸਕਰਮਿਸ਼ਸ ਖਾਲੀ, ਇੱਕ ਕਦੀ ਪਹਾੜੀ ਰਾਜੇ ਇਧਰੋਂ ਆ ਗਏ, ਕਦੀ ਉਧਰੋਂ ਆ ਗਏ, ਕਦੀ ਇਸਨੇ ਅਟੈਕ ਕਰ ਦਿੱਤਾ, ਕਦੀ ਰੁਸਤਮ ਖਾਨ ਆ ਗਿਆ, ਕਦੀ ਮਤਲਬ ਕੋਈ ਮੇਜਰ ਕੋਈ ਬੈਟਲ ਨਹੀਂ ਹੋਈ। ਇਹਦੇ ਬੜੇ ਕਾਰਨ ਹੋ ਸਕਦੇ ਹਨ ਕਿਉਂ ਰਿਲੇਟਿਵ ਕਾਮ ਰਿਹਾ। ਔਰੰਗਜ਼ੇਬ ਵਾਸ ਬਿਜ਼ੀ ਇਨ ਦਾ ਸਾਊਥ, ਤੇ ਉਹਨੇ ਸੋਚਿਆ ਕਿ ਠੀਕ ਹੈ ਹੁਣ ਕੰਮ ਜੇ ਖਤਮ ਹੋ ਗਿਆ ਤੇ ਰਹਿਣ ਦਿਓ, ਲੈਟਸ ਨਾਟ ਬਾਦਰ ਪਲੱਸ ਡੋਂਟ ਫਰਗੇਟ ਦਿਓ ਕਿ 2-3 ਵੱਡੀਆਂ ਬਗਾਵਤਾਂ ਉਹਦੇ ਕਿੰਗਡਮ ਵਿੱਚ ਉਸ ਵੇਲੇ ਚੱਲ ਰਹੀਆਂ ਸਨ। ਇੱਕ ਤੇ ਸਾਊਥ ਵਿੱਚ ਬੜੀ ਵੱਡੀ ਬਗਾਵਤ ਮਰਾਠਿਆਂ ਨੇ ਕੀਤੀ ਸੀ, ਗੋਲਕੁੰਡਾ ਦੀ, ਬੀਜਾਪੁਰ ਦੀ ਕਿੰਗਡਮਸ ਨੇ ਜਿਹੜੀਆਂ ਸ਼ੀਆ ਕਿੰਗਡਮ ਸਨ, ਤੇ ਨਾਰਥ ਵੈਸਟ ਵਿੱਚ ਵੀ ਪਠਾਨਾਂ ਨੇ ਬੜਾ ਤੰਗ ਕੀਤਾ ਸੀ ਉਹਨੂੰ। ਰਿਮੈਂਬਰ ਔਰੰਗਜ਼ੇਬ ਪਠਾਨ ਨਹੀਂ ਸੀ, ਲੈਟਸ ਮੇਕ ਇਟ ਵਨ ਮੋਰ ਥਿੰਗ ਕਲੀਅਰ ਹੇਅਰ ਹੈ ਜੀ। ਸੋ ਔਰੰਗਜ਼ੇਬ ਅਫਗਾਨ ਨਹੀਂ ਸੀ, ਔਰੰਗਜ਼ੇਬ ਮੁਗਲ ਸੀ, ਉਹ ਮੁਗਲਾਂ ਦੇ ਖਾਨਦਾਨ ਤੋਂ ਆਏ ਸਨ ਉੱਥੋਂ। ਸੋ ਉੱਥੇ ਬੜਾ, ਤੇ ਉੱਥੇ ਮੁਅਜ਼ਮ ਜਿਹੜਾ ਉਹਦਾ ਵੱਡਾ ਬੇਟਾ ਹੈ, ਬਹਾਦਰ ਸ਼ਾਹ ਦਾ ਨਾਮ ਪਿਆ, ਜਿਹੜਾ ਅਗਲਾ ਐਮਪਰਰ ਬਣਦਾ ਹੈ ਇੰਡੀਆ ਦਾ, ਤੇ ਮੁਅਜ਼ਮ ਨੇ ਗਵਰਨਰ ਸੀ ਨਾਰਥ ਵੈਸਟਰਨ ਫਰੰਟੀਅਰ ਦਾ, ਉੱਥੇ ਬੜਾ ਬਿਜ਼ੀ ਸੀ ਉਹ। ਸੋ ਆਈ ਥਿੰਕ ਇਹਨਾਂ ਕਾਰਨਾਂ ਦੇ ਕਰਕੇ ਇਹ 4-5 ਸਾਲ ਰਿਲੇਟਿਵ ਕਾਮ ਰਿਹਾ ਅਨੰਦਪੁਰ। ਤੇ ਇਹਨਾਂ ਦਿਨਾਂ ਵਿੱਚ ਮੈਂ ਦੱਸਿਆ ਸੀ ਬਾਕੀ ਦਸਮ ਬਾਣੀ ਦੀ ਜਿਹੜੀਆਂ ਬਾਣੀਆਂ ਸਨ, ਜਿਹੜੀਆਂ ਉਹ ਕਾਫੀ ਤੌਰ ਤੱਕ ਮੁਕੰਮਲ ਉੱਥੇ ਹੋਈਆਂ। 24 ਅਵਤਾਰ ਦੀ ਬਾਣੀ ਦੀ ਮੁਕੰਮਲਤਾ ਜਿਹੜੀ ਹੈ, ਬੜੇ ਆਥਰ ਸਮਝਦੇ ਹਨ ਕਿ ਅਨੰਦਪੁਰ ਸਾਹਿਬ ਹੋਈ ਹੈ। ਕ੍ਰਿਸ਼ਨਾ ਅਵਤਾਰ ਦੀ ਐਂਡਿੰਗ ਜਿਹੜੀ ਹੈ, ਬੜੇ ਆਥਰ ਰਾਈਟ ਹੈ, ਰੋਂਗ ਹੈ, ਵੀ ਡੋਂਟ ਨੋ, ਇਟਸ ਜਸਟ
different author ਦੀਆਂ different opinions and so ਇਹ ਜਦੋਂ relative calm ਤੋਂ ਬਾਅਦ 1698 ਵਿੱਚ ਮੁਅਜ਼ਮ ਬਹਾਦਰ ਸ਼ਾਹ ਅੱਗੇ ਜਾ ਕੇ ਨਾਮ ਜਿਹਦਾ ਬਣਿਆ ਔਰੰਗਜ਼ੇਬ ਦੀ ਉਹਨੂੰ ਚਿੱਠੀ ਜਾਂਦੀ ਹੈ ਉਹਨੂੰ ਹੁਕਮਨਾਮਾ ਜਾਰੀ ਕਰਦਾ ਹੈ ਉਹ ਆਪਣਾ ਹੁਕਮ ਕਰਦਾ ਹੈ ਕਿ ਤੂੰ ਜਾ ਕੇ ਪੰਜਾਬ ਵਿੱਚ ਜਾ ਤੇ ਇਹ ਸੰਭਾਲ ਸਿਚੁਏਸ਼ਨ ਜਾ ਕੇ ਤੇ ਮੁਅਜ਼ਮ ਫਿਰ ਜਿਹੜਾ ਹੈ ਬਹਾਦਰ ਸ਼ਾਹ ਜੀ ਦਾ ਨਾਂ ਪਿਆ ਉਹ ਪੰਜਾਬ ਚ ਆਂਦਾ ਹੈ ਤੇ ਬੜੀ ਖੜਬੜੀ ਮਚਦੀ ਹੈ ਪੰਜਾਬ ਵਿੱਚ ਵਿਚਿੱਤਰ ਨਾਟਕ ਵਿੱਚ ਮਹਾਰਾਜ ਇਸ ਬਾਰੇ ਲਿਖਦੇ ਹਨ ਆਪਣੀ ਕਲਮ ਨਾਲ if anybody is interested you can go read it yourself no ਕਿ ਉਹਦਾ ਪੂਰਾ ਚੈਪਟਰ ਹੈ ਉਹਦੇ ਥੱਲੇ ਕਿ ਮੁਅਜ਼ਮ ਦਾ ਆਣਾ ਤੇ ਬੜੀ ਖੜਬੜੀ ਮਚਦੀ ਹੈ ਪੰਜਾਬ ਵਿੱਚ ਲੋਕ ਡਰ ਜਾਂਦੇ ਹਨ ਬੜਾ ਕਈ ਡਰ ਕੇ ਗੁਰੂ ਨੂੰ ਵੀ ਭੁੱਲ ਕੇ ਛੋੜ ਕੇ ਅਨੰਦਪੁਰ ਸਾਹਿਬ ਚਲੇ ਜਾਂਦੇ ਹਨ ਆਪਣੇ ਡਰ ਮਾਰੇ ਨਵੇਂ ਜਿਹੜੇ ਸਿੱਖ ਬਣੇ ਹਨ ਜਿਹੜੇ ਹਾਲੇ ਪੂਰੀ ਸਿੱਖੀ ਆਈ ਨਹੀਂ ਅੰਦਰ ਜਿਹੜੇ ਨਵੇਂ ਸਿੱਖ ਬਣੇ ਹਨ ਬੜੇ ਸਿੱਖ ਬਾਗੀ ਹੋ ਕੇ ਵਾਪਸ ਪਲਟ ਗਏ ਕੋਈ ਹਿੰਦੂ ਵਾਪਸ ਬਣ ਗਿਆ ਕੋਈ ਚਲੇ ਗਏ ਮਹਾਰਾਜ ਇਸ ਬਾਰੇ ਲਿਖਦੇ ਹਨ ਵਿਚਿੱਤਰ ਨਾਟਕ ਦੀ ਬਾਣੀ ਵਿੱਚ ਕਿ ਬੜੇ ਲੋਕ ਜਿਹੜੇ ਹਨ ਮੈਨੂੰ ਛੋੜ ਕੇ ਚਲੇ ਗਏ ਠੀਕ ਨਹੀਂ ਕੀਤਾ ਉਹਨਾਂ ਨੇ ਆਪਣੇ ਗੁਰੂ ਨੂੰ ਤਿਆਗ ਦਿੱਤਾ ਉਹਨਾਂ ਨੇ ਲੇਕਿਨ ਹੈਰਾਨਗੀ ਦੀ ਗੱਲ ਇਹ ਹੈ ਕਿ ਬਹਾਦਰ ਸ਼ਾਹ ਮਹਾਰਾਜ ਨੂੰ ਕੋਈ ਬਾਦਰ ਨਹੀਂ ਕਰਦਾ ਉਸ ਵੇਲੇ 1698 ਵਿੱਚ ਇਨਫੈਕਟ ਬਾਦਰ ਉਹਨਾਂ ਨੂੰ ਕਰਦਾ ਹੈ ਜਿਹੜੇ ਪਹਾੜੀ ਰਾਜੇ ਜਿਹੜੇ ਮਹਾਰਾਜ ਦੇ ਖਿਲਾਫ ਲੜੇ ਸਨ ਕਾਰਨ ਕੀ ਹੈ ਸਾਨੂੰ ਨਹੀਂ ਪਤਾ ਬੜੇ ਕਾਰਨ ਹੋ ਸਕਦੇ ਹਨ ਮਹਾਰਾਜ ਦੀ ਇਮੇਜ ਹਾਲੇ ਵੀ ਦਰਵੇਸ਼ ਵਰਗੀ ਸੀ ਔਰ ਇਹ ਥੋੜਾ ਜਿਹਾ ਡਿਫਰੈਂਟ ਤਰ੍ਹਾਂ ਦਾ ਬੰਦਾ ਸੀ ਬਹਾਦਰ ਸ਼ਾਹ ਐਜ਼ ਅਪੋਜ਼ ਟੂ ਔਰੰਗਜ਼ੇਬ ਹੋ ਸਕਦਾ ਮਨ ਚ ਇਹ ਹੋਵੇ ਕਿ ਕਿ ਇਹ ਪਹਾੜੀ ਰਾਜੇ ਇਹਨਾਂ ਨੂੰ ਉਕਸਾਉਂਦੇ ਹਨ ਮੇਬੀ ਇਹਨਾਂ ਦਾ ਕੋਈ ਕਸੂਰ ਨਹੀਂ ਹੈ whatever the reason was he did not attack Anandpur there were no major skirmishes that Bahadur Shah had made ਅਦੀਨਾ ਬੇਗ ਇਹਦਾ ਇੱਕ ਟੈਕਸ ਕਲੈਕਟਰ ਸੀ ਜਿਹਨੂੰ ਇਹਨੇ ਆਪਣਾ ਰੁਮਾਇੰਦਾ ਬਣਾ ਕੇ ਪੰਜਾਬ ਭੇਜਿਆ ਸੀ ਲੇਕਿਨ ਬਾਕੀ ਰਾਜਿਆਂ ਦੀ ਇਹਨੇ ਬੜੀ ਦੁਰਗਤੀ ਕੀਤੀ ਉੱਥੇ ਕਈਆਂ ਨੂੰ ਵਿਚਾਰਿਆਂ ਨੂੰ ਖੋਤੇ ਤੇ ਬਿਠਾ ਕੇ ਬੜਾ ਪਰੇਸ਼ਾਨ ਕੀਤਾ ਨਾ ਸਾਰਿਆਂ ਨੂੰ ਜਿਹੜੇ ਦੂਸਰੇ 22 ਧਾਰ ਦੇ ਰਾਜੇ ਸਨ ਇਹਨਾਂ ਡਿਸੀਜਨਸ ਤੋਂ ਬਾਅਦ ਮੁਅਜ਼ਮ ਪੰਜਾਬ ਤੋਂ ਚਲਾ ਗਿਆ ਤੇ ਹੁਣ ਉਹ ਦਿਨ ਆ ਗਿਆ ਜਿਸ ਦਿਨ ਦੀ ਸਭ ਨੂੰ ਇੰਤਜ਼ਾਰ ਹੈ ਕਿ ਵਿਸਾਖੀ ਵਾਲਾ ਦਿਨ 1699 ਦੀ ਵਿਸਾਖੀ ਜਸਟ ਟੂ ਲੈਟ ਯੂ ਨੋ ਕਿ ਵਿਸਾਖੀ ਵਾਲਾ ਦਿਨ ਗੁਰੂ ਘਰ ਵਿੱਚ ਸ਼ੁਰੂ ਤੋਂ ਮਨਾਉਂਦੇ ਆ ਰਹੇ ਹਾਂ ਇਹ ਕੋਈ ਇਸ ਦਿਨ ਤੋਂ ਨਹੀਂ ਸੀ ਕਿ ਵਿਸਾਖੀ ਵਾਲਾ ਦਿਨ ਉਸ ਦਿਨ ਤੋਂ ਮਹਾਰਾਜ ਨੇ ਸ਼ੁਰੂ ਕੀਤਾ ਵਸਾਣਾ ਇੰਪੋਰਟੈਂਟ ਫੈਸਟੀਵਲ ਸੀ ਹਾਰਵੈਸਟ ਫੈਸਟੀਵਲ ਸੀ ਪੰਜਾਬ ਦੀ ਧਰਤੀ ਦੇ ਉੱਤੇ ਕਲਚਰਲ ਬੜਾ ਵੱਡਾ ਇੰਪੋਰਟੈਂਟ ਇਵੈਂਟ ਸੀ ਤੇ ਵਿਸਾਖੀ ਵਾਲੇ ਦਿਨ ਇਕੱਠ ਬੜਾ ਵੱਡਾ ਹੁੰਦਾ ਸੀ ਐਨੀਵੇ ਮਹਾਰਾਜ ਨੇ ਡਿਸੀਜਨ ਲਿੱਤਾ ਇਹ 7 ਸਾਲ ਬਾਅਦ ਬੜੇ ਆਥਰ ਲਿਖਦੇ ਹਨ ਹਿਰਮ ਗੁਪਤਾ ਨੇ ਆਪਣੀ ਬੁੱਕ ਚ ਲਿਖਿਆ ਹੋਇਆ ਬੜੀ ਜਗ੍ਹਾ ਤਪ ਵੀ ਬੜਾ ਕੀਤਾ ਉਹਨਾਂ ਨੇ ਬੜੀ ਡੀਪ ਮੈਡੀਟੇਸ਼ਨ ਚ ਗਏ ਹੋਏ ਨੇ 6-7 ਸਾਲਾਂ ਵਿੱਚ ਰਿਲੇਟਿਵ ਕਾਮ ਸੀ ਉਹਨਾਂ ਦਿਨਾਂ ਵਿੱਚ ਤੇ ਉੱਤੋਂ ਕੋਈ ਆਇਆ ਸੰਦੇਸ਼ ਉੱਤੋਂ ਪ੍ਰਮਾਤਮਾ ਤਰਫੋਂ ਕਿ ਤੂੰ ਇੱਕ ਨਵਾਂ ਨਿਆਰਾ ਪੰਥ ਕ੍ਰੀਏਟ ਕਰ ਤੇ ਉਸ ਪੰਥ ਦੀ ਤਿਆਰੀ ਹੁਣ ਉਹ ਲੱਗੇ 5-7 ਸਾਲ ਜਿਹੜੇ ਮਿਲੇ ਇਹਨਾਂ ਨੂੰ ਰਿਲੇਟਿਵ ਕਾਮ ਦੇ 5 ਕਹਿ ਲਓ 6 ਕਹਿ ਲਓ 7 ਕਹਿ ਲਓ whatever you want to ਕਹਿ ਲਓ ਉਹਨਾਂ ਦਿਨਾਂ ਵਿੱਚ ਬਾਣੀਆਂ ਮੁਕੰਮਲ ਹੋਈਆਂ ਮਿਲਟਰੀ ਦੇ ਸਕੂਲ ਐਸਟੈਬਲਿਸ਼ ਹੋਵੇ ਰਿਲੇਟਿਵ ਅਨੰਦਪੁਰ ਨੂੰ ਇੱਕ ਫਾਰਮਲ ਸ਼ੇਪ ਦਿੱਤਾ ਗਿਆ 5 ਕਿਲੇ ਤਿਆਰ ਹੋਏ ਜਿਹੜੇ ਮੈਂ ਕਿਲਿਆਂ ਬਾਰੇ ਲਾਸਟ ਟਾਈਮ ਗੱਲ ਕੀਤੀ ਸੀ ਫੋਰਟੀਫਿਕੇਸ਼ਨ ਹੋਈ ਉਹਨਾਂ ਕਿਲਿਆਂ ਦੀ ਸਾਰਿਆਂ ਦੀ ਮਹਾਰਾਜ ਨੇ ਹੁਕਮਨਾਮੇ ਜਾਰੀ ਕੀਤੇ ਕਿ ਮੈਨੂੰ ਸ਼ਸਤਰ ਚਾਹੀਦੇ ਹਨ ਮੈਨੂੰ ਤੁਸੀਂ ਪੈਸੇ ਨਾ ਭੇਜ ਕੇ ਸ਼ਸਤਰ ਦਿਓ ਹਾਥੀ ਚਾਹੀਦੇ ਹਨ ਘੋੜੇ ਚਾਹੀਦੇ ਹਨ ਸ਼ਸਤਰ ਲੈ ਕੇ ਮੇਰਾ ਗੁਰੂ ਕਾ ਸਿੱਖ ਸ਼ਸਤਰ ਲੈ ਕੇ ਮੇਰੇ ਦਰਬਾਰ 'ਚ ਹਾਜ਼ਰ ਹੋਵੇ ਤੇ ਇਹਨਾਂ ਗੱਲਾਂ ਨੂੰ ਰੱਖਦੇ ਹੋਏ ਮਹਾਰਾਜ ਦੇ ਅੰਦਰ ਉਸ ਪ੍ਰਮਾਤਮਾ ਦੀ ਦਿੱਤੀ ਹੋਈ ਦੇਣ ਜਿਸ ਨੂੰ ਲੈ ਕੇ ਆਏ ਸਨ ਜਿਹੜਾ ਕੰਮ ਉਹ ਕਰਨ ਵਾਸਤੇ ਆਏ ਸਨ ਇੱਥੇ ਜਿਸ ਕੰਮ ਨੂੰ ਪ੍ਰਮਾਤਮਾ ਨੂੰ ਉਹਨਾਂ ਦੇ ਬੇਟੇ ਬਣ ਕੇ ਆਏ ਸਨ ਕਾਇਰਤਾ ਨੂੰ ਦੂਰ ਕਰਨ ਵਾਸਤੇ ਜਿਸ ਪ੍ਰਮਾਤਮਾ ਨੇ ਭੇਜਿਆ ਸੀ ਉਹਨਾਂ ਨੂੰ ਹੁਣ ਇੱਕ ਨਿਆਰੇ ਪੰਥ ਦੀ ਇੱਕ ਨਵੇਂ ਪੰਥ ਦੀ ਇੱਕ ਵੱਡੇ ਪੰਥ ਦੀ ਫਾਊਂਡੇਸ਼ਨ ਸਟੋਨ ਰੱਖਦੇ ਹਨ ਉਸ ਦਿਨ ਔਰ ਇਹ ਕੰਮ ਬੜੀ ਦੇਰ ਤੋਂ ਚੱਲਦਾ ਪਿਆ ਹੈ ਕਿਤਨੀ ਦੇਰ ਤੋਂ ਤਪ ਵਿੱਚ ਹਨ ਕਿੰਨੀ ਦੇਰ ਤੋਂ ਉਸ ਪ੍ਰਮਾਤਮਾ ਵਿੱਚ ਲੀਨ ਹਨ ਤੇ ਹੁਣ ਉਹ ਦਿਨ ਆਇਆ ਹੈ ਤੇ ਇਹ ਦਿਨ ਦੀ ਤਿਆਰੀ ਬੜੀ ਦੇਰ ਤੋਂ ਹੈ ਲੈਟ ਮੀ ਟੈਲ ਯੂ ਕਲਗੀਧਰ ਚਮਤਕਾਰ ਵਿੱਚ ਇੱਕ ਫੁੱਟਨੋਟ ਹੈ ਭਾਈ ਸਾਹਿਬ ਭਾਈ ਵੀਰ ਸਿੰਘਰਾਂ ਦਾ ਜਿੱਥੇ ਸਵੀਟੀ ਦੀਦੀ ਪੜਨਗੇ ਜਿੱਥੋਂ ਅੱਜ ਉਸੇ ਪੇਜ ਦੇ ਥੱਲੇ ਰਾਈਟ ਸਾਈਡ ਤੇ ਇੱਕ ਫੁੱਟਨੋਟ ਹੈ ਉਸ ਫੁੱਟਨੋਟ ਵਿੱਚ ਵੀ ਇੱਕ ਇਸ਼ਾਰਾ ਮਿਲਦਾ ਹੈ ਕਿ ਮੁਗਲ ਰੈਕੋਰਡ ਦੇ ਹਿਸਾਬ ਦੇ ਨਾਲ ਕਿਤਨੇ ਬੰਦਿਆਂ ਨੇ ਉਸ ਦਿਨ ਅੰਮ੍ਰਿਤ ਛਕਿਆ ਵੀ ਬਲੀਵ ਕਿ ਮੁਗਲ ਰੈਕੋਰਡ ਦੇ ਹਿਸਾਬ ਦੇ ਨਾਲ ਜਿਹੜੇ ਰੁਮਾਇੰਦੇ ਅਖਬਾਰਾਂ ਤੇ ਦੁਰਾਰੇ ਮੋਲਾ ਚ ਮੌਜੂਦ ਸਨ ਜਿਹੜੇ ਉਸ ਦਿਨ ਜਿਹੜੀ ਉਸ ਵੇਲੇ ਦੀ ਮੇਨ ਜਿਹੜਾ ਨਿਊਜ਼ਪੇਪਰ ਨਿਕਲਦਾ ਸੀ ਜਿਹੜਾ ਮੁਗਲਾਂ ਦੇ ਟਾਈਮ
वी बिलीव कि करीब करीब 20,000 बंदियां ने अमृत छकिया उस दिन। 20,000 पीपल। कईयां ने ज्यादा लिखे, कईयां ने 30,000 भी लिखे, कईयां ने 25,000 लिखा हुआ है, पर 20,000 भी लगा लो, 25 लगा लो, कहना बड़ा मुश्किल है एग्जैक्टली कितने, कोई एग्जैक्टली किन्ना ने अमृत छकिया उस दिन, भी एग्जैक्ट नंबर इकट्ठे करने बड़े मुश्किल हैं। लेकिन कठ जड़ा है वो 60,000 का लिखा मिलता है। तो 1/3 ऑफ द पीपल हु वर देयर जिन्होंने अमृत छकिया, सारे ने अमृत नहीं छकिया उस दिन। हाँ जी, तो इस गल तो एक और प्रूफ है कि everybody was not like ਜਿਹੜੇ ਆਏ ਸਨ ਸਾਰਿਆਂ ਨੇ ਜਾ ਕੇ ਖੰਡੇ ਬਾਟੇ ਦੀ ਪੋਲ ਲਿੱਤੀ ਨਹੀਂ ਉਸ ਦਿਨ। 60,000 ਵਿੱਚੋਂ 20,000 ਬੰਦਿਆਂ ਨੇ ਅੰਮ੍ਰਿਤ ਛਕਿਆ, ਕਈ 50,000 ਦੀ ਗਿਣਤੀ ਲਿਖਦੇ ਹਨ, 1/3 ਕਹਿ ਲਓ, 1/2 ਕਹਿ ਲਓ, ਜੋ ਵੀ ਕਹਿ ਲਓ, ਉਤਨੇ ਬਣੇ। ਤੇ ਉਤਨੇ ਬੰਦਿਆਂ ਦੀ ਅਗਰ 60,000 ਬੰਦਿਆਂ ਨੇ ਅਨੰਦਪੁਰ ਸਾਹਿਬ ਪਹੁੰਚਣਾ ਹੈ ਤੇ ਜਸਟ ਇਮੇਜਿਨ ਖਾਲਸਾ ਜੀ, ਸੰਗਤ ਜੀ, ਕਿਤਨਾ ਇੰਤਜ਼ਾਮ ਕੀਤਾ ਹੋਣਾ ਗੁਰੂ ਮਹਾਰਾਜ ਨੇ। ਪਹਿਲੇ ਹੁਕਮਨਾਮੇ ਕਿਤੇ ਕਿਤੇ ਭੇਜੇ ਗਏ, ਕਿਤੋਂ ਕਿਤੋਂ ਦੂਰੋਂ ਲੋਕ ਤਲ ਕੇ ਆਏ, ਲੰਗਰ ਦਾ ਇੰਤਜ਼ਾਮ ਕਰਨਾ, ਤੰਬੂ ਲਗਾਣੇ, ਜਿੱਥੇ ਜਿਹੜੀ ਸੰਗਤ ਆਣੀ ਹੈ ਉਹਨਾਂ ਦੇ ਰਹਿਣ ਦਾ ਇੰਤਜ਼ਾਮ ਕਰਨਾ, ਖਾਣ ਪੀਣ ਦਾ ਇੰਤਜ਼ਾਮ ਕਰਨਾ। ਸੋ ਇਹ ਜਿਹੜੀਆਂ ਇੰਤਜ਼ਾਮ ਜਿਹੜੇ ਹਨ ਇਹ ਤੇ ਕਈ ਮਹੀਨਿਆਂ ਪਹਿਲੇ ਚੱਲ ਪਏ ਇੰਤਜ਼ਾਮ। ਇਤਿਹਾਸ ਵਿੱਚ ਜ਼ਿਕਰ ਵੀ ਆਉਂਦਾ ਇਹਨਾਂ ਚੀਜ਼ਾਂ ਦਾ। ਤੰਬੂ ਲਗਾਏ ਗਏ, ਇੱਕ ਤੰਬੂ ਸਪੈਸ਼ਲ ਲਗਾਇਆ ਗਿਆ ਜਿਹਦੇ ਵਿੱਚ 5 ਪਿਆਰਿਆਂ ਦਾ ਕੋਤਕ ਵਰਤਿਆ, ਕੋਤਕ ਕੀਤਾ ਉਹਨਾਂ ਨੇ, ਤੇ ਬਾਕੀ ਤੰਬੂ ਵੀ ਲਗਾਏ ਗਏ। ਦੀਵਾਨ ਦੀ ਤਿਆਰੀ ਪੂਰੀ ਹੋਈ ਉਸ ਦਿਨ ਦੀ, ਔਰ ਮਹਾਰਾਜ ਉਸ ਦਿਨ ਦੀ ਤਿਆਰੀ ਤੇ ਚਿਹਰੇ ਤੇ ਨੂਰ ਸੀ ਬੜਾ, ਔਰ ਚਿਹਰੇ ਤੇ ਇੱਕ ਅਲੱਗ ਨੂਰ ਔਰ ਇੱਕ ਅਲੱਗ ਚਿਹਰਾ ਦਮਦਮਾ ਰਿਹਾ ਸੀ ਉਸ ਦਿਨ ਸਵੇਰੇ, ਜਦੋਂ ਅੰਮ੍ਰਿਤ ਵੇਲੇ ਉੱਠ ਕੇ, ਜਦੋਂ ਇਸ਼ਨਾਨ ਕਰਕੇ ਆਪ ਮੈਡੀਟੇਸ਼ਨ ਉਹਦੇ ਪਰਮਾਤਮਾ ਦਾ ਸਿਮਰਨ ਕਰਕੇ ਤੇ ਜਪਜੀ ਸਾਹਿਬ ਦੇ ਪਾਠ ਤੋਂ ਬਾਅਦ ਆਸਾ ਦੀ ਵਾਰ ਦੀ ਚੌਂਕੀ ਲੱਗਦੀ ਹੈ ਉਸ ਦਿਨ ਸਵੇਰੇ। ਆਸਾ ਦੀ ਵਾਰ ਦੀ ਚੌਂਕੀ ਅਲੱਗ-ਅਲੱਗ ਆਥਰ ਨੇ ਅਲੱਗ ਲਿਖਿਆ ਹੈ। ਅਸੀਂ ਬਿਲੀਵ ਕਰਦੇ ਹਾਂ, ਸਿੱਖ ਕ੍ਰੋਨਿਕਲਸ ਵਿੱਚ ਜਿਹੜੇ ਮੌਜੂਦ ਹਨ, ਜਿਹੜੇ ਨਾਂ ਜਿਹੜੇ ਹਨ ਕਿ ਭਾਈ ਸੰਗਤ ਸਿੰਘਰਾਂ ਨੇ ਆਸਾ ਦੀ ਵਾਰ ਦੀ ਚੌਂਕੀ ਉਸ ਦਿਨ ਲਗਾਈ ਅਨੰਦਪੁਰ ਸਾਹਿਬ ਸਵੇਰੇ। ਤੇ ਮੈਂ ਰਿਮਾਈਂਡ ਕਰਦੇ ਹਾਂ ਕਿ ਇਹ ਉਹੀ ਭਾਈ ਸੰਗਤ ਸਿੰਘ ਹਨ ਜਿਹੜੇ ਸਾਡੇ ਕ੍ਰੋਨਿਕਲਸ ਵਿੱਚ ਜਿਨ੍ਹਾਂ ਦਾ ਪ੍ਰੂਫ ਮਿਲਦਾ ਹੈ, ਜਿਨ੍ਹਾਂ ਨੇ ਚਮਕੌਰ ਸਵੇਰੇ 21 ਰਾਤੀ ਅਨੰਦਪੁਰ ਸਾਹਿਬ ਛੋੜਦੇ ਹਨ। ਆਈ ਐਮ ਗੋਇੰਗ ਅਹੈਡ 4-5 ਸਾਲ, ਤੇ 21 ਔਰ 22 ਦੀ ਰਾਤ, ਜਿਹੜੀ ਵਿਚਕਾਰਲੀ ਜਿਹੜੀ ਰਾਤ ਹੈ, 22 ਤਰੀਕ ਸਵੇਰੇ ਮਹਾਰਾਜ ਅੰਮ੍ਰਿਤ ਵੇਲੇ ਉੱਠੇ। 40 ਸਿੰਘ ਹਨ, ਕਈ 39 ਲਿਖਦੇ ਹਨ, ਕਈ 40 ਲਿਖਦੇ ਹਨ, ਕਈ 41 ਲਿਖਦੇ ਹਨ, ਕਈ 42 ਲਿਖਦੇ ਹਨ। ਇਤਨੇ ਹੀ ਹੋਣੇ ਅੰਦਾਜ਼ਨ ਨਾਲ, ਸਾਨੂੰ ਨਾਮ ਵੀ ਹਨ ਉਹਨਾਂ ਚੋਂ ਮੌਜੂਦ ਸਾਰੇ। ਤੇ ਮਹਾਰਾਜ ਸੰਗਤ ਸਿੰਘਾਂ ਨੂੰ ਹੁਕਮ ਕਰਦੇ ਹਨ ਕਿ ਅੰਮ੍ਰਿਤ ਵੇਲਾ ਹੋ ਗਿਆ ਹੈ, 10 ਲੱਖ ਦਾ ਘੇਰਾ ਹੈ ਬਾਹਰ, ਤੇ ਉਹਨਾਂ ਨੂੰ ਹੁਕਮ ਹੋਇਆ ਕਿ ਤੁਸੀਂ ਆਸਾ ਦੀ ਵਾਰ ਦੀ ਚੌਂਕੀ ਜਿਹੜੀ ਹੈ ਹੁਣ ਅਸੀਂ ਲਗਾਣੀ ਹੈ ਉੱਥੇ ਵੀ ਸਵੇਰੇ ਆਸਾ ਕੀ ਵਾਰ ਦੀ ਚੌਂਕੀ ਲੱਗੀ ਹੈ, ਦੋਨੋਂ ਦਿਨ ਲੱਗੀ ਹੈ। ਸਵੇਰੇ 4 ਸਵੇਰੇ ਉੱਠ ਕੇ ਸਿੱਖ ਨੇ ਆਸਾ ਕੀ ਵਾਰ ਜ਼ਰੂਰ ਪੜ੍ਹਨੀ ਹੈ ਸਵੇਰੇ। ਇੱਥੇ ਵੀ ਸਵੇਰੇ ਆਸਾ ਕੀ ਵਾਰ ਦੀ ਚੌਂਕੀ ਲੱਗੀ ਹੈ ਉਸ ਦਿਨ ਅਨੰਦਪੁਰ ਸਾਹਿਬ ਸਵੇਰੇ। ਚੌਂਕੀ ਲੱਗਣ ਤੋਂ ਬਾਅਦ ਆਨੰਦ ਸਾਹਿਬ ਦੇ ਪਾਠ ਤੋਂ ਬਾਅਦ, ਅਰਦਾਸ ਤੋਂ ਬਾਅਦ ਮਹਾਰਾਜ ਉੱਠਦੇ ਹਨ ਤੇ ਹਰੀ ਰਾਮ ਗੁਪਤਾ ਨੇ ਬੜੀ, ਅਗਰ if you have access to his book, read those pages though, ਜਿਸ ਨੇ ਬੜੀ ਜਗ੍ਹਾ ਤੋਂ ਕਾਪੀ ਕੀਤਾ ਹੈ, ਪ੍ਰੋਫੈਸਰ ਗੰਡਾ ਸਿੰਘਰਾਂ ਦੀ ਕਿਤਾਬ ਦੇ ਵਿੱਚੋਂ, ਹੋਰ ਜਗ੍ਹਾ ਤੋਂ ਉਸਨੇ ਲੈ ਕੇ ਜੋੜੇ ਹਨ, ਇੰਗਲਿਸ਼ ਵਿੱਚ ਲਿਖਿਆ ਹੋਇਆ, it might be easy for you to read and understand। ਤੇ ਉਸ ਬੁੱਕ ਵਿੱਚ ਉਸਨੇ ਉਸ ਤਕਰੀਰ ਦੀਆਂ, ਉਸ ਸਪੀਚ ਦੀਆਂ, ਕਈ ਲੋਕ ਕਹਿਣਗੇ ਜੀ ਐਗਜ਼ੈਕਟ ਨਹੀਂ ਹੈ ਜੀ, ਹੋ ਸਕਦਾ ਐਗਜ਼ੈਕਟ ਨਾ ਹੋਵੇ, ਅਖਬਾਰੇ ਦੁਬਾਰੇ ਮੁੱਲਾ ਵਿੱਚ ਵੀ ਥੋੜਾ ਬਹੁਤ ਜ਼ਿਕਰ ਆਉਂਦਾ ਉਸ ਗੱਲ ਦਾ। 2 ਕੋਰਸਪੋਂਡੈਂਟ ਉੱਥੇ ਸਨ ਉਸ ਵੇਲੇ। ਮੈਨੂੰ recently Kamal told me yesterday that somebody they came out with a book that has a lot of the selections from the newspaper manuscript form ਵਿੱਚ ਹਨ, ਜਿਹੜੇ ਕਿ ਪੂਰੀ ਤਰ੍ਹਾਂ book form ਚ ਨਹੀਂ ਹਨ, ਲੇਕਿਨ ਦੱਸਦੇ ਆ ਕਿ ਇਹ ਅਖਬਾਰਾਂ ਜਿਹੜੀਆਂ ਸਨ, ਜਿਹੜੀਆਂ ਅਵੇਲੇਬਲ ਸਨ, ਅੰਗਰੇਜ਼ ਸਾਰੇ ਚੁੱਕ ਕੇ ਲੰਡਨ ਲੈ ਗਏ ਸਨ। They took a lot of stuff from here to London ਜਦੋਂ ਬ੍ਰਿਟਿਸ਼ ਰਾਜ ਦੇ ਟਾਈਮ। ਕਾਫੀ ਕੁਝ ਮੁਗਲਾਂ ਦੀ ਜਿਹੜੀ ਹੈ ਸੀ, I don't know the name, Nisha ji, the book da, I don't think there is a name of the book. If there is though, I'll have Kamal handle that issue because he's the one who told me about it। but the ਅੰਗਰੇਜ਼ ਜਿਹੜੇ ਹਨ, ਕਾਪੀ ਜਿਹੜੀਆਂ ਅਖਬਾਰਾਂ ਦੀਆਂ ਕਾਪੀਆਂ ਜਿਹੜੀਆਂ ਹਨ, ਜਿਹੜੀਆਂ ਮੁਗਲ ਰੈਕਰਡ, ਉਹ ਚੁੱਕੇ ਲੰਡਨ ਰਹਿ ਗਏ। ਤੇ ਉੱਥੋਂ ਫਿਰ ਲੰਡਨ ਤੋਂ ਜਾ ਕੇ ਸੇਵਾ ਕਰਕੇ ਕਿਸੇ ਨੇ ਉਹਦਾ ਤਰਜੁਮਾ ਕੀਤਾ, ਉਹਦੀ ਟ੍ਰਾਂਸਲੇਸ਼ਨ ਇੰਗਲਿਸ਼ ਪੰਜਾਬੀ ਚ ਕਰਕੇ
ਤੇ ਉਹ ਜਿਹੜੇ ਸੈਕਸ਼ਨ, ਬਹੁਤੇ ਸੈਕਸ਼ਨ ਜਿਹੜੇ ਨੇ ਉਹਨਾਂ ਦੇ ਆਪਣੇ ਰਾਜ ਦੇ ਉੱਤੇ ਫੋਕਸਡ ਹਨ। ਸਿੱਖਾਂ ਦੇ ਉੱਤੇ ਬਹੁਤ ਫੋਕਸ ਨਹੀਂ ਹੈ, ਬੜੇ ਘੱਟ ਰੈਫਰੈਂਸਸ ਸਿੱਖਾਂ ਦੇ ਨਾਲ ਮਿਲਦੇ ਹਨ। that was not one of their biggest problems, you know. We were a problem, but we were not that big of a problem in their eyes, you know. And I'm going to stop for a second here. If anybody has any questions, I'll take a 2-second break from my speaking also. And any questions so far? Any questions ਹੋਵੇ ਜੀ, ਕੋਈ ਨਾ ਕੋਈ ਚੀਜ਼ ਸਮਝ ਆਈ ਹੋਵੇ ਤੇ ਜਰੂਰ ਪੁੱਛ ਲਓ ਜੀ ਮੇਰੇ ਕੋਲ। ਵੀਰ ਜੀ, I have a question. ਜਿਹੜਾ ਔਰੰਗਜ਼ੇਬ ਸੀ, even after ਸ਼ਹੀਦੀ of Guru Tegh Bahadur Ji, he said we'll stop converting people to Islam, but he continued to do that. Absolutely. Respectively. Absolutely. Nothing stopped. Nothing stopped. ਉਹਦੀਆਂ ਜ਼ਫਰਨਾਮੇ ਵਿੱਚ ਮਹਾਰਾਜ actually reminds him of that ਕਿ ਤੇਰੀਆਂ ਕਸਮਾਂ ਤੇ ਹੋਰ ਕੋਈ ਬਲੀਵ ਕਰ ਲੈਣਗੇ, ਪਰ ਗੋਬਿੰਦ ਸਿੰਘ ਤੇਰੀ ਕਸਮਾਂ ਤੇ ਬਲੀਵ ਨਹੀਂ ਕਰੇਗਾ ਹੁਣ ਤੋਂ ਲੈ ਕੇ। ਤੂੰ ਝੂਠੀਆਂ ਕਸਮਾਂ ਖਾਂਦਾ ਹੈ, ਤੂੰ ਮੰਨਦਾ ਹੈ ਕੁਰਾਨ ਨੂੰ, ਲੇਕਿਨ ਕੁਰਾਨ ਨੂੰ ਮੰਨਦਾ ਨਹੀਂ ਹੈ ਤੂੰ ਕਿਸੇ ਤਰਫੋਂ ਮੁਸਲਮਾਨ ਨਹੀਂ ਹੈ। ਜੇ ਤੂੰ ਮੁਸਲਮਾਨ ਹੁੰਦਾ ਤੇ ਆਪਣੀਆਂ ਧਰਮ ਪੁਸਤਕਾਂ ਨੂੰ ਦੇਖਦਾ, ਤੂੰ ਕਿਹੜੇ ਤਰਫੋਂ ਮੁਸਲਮਾਨ ਹੈ, ਤੂੰ ਦੱਸ ਤੂੰ ਮੈਨੂੰ। ਇਸ ਗੱਲ ਦਾ ਜ਼ਿਕਰ ਉਹਨਾਂ ਨੇ ਜ਼ਫਰਨਾਮਾ ਵਿੱਚ ਕੀਤਾ ਹੈ। and I'm going to be discussing ਜ਼ਫਰਨਾਮਾ when we go through his ਬਾਣੀ, selecting ਚਮਕੌਰ ਦੀ ਜੰਗ ਦਾ ਵੀ ਜ਼ਫਰਨਾਮਾ ਜ਼ਿਕਰ ਆਇਆ ਹੈ। yeah, so no, he did not stop that yeah. ਤੋ ਉਸ ਦਿਨ ਸਵੇਰੇ ਫਿਰ ਜਿਹੜੀ ਸਪੀਚ ਜਿਹੜੀ ਦਿੱਤੀ ਉਹਨਾਂ ਨੇ, ਜਿਹੜੀ ਸਵੇਰੇ ਜਿਹੜੀ ਫੇਮਸ ਸਪੀਚ ਜਿਹੜੀ ਦਿੱਤੀ ਟੂ ਅਰਾਊਜ਼ ਪੀਪਲ, ਯੂ ਨੋ, ਉਸ ਸਪੀਚ ਦੇ ਮੇਨ ਜਿਹੜਾ ਫੋਕਸ ਸੀ, ਪਹਿਲੇ ਪਾਰਟ ਆਫ ਦਾ ਸਪੀਚ ਵਿੱਚ ਜੋ ਆਥਰਸ ਲਿਖਦੇ ਹਨ, ਰਾਈਟ ਹੈ ਕਿ ਰੋਂਗ ਹੈ, ਐਗਜ਼ੈਕਟਲੀ ਉਸ ਆਰਡਰ ਵਿੱਚ ਕਿਹਾ, ਕਿਸ ਆਰਡਰ ਵਿੱਚ ਕਿਹਾ ਉਹਨਾਂ ਨੇ, ਉਹ ਗਵਰਨਮੈਂਟ ਟਿਰਨੀ ਦੇ ਉੱਤੇ ਸੀ ਕਿ ਮੁਗਲਾਂ ਦੇ ਰਾਜ ਵਿੱਚ ਕਿਤਨੇ ਤੱਕ ਸਫਰ ਕਰੋਗੇ, ਕਿਤੇ ਤੱਕ ਤੁਸੀਂ ਆਪਣੀ ਅਣਖ ਨੂੰ ਦਬਾ ਕੇ ਰੱਖੋਗੇ, ਕਿਤਨੇ ਸਾਲ ਹੋਰ ਗੁਲਾਮ ਰਹੋਗੇ, ਕਿਹੜੀ ਕਿਸੇ ਚੀਜ਼ ਦਾ ਰਾਈਟ ਤੁਹਾਨੂੰ ਨਹੀਂ ਹੈ ਤੁਹਾਡੇ ਕੋਲ ਇਸ ਵੇਲੇ। ਹਾਂਜੀ, ਨਾ ਤੁਸੀਂ ਘੋੜੇ ਤੇ ਚੜ ਸਕਦੇ ਹੋ, ਤੁਸੀਂ ਆਪਣੇ ਧਰਮ ਸਥਾਨਾਂ ਤੇ ਨਹੀਂ ਜਾ ਸਕਦੇ, ਉੱਥੇ ਤੁਹਾਨੂੰ ਟੈਕਸ ਦਿੰਦੇ ਹੋ। ਜੇ ਤੁਸੀਂ ਵਪਾਰੀ ਹੋ, ਜੇ ਤੁਸੀਂ ਟ੍ਰੇਡਰ ਹੋ, ਤੇ ਟ੍ਰੇਡਰ ਹੋ ਕੇ ਤੁਹਾਡਾ ਟੈਕਸ ਤੁਹਾਡੇ ਨਾਲ ਵਾਲੇ ਮੁਸਲਿਮ ਟ੍ਰੇਡਰ ਨਾਲੋਂ ਬਹੁਤ ਜ਼ਿਆਦਾ ਹੈ। ਹਰ ਚੀਜ਼ ਤੁਹਾਨੂੰ ਪ੍ਰੋਬਲਮ ਹੈ। ਤੁਹਾਡੇ ਸਕੂਲ ਬੰਦ ਕਰਤੇ ਜਾਤੇ ਹਨ, ਮੰਦਰ ਢਾ ਰਿਹਾ ਉਹ, ਗੁਰਦੁਆਰੇ ਢਾਂਦਾ ਪਿਆ ਉਹ, ਕਿੰਨੇ ਵੱਡੇ ਮੰਦਰ ਉਹਨੇ ਮਥੁਰਾ ਵਿੱਚ, ਕਿਤਨੇ ਵੱਡੇ ਮੰਦਰ ਉਹਨੇ ਬਨਾਰਸ ਵਿੱਚ ਢਾਏ ਹਨ, ਵਿੱਚ ਦਾ ਪ੍ਰੂਫ ਮਿਲਦਾ ਹੈ ਜਿੱਦਾਂ ਦਾ ਹੈ। ਅਯੋਧਿਆ ਵਿੱਚ ਵੀ ਜਿਹੜੀ ਬਾਬਰੀ ਮਸਜਿਦ ਦਾ ਜਿਹੜਾ ਚੱਕਰ ਜਿਹੜਾ ਹੈ, ਹਿਸਟੋਰੀਅਨ ਤੇ ਹਿਸਟਰੀ ਵੀ ਤੇ ਰਿਕਾਰਡ ਮਿਲਦੇ ਹਨ ਨਾ ਉਹਦੇ ਬਣਾਉਣ ਦੇ, whether there was a Ram temple or there or not doesn't matter, ਫਿਰ ਵੀ ਬਾਬਰੀ ਮਸਜਿਦ ਬਣੀ ਹੈ। ਬਨਾਰਸ ਵਿੱਚ ਕਿਤਨੇ ਟੈਂਪਲ ਪੁਰਾਣੇ ਤੋੜ ਕੇ ਉਸਨੇ ਮਸਜਿਦਾਂ ਬਣਾਈਆਂ ਹਨ, ਤੇ ਕਦੋਂ ਤੱਕ ਤੁਸੀਂ ਇਹ ਸਹਿੰਦੇ ਰਹੋਗੇ? That's what the speech ਦੀ ਪਹਿਲਾ ਪਾਰਟ was, ਜਿਹੜੀ oppressive ਜਿਹੜੇ ਪਾਲਿਸੀਜ਼ ਗਵਰਨਮੈਂਟ ਦੀਆਂ ਹਨ ਜਿਹੜੀਆਂ, ਕਦੋਂ ਤੱਕ ਤੁਸੀਂ ਸਹੋਗੇ ਨਾ ਪਾਲਿਸੀਜ਼ ਨੂੰ? ਕਦੋਂ ਤੱਕ ਗੁਲਾਮ ਬਣ ਕੇ ਬੈਠੇ ਰਹੋਗੇ ਇਹਨਾਂ ਦੇ? 800 ਸਾਲ ਗੁਲਾਮੀ ਦੇ ਹੋ ਗਏ ਹਨ, 800 ਸਾਲ 700 ਸਾਲ ਤੋਂ ਤੁਸੀਂ ਗੁਲਾਮ ਹੋ, ਕਦੋਂ ਤੱਕ ਰਹੋਗੇ ਤੁਸੀਂ? ਇਹ oppressive ਪਾਲਿਸੀਜ਼ ਨੂੰ ਕਦੋਂ ਤੱਕ ਸਹਿਨ ਕਰੋਗੇ? ਕਿ ਹਮੇਸ਼ਾ ਤੁਸੀਂ ਗਿੱਦੜ ਬਣ ਕੇ ਬੈਠੇ ਰਹੋਗੇ, ਕੁਝ ਕਰੋਗੇ ਇਹਦੇ ਬਾਰੇ? ਉਸ ਤੋਂ ਬਾਅਦ ਮਹਾਰਾਜ ਨੇ ਫਿਰ ਉਹਨਾਂ ਨੂੰ ਉਹਨਾਂ ਦੀ ਪੂਰਵਜਾਂ ਬਾਰੇ ਗੱਲ ਸੁਣਾਈ। ਉਹਨਾਂ ਨੇ ਦੱਸਿਆ ਕਿ ਦੇਖੋ ਤੁਸੀਂ ਕਿਹੜਾ ਖੂਨ ਤੁਹਾਡੇ ਅੰਦਰ ਰੋੜਦਾ ਪਿਆ ਹੈ। ਕਾਫੀ ਲੋਕ ਹਿੰਦੂ ਸਨ ਸੁਣਨ ਵਾਲੇ ਉਸ ਵੇਲੇ the line was thin between a Sikh and a Hindu। ਹਾਂਜੀ, ਫਾਰਮਲਾਈਜ਼ ਲਾਈਨਾਂ ਆਸਤੇ ਕਰਕੇ ਹੋਈਆਂ। ਦਸਮ ਗੁਰੂ ਤੱਕ ਆਂਦੇ ਲਾਈਨ ਬੜੀ ਫਾਰਮਲਾਈਜ਼ ਹੋ ਗਈ, but ਉਸ ਤੋਂ ਪਹਿਲੇ there was a lot of people ਅੱਗੇ ਜਾ ਕੇ ਵੀ ਆਪਣੇ ਸਿੱਖ ਹਿੰਦੂ ਘਰਾਣਿਆਂ ਤੋਂ ਵੱਡੇ ਪੁੱਤਰ ਨੂੰ ਸਿੱਖ ਬਣਾਉਂਦੇ ਸਨ। This was not uncommon those days, ਹੈ ਨਾ। ਸਿੱਖ ਵੀ ਸਨ, ਹਿੰਦੂ ਵੀ ਸਨ, ਕਲੋਜ਼ਲੀ ਅਲਾਈਨਡ ਸਨ ਦੋਨੋਂ ਬੜੀਆਂ ਕਮਿਊਨਿਟੀਜ਼। ਮਹਾਰਾਜ ਨੇ ਫਿਰ ਪੁਰਾਣੀ ਕਥਾਵਾਂ ਵਿੱਚੋਂ ਬੜਾ ਕੁਝ ਸਮਝਾਇਆ ਉਹਨਾਂ ਨੂੰ। ਦੇਖੋ, ਭੀਮ ਵੀ ਤੁਹਾਡੇ ਵਿੱਚੋਂ ਸੀ, ਦੁਰਯੋਧਨ ਵੀ ਤੁਹਾਡੇ ਵਿੱਚੋਂ ਸੀ, ਕ੍ਰਿਸ਼ਨ ਵੀ ਤੁਹਾਡੇ ਵਿੱਚੋਂ ਸੀ, ਰਾਮ ਵੀ ਤੁਹਾਡੇ ਵਿੱਚੋਂ ਸਨ। ਤੁਹਾਡੇ ਜਿਤਨੇ ਵੱਡੇ ਪੈਗੰਬਰ ਹੋਏ ਹਨ, ਸਭ ਨੇ ਹਥਿਆਰ ਚੁੱਕੇ ਹਨ। ਦੱਸੋ ਕਿਹੜਾ ਹਥਿਆਰ ਨਹੀਂ ਚੁੱਕਣ ਵਾਲਾ ਹੈ? ਕਿਹੜਾ ਸੰਤ ਹੋਇਆ ਹੈ? ਕ੍ਰਿਸ਼ਨ ਬਾਰੇ ਗੱਲ ਕੀਤੀ, ਰਾਮ ਬਾਰੇ ਗੱਲ ਕੀਤੀ, ਸ਼ਿਵ ਜੀ ਬਾਰੇ ਗੱਲ ਕੀਤੀ, ਵਿਸ਼ਨੂੰ ਬਾਰੇ ਗੱਲ ਕੀਤੀ, ਤੇ ਬੜਾ ਮਹਾਰਾਜ ਨੇ ਬੜਾ ਪ੍ਰੋਤਸਾਹਨ ਦਿੱਤਾ, ਬੜਾ ਮਹਾਰਾਜ ਨੇ ਇਸ ਬਾਰੇ ਸਮਝਾਇਆ। ਦੇਖੋ ਦ੍ਰੋਣਾਚਾਰਿਆ ਨੂੰ ਦੇਖੋ, ਬ੍ਰਾਹਮਣ ਹੋ ਕੇ ਲੜਦਾ ਹੈ, ਬ੍ਰਾਹਮਣ ਹੋ ਕੇ ਸ਼ਸਤਰਧਾਰੀ ਹੈ। ਮਹਾਰਾਜ ਨੇ ਪਰਸ਼ੂਰਾਮ ਦੀ ਐਗਜ਼ਾਮਪਲ ਦਿੱਤੀ। ਮਹਾਰਾਜ ਨੇ ਬੜੀਆਂ ਹੋਰ ਐਗਜ਼ਾਮਪਲ ਦੇ ਕੇ ਅਰਾਊਜ਼ ਕੀਤਾ ਉਸ ਸੰਗਤ ਨੂੰ ਕਿ ਦੇਖੋ ਤੁਸੀਂ ਕਦ ਤੱਕ ਹੀ ਨਹੀਂ ਬੈਠੇ ਰਹੋਗੇ,
कद तक तुसी ये सहारदे रहोगे, कद तक गिदड़ा वाली तरह जिंदगी अपनी जियोगे, कद तक डर डर के बैठे रहोगे तुसी। ते ਇਹ ਕਹਿਣ ਤੋਂ ਬਾਅਦ ਜਦੋਂ ਉਹਨਾਂ ਦੀ ਸਪੀਚ ਟੁਵਰਡਸ ਦੀ ਐਂਡ ਹਾਈ ਤੇ ਫਿਰ ਕਹਿਣ ਲੱਗੇ ਜਿਸ ਤਰ੍ਹਾਂ ਪੁਰਾਣੇ ਜ਼ਮਾਨਿਆਂ ਵਿੱਚ ਕੋਈ ਚੀਜ਼ ਵੱਡੀ ਕਰਨੀ ਹੋਵੇ ਤੇ ਬਲੀਦਾਨ ਦੇਣੇ ਪੈਂਦੇ ਸਨ, ਸੈਕਰੀਫਾਈਸਿਸ ਦੇਣੀਆਂ ਪੈਂਦੀਆਂ ਸਨ, ਤੇ ਉੱਥੇ ਫਿਰ ਉਹਨਾਂ ਨੇ ਉਸ ਮਾਹੌਲ ਵਿੱਚ ਜਾ ਕੇ ਪਹਿਲਾ ਸੀਸ ਜਿਹੜਾ ਵੈ ਉਹ ਮੰਗਿਆ ਸੰਗਤ ਤੋਂ। ਤੇ ਮਹਾਰਾਜ ਨੇ ਜਦੋਂ ਇੱਕ ਤਲਵਾਰ ਨੰਗੀ ਕੱਢ ਕੇ ਜਦੋਂ ਇਹ ਲਿਖਿਆ ਕਿ ਕੌਣ ਹੈ ਗੁਰੂ ਕਾ ਲਾਲ, ਜਿਹੜਾ ਉੱਠ ਕੇ ਆਪਣੇ ਗੁਰੂ ਵਾਸਤੇ ਸਿਰ ਦੇਣ ਨੂੰ ਤਿਆਰ ਹੋਵੇ। ਇਹ ਗੱਲ ਸਾਰੇ ਜਾਣਦੇ ਹੋ ਤੁਸੀਂ। ਇਹ ਇੱਕ ਵੱਡੀ ਸਪੀਚ ਦੀ how long did he speak we do not know, could be half an hour, could be an hour, we can only, I mean ਕਲਗੀ ਦਾ ਚਮਤਕਾਰ ਵੀ ਥੋੜੇ ਉਹਦੇ ਅੰਦੇਸੇ ਮਿਲਦੇ ਹਨ, ਸੂਰਜ ਪ੍ਰਕਾਸ਼ ਵਿੱਚ ਮਿਲਦੇ ਹਨ, ਉਹਦੇ ਹਰੀਰਾਮ ਗੁਪਤਾ ਦੀ ਡਿਫਰੈਂਟ ਸੋਰਸਸ ਤੋਂ ਲੈ ਕੇ ਉਸ ਚੀਜ਼ਾਂ ਤੋਂ ਮਿਲਦਾ ਹੈ, ਪਰ ਸਪੀਚ ਦਿੱਤੀ ਜ਼ਰੂਰ ਹੈ ਉਹਨਾਂ ਨੇ। ਇਸ ਗੱਲ ਦੀ ਪੁਸ਼ਟੀ ਬੜੇ ਜਗ੍ਹਾ ਤੋਂ ਹੋ ਜਾਂਦੀ ਹੈ ਕਿ he spoke that day and he spoke in a strong voice and he spoke to arouse people ਕਿ ਆਪਣੇ ਆਪ ਨੂੰ ਸੰਭਾਲੋ। ਕਦ ਤੱਕ ਇਸ ਗੁਲਾਮੀ ਦੀ ਬੇੜੀਆਂ ਤੁਸੀਂ ਜਿੰਦੇ ਰਹੋਗੇ? ਕਿ ਜੀਣਾ ਆਸਾਨ ਹੈ ਕਿ ਮਰ ਜਾਣਾ ਈਜ਼ੀ ਹੈ ਇਹਦੇ ਸਾਹਮਣੇ। ਆਪਣੇ ਆਪ ਨੂੰ ਸੰਭਾਲੋ ਤੁਸੀਂ, ਤੁਹਾਡੀ ਕੌਮ ਕਿੱਥੇ ਜਾ ਰਹੀ ਹੈ ਤੁਹਾਡੀ। ਤੇ ਜਦੋਂ ਇਹ ਗੱਲ ਹੋਈ, ਜਦੋਂ ਪਹਿਲਾ ਸੀਸ ਮੰਗਿਆ, I'm going to stop here for a second though. Can anybody from the ਸੰਗਤ tell me though ਕਿ ਪੰਜ ਪਿਆਰਿਆਂ ਦੇ ਨਾਂ ਹੁਣ ਸਾਨੂੰ ਸਭ ਨੂੰ ਯਾਦ ਨਹੀਂ ਰਹਿੰਦੇ। It's very unfortunate ਕਿ ਬੜੀ ਸਿੱਖ ਸੰਗਤ ਨੂੰ ਪੰਜ ਪਿਆਰਿਆਂ ਦੇ ਨਾਂ ਯਾਦ ਨਹੀਂ ਹਨ, which hurts me a lot, but can anybody from the ਸੰਗਤ without googling this tell me though ਕਿ ਪਹਿਲੇ ਪੰਜ ਪਿਆਰੇ, ਪਹਿਲਾ who was the first gentleman who stood up and said ਕਿ ਮਹਾਰਾਜ ਮੈਂ ਤਿਆਰ ਹਾਂ, ਜੋ ਤੁਸੀਂ ਕਰਨਾ ਹੈ ਕਰੋ। ਕੌਣ ਸੀ ਜੀ ਪਹਿਲੇ ਪੰਜ ਪਿਆਰਿਆਂ ਦਾ ਨਾਂ ਜੀ? ਹਾਂਜੀ ਦਇਆ ਸਿੰਘ ਪਹਿਲੇ, ਹਾਂਜੀ ਦਇਆ ਰਾਮ, ਪਹਿਲੇ ਨਾਂ ਦਇਆ ਰਾਮ ਸੀ, ਫਿਰ ਭਾਈ ਦਇਆ ਸਿੰਘ ਹੋਰੀ। ਔਰ ਇਹ ਦੱਸਦੀਆਂ ਕਿ ਭਾਈ ਦਇਆ ਸਿੰਘ ਹੋਰੀ ਐਂਡ ਤੱਕ ਮਹਾਰਾਜ ਨਾਲ ਰਹੇ। ਚਮਕੌਰ ਦੀ ਜੰਗ ਤੋਂ ਬਾਅਦ ਜਦੋਂ ਕਿਲਾ ਛੋੜਿਆ, ਜਦੋਂ ਗੜੀ ਛੋੜੀ ਚਮਕੌਰ ਦੀ, ਤੇ ਭਾਈ ਦਇਆ ਰਾਮ ਉਸ ਵੇਲੇ ਭਾਈ ਦਇਆ ਸਿੰਘ ਜਦੋਂ ਬਣੇ ਤੇ ਉਹ ਨਾਲ ਗਏ ਮਹਾਰਾਜ ਦੇ। ਕਿਲਾ ਜਦੋਂ ਛੋੜਿਆ ਤੇ he was one of the person who accompanied him, ਤੇ ਮੇਰੀ ਬੇਨਤੀ ਹੈ ਕਿ ਅੱਜ ਦੀ ਕਲਾਸ ਤੋਂ ਬਾਅਦ ਕੋਸ਼ਿਸ਼ ਕਰਿਓ ਕਿ ਇਹ ਪੰਜ ਪਿਆਰਿਆਂ ਦੇ ਨਾਂ ਤੁਹਾਨੂੰ ਯਾਦ ਹੋਣ ਸਾਰੇ। ਹਾਂਜੀ, ਇਹ ਬਹੁਤ ਇੰਪੋਰਟੈਂਟ ਹੈ ਬਿਕਾਜ਼ ਇਹਨਾਂ ਪੰਜਾਂ ਨੂੰ ਗੁਰੂ ਵਰਗੀ ਉਪਾਧੀ ਉਹਨਾਂ ਨੇ ਦਿੱਤੀ ਅੱਗੇ ਜਾ ਕੇ। ਤੇ ਇਹ ਪੰਜ ਜਿੱਥੇ ਬੈਠਦੇ ਹਨ ਉੱਥੇ ਗੁਰੂ ਆਪ ਬੈਠਦੇ ਹਨ ਜਿੱਥੇ। ਹਾਂਜੀ, ਸੋ ਬਹੁਤ ਵੱਡੀ ਇੱਕ ਹੈ। ਤੇ ਅਗਰ ਸੰਗਤ ਵਿੱਚੋਂ ਕੋਈ ਦੂਸਰਾ ਮੈਂਬਰ ਦੇ ਨਾਂ ਜਿਹੜਾ ਦੂਸਰੇ ਪੰਜ ਪਿਆਰੇ ਜਿਹੜੇ ਖੜੇ ਹੋਏ, ਸਾਹਿਬ ਚੰਦ ਨੰਬਰ 3 ਤੇ ਆਏ ਹਨ। ਦੂਸਰਾ ਧਰਮਚੰਦ, ਭਾਈ ਧਰਮਦਾਸ ਨਾਂ ਸੀ ਜੀ, ਧਰਮਦਾਸ। ਹਿੰਮਤ ਚੰਦ let me go one by one। ਹਾਂਜੀ, ਸੋ ਪਹਿਲੇ ਦਇਆ ਰਾਮ ਖੜੇ ਹੋਏ ਹਨ। ਉਸ ਤੋਂ ਬਾਅਦ ਜਦੋਂ ਖੂਨ ਭਰੀ ਤਲਵਾਰ ਜਦੋਂ ਲੈ ਕੇ ਆਉਂਦੇ ਹਨ, ਬਾਅਦ ਵਿੱਚ ਇੱਕ ਹੋਰ ਸੀਸ ਮੰਗਦੇ ਹਨ ਜੇ, ਫਿਰ ਧਰਮਦਾਸ ਖੜੇ ਹੁੰਦੇ ਹਨ। ਨੰਬਰ 3 ਤੇ ਖੜੇ ਹੁੰਦੇ ਹਨ ਭਾਈ ਸਾਹਿਬ ਚੰਦ, ਜਿਨ੍ਹਾਂ ਦਾ ਨਾਮ ਭਾਈ ਸਾਹਿਬ ਸਿੰਘ ਪਿਆ ਅੱਗੇ ਜਾ ਕੇ। ਭਾਈ ਸਾਹਿਬ ਸਿੰਘ ਹੋਰੀ ਚਮਕੌਰ ਦੀ ਗੜੀ ਵਿੱਚ ਸ਼ਹੀਦੀ ਪ੍ਰਾਪਤ ਕਰਦੇ ਹਨ। ਚਮਕੌਰ ਦੀ ਗੜੀ ਵਿੱਚ ਉਹਨਾਂ ਦੀ ਸ਼ਹੀਦੀ ਹੁੰਦੀ ਹੈ ਉਹਨਾਂ ਦੀ ਉੱਥੇ। ਸੋ ਤੇ ਨੰਬਰ 4 ਤੇ ਨੰਬਰ ਚੌਥੇ ਜਿਹੜੇ ਪੰਜ ਪਿਆਰੇ ਜਿਹੜੇ ਹਨ, ਕੈਨ ਸਮਬਡੀ ਮੈਂਸ਼ਨ ਦ ਨੇਮ fourth one? ਭਾਈ ਮੋਹਕਮ ਸਿੰਘ ਭਾਈ ਮੋਹਕਮ ਸਿੰਘ ਨੰਬਰ 5 ਤੇ ਹਨ। ਪਹਿਲੇ ਨੰਬਰ 4 ਤੇ ਭਾਈ ਹਿੰਮਤ ਸਿੰਘ ਹਿੰਮਤ ਸਿੰਘ ਉਹਨਾਂ ਦਾ ਨਾਮ ਪਿਆ ਭਾਈ। ਤੇ ਲਾਸਟ ਵਿੱਚ ਫਿਰ ਮੋਹਕਮ ਚੰਦ ਹਨ ਜਿਹੜੇ ਨੰਬਰ 5 ਤੇ ਖੜੇ ਹੁੰਦੇ ਹਨ, ਜਿਹੜੇ ਪੰਜ ਜਿਹੜੇ ਹਨ ਪਿਆਰੇ। ਉਸ ਤੰਬੂ ਦੇ ਅੰਦਰ ਕੀ ਹੋਇਆ, ਬੜੇ ਆਥਰਸ ਅਲੱਗ-ਅਲੱਗ ਵਰਜ਼ਨ ਹਨ, ਮੈਂ ਉਹਦੇ ਵਿੱਚ ਨਹੀਂ ਜਾਣਾ। ਉਹ ਸੀਕ੍ਰੇਸੀ ਵਿੱਚ ਉਹਨਾਂ ਨੇ ਕੀਤਾ ਕੰਮ। ਹੁਣ ਕਈ ਆਥਰ ਨੇ ਲਿਖਿਆ ਜੀ ਉਹ ਬੱਕਰੇ ਝਟਕਾਏ, ਕਈਆਂ ਨੇ ਲਿਖਿਆ ਜੀ ਉਹ ਖੂਨ ਦਾ ਕਿਸੇ ਨੇ ਪਾ ਕੇ ਰੱਖਿਆ ਹੋਇਆ ਸੀ, ਵੀ ਡੋਂਟ ਨੋ। ਉਹ ਸੀਕ੍ਰੇਸੀ ਗੁਰੂ ਦੀ ਹੈ। ਉਹ ਅੰਦਰ ਵਿੱਚ ਤੰਬੂ ਚ ਜਾਣਾ ਕਿਸੇ ਨੂੰ ਅਲਾਉਡ ਨਹੀਂ ਸੀ ਉਸ ਵੇਲੇ। ਤੇ ਮਹਾਰਾਜ ਜਦੋਂ ਫਿਰ ਉਹਨਾਂ ਪੰਜਾਂ ਨੂੰ ਫਰੈਸ਼ ਜਦੋਂ ਕੱਪੜੇ ਪਵਾ ਕੇ ਤੇ ਮਹਾਰਾਜ ਜਦੋਂ ਪੰਜਾਂ ਨੂੰ ਦਰਬਾਰ ਚ ਹਾਜ਼ਰ ਕਰਦੇ ਹਨ ਤੇ ਉਹਨਾਂ ਨੂੰ ਪਿਆਰੇ ਆ ਤਾਂ ਇੱਕ
ਦਿੱਤਾ ਜਾਂਦਾ ਹੈ ਕਿ ਇਹ ਪਿਆਰੇ ਹਨ ਗੁਰੂ ਕੇ। ਬੜੀਆਂ ਸਿਫਤਾਂ ਕੀਤੀਆਂ ਉਹਨਾਂ ਦੀਆਂ, ਤੇ ਮਹਾਰਾਜ ਨੇ ਕਿਹਾ ਕਿ ਇਹ ਹੁਕਮ ਜੋ ਮੈਂ ਪੰਥ ਚਲਾਉਣ ਵਾਲਾ ਨਿਆਰਾ, ਇਹ ਉਸ ਅਕਾਲ ਪੁਰਖ ਦੇ ਹੁਕਮ ਤੋਂ ਚਲਾਉਣ ਲੱਗਾ ਹਾਂ ਪੰਥ। ਦੋ ਵੱਡੀਆਂ ਟਰਮਸ ਉਸ ਦਿਨ ਕੋਇਨ ਹੋਈਆਂ ਬਿਫੋਰ ਸਵੀਟੀ ਦੀਦੀ ਸਟਾਰਟਸ ਟੂ ਰੀਡ ਦ ਅੰਮ੍ਰਿਤ ਵਾਲਾ ਚੈਪਟਰ। ਇੱਕ ਦੇਗ ਤੇਗ ਫਤਿਹ, ਪਹਿਲੀ ਵਾਰੀ ਵਰਡ ਯੂਜ਼ ਹੋਇਆ ਉਸ ਦਰਬਾਰ ਵਿੱਚ, ਤੇ ਦੂਸਰੀ ਜਿਹੜੀ ਫਤਿਹ, ਜਿਹੜੀ ਅਸੀਂ ਪ੍ਰਵਾਨ ਜਿਹੜੀ ਫਤਿਹ ਕਰਦੇ ਹਾਂ, ਜਿਹੜੀ ਉਹ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੇ ਹੁਣ ਵੀ ਯਾਦ ਰੱਖਿਓ, ਜਦੋਂ ਕੀਰਤਨ ਚੌਂਕੀਆਂ ਦਾ ਐਂਡ ਹੁੰਦਾ ਹੈ ਜਿੱਥੇ ਕੋਈ, ਐਂਡ ਲੈਟ ਮੀ ਡਿਫਾਈਨ ਵਾਟ ਆ ਕੀਰਤਨ ਚੌਂਕੀ ਫਰਮ ਅ ਫਾਰਮਲਾਈਜ਼ ਕੀਰਤਨ ਚੌਂਕੀ ਕਿਹੜੀ ਹੁੰਦੀਆਂ ਹਨ। ਸੋ ਫॉर ਐਗਜ਼ਾਮਪਲ ਆਰਤੀ ਦੀ ਚੌਂਕੀ ਹੈ ਜਿਹੜੀ ਸ਼ਾਮ ਨੂੰ ਲੱਗਦੀ ਹੈ, ਜਾਂ ਸੋਦਰ ਦੀ ਚੌਂਕੀ ਹੈ ਜਦੋਂ, ਤੇ ਸੋਦਰ ਦੀ ਚੌਂਕੀ ਲੱਗਣ ਤੋਂ ਬਾਅਦ ਅਸੀਂ ਫਤਿਹ ਬੁਲਾਉਂਦੇ ਹਾਂ। ਹਾਂਜੀ, ਸੋਦਰ ਸੋਦਰ ਤੇਰਾ ਕਿਹਾ ਸੋ ਕਰਕੇ ਆਸਾ ਵਿੱਚ ਗਾਉਂਦੇ ਹਾਂ ਅਸੀਂ ਨੂੰ, ਇਹ ਪੁਰਾਤਨ ਰਵਾਇਤ ਰਹੀ ਹੈ। ਗਾਣ ਤੋਂ ਬਾਅਦ ਫਿਰ ਅਸੀਂ ਫਤਿਹ ਬੁਲਾਉਂਦੇ ਹਾਂ, ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਉਸੀ ਤਰ੍ਹਾਂ ਆਰਤੀ ਦੀ ਚੌਂਕੀ ਹੈ, ਉਸੀ ਤਰ੍ਹਾਂ ਆਨੰਦ ਸਾਹਿਬ ਦੀ ਚੌਂਕੀ ਹੈ, ਤੇ ਵਾਰਾਂ ਦੀਆਂ ਚੌਂਕੀਆਂ ਹਨ। ਜਦੋਂ ਹੁਣ ਅੱਜ ਕੱਲ ਵਾਰਾਂ ਨਹੀਂ ਲਗਾਉਂਦੇ, ਪੌੜੀਆਂ ਲਗਾਉਣੀਆਂ ਨਹੀਂ ਆਉਂਦੀਆਂ ਕਿਸੇ ਨੂੰ, ਪੁਰਾਣੇ ਜ਼ਮਾਨੇ ਵਿੱਚ ਪੌੜੀਆਂ ਲੱਗਦੀਆਂ, ਕਾਰਨ ਹੈ ਕਿ ਵਾਰ ਦੀ ਚੌਂਕੀ ਦੀ ਲੱਗੀ ਚੌਂਕੀ ਅਗਰ ਜਾਂ ਪੌੜੀ ਗਾਈ ਕਿਸੇ ਨੇ, ਤੇ ਉਸ ਤੋਂ ਬਾਅਦ ਫਿਰ ਆਨੰਦ ਸਾਹਿਬ ਤੋਂ ਪਾਠ ਕਰਨ ਤੋਂ ਬਾਅਦ ਅਸੀਂ ਫਤਿਹ ਬੁਲਾਉਂਦੇ ਹਾਂ। ਤੇ ਇਸ ਫਤਿਹ ਦਾ ਆਨੰਦ ਹੁੰਦਾ ਕਿ ਇਹ ਐਂਡਿੰਗ ਹੈ ਇੱਥੇ। ਤੇ ਇਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੀ ਜਿਹੜੀ ਟਰਮ ਜਿਹੜਾ ਕੋਇਨ ਹੋਇਆ ਉਸ ਦਿਨ, ਇਹ ਵੀ ਉਸ ਦਿਨ ਕੋਇਨ ਹੋਇਆ। ਮੋਸਟ ਹਿਸਟੋਰੀਅਨਸ ਬਿਲੀਵ that, right, wrong, again some people always have different opinions, don't hold me into it, you know, I'm not an expert in this, I'm not a professor, I'm not any ਕੋਈ doctor of philosophy or something like that, ਇਨਾ ਪੜ੍ਹਿਆ ਲਿਖਿਆ ਵੀ ਨਹੀਂ, ਜੋ ਪੜ੍ਹਿਆ ਹੈ ਤੁਹਾਨੂੰ ਸਾਹਮਣੇ ਰੱਖਿਆ ਹੈ। ਕਈ ਵਾਰੀ ਡਿਫਰੈਂਟ ਵਰਜ਼ਨ ਆਥਰਸ ਦੇ ਮਿਲਦੇ ਹਨ ਉਹਦੇ ਉੱਤੇ। ਦੇਗ ਤੇ ਫਤਿਹ ਲੇਕਿਨ ਇੱਥੇ ਆਏ ਹਨ ਵਰਡ, ਇਹ ਪਹਿਲੀ ਵਾਰੀ ਵਰਡ ਕਾਮ ਹੋਏ ਨੇ। ਦੇਗ ਜਨਰਲੀ ਸਪੀਕਿੰਗ, ਦੇਗ ਦੇ ਮੀਨਿੰਗ ਹਨ ਜਿਹੜਾ ਕਾਰਡਨ ਹੁੰਦਾ, ਜਿਹੜੀ ਵੱਡੀ ਕੜਾਈ ਹੁੰਦੀ, ਉਸਨੂੰ ਦੇਗ ਕਹਿੰਦੇ ਹਨ। ਉਸਨੂੰ ਦੇਗ, ਕਈ ਵਾਰੀ ਅਸੀਂ ਦੇਗ ਵਰਤ ਰਹੀ ਹੈ, ਦੇਗ ਅਸੀਂ ਪ੍ਰਸ਼ਾਦ, ਕੜਾ ਪ੍ਰਸ਼ਾਦ ਨੂੰ ਵੀ ਦੇਗ ਕਹਿੰਦੇ ਹਾਂ ਜੀ। ਦੇਗ ਬੜੀ ਜਗ੍ਹਾ ਵਰਡ ਯੂਜ਼ ਹੁੰਦਾ ਹੈ, ਤੇ ਇੱਥੇ ਇੱਕ ਦੇਗ ਵਰਤਿਆ ਜਾਂਦੀ। ਇੱਥੇ ਦੇਗ ਦੇ ਮਤਲਬ ਹੈ ਨਰਿਸ਼ਮੈਂਟ ਹੈ, ਫੂਡ ਹੈ, ਤੇ ਨਰਿਸ਼ਮੈਂਟ ਜਿਹੜੀ ਹੈ ਉਹ ਕਾਮਨੈਲਿਟੀ ਵਿੱਚ ਸਿੱਖ ਦੇ ਵਾਸਤੇ ਹੈ, ਵੰਡ ਛਕਣਾ ਹੈ ਨਰਿਸ਼ਮੈਂਟ। ਸੋ ਇੱਥੇ ਦੇਗ ਤੇ ਫਤਿਹ ਜਿਹੜੀ ਹੈ ਉਹ ਤਾਂ ਮਿਲਦੀ ਹੈ ਜਦੋਂ ਵੰਡ ਛਕੇ ਸਿੱਖ, ਹਾਂਜੀ। ਤੇ ਹੁਣ ਵੀ ਅਰਦਾਸ ਵਿੱਚ ਵਰਡ ਜਿਹੜੇ ਯੂਜ਼ ਕਰਦੇ ਆ, ਬੜੀ ਵਾਰੀ ਅਰਦਾਸ ਦੇ ਵਿੱਚੋਂ ਵੀ ਬਹੁਤ ਵਰਡ ਕਈ ਵਾਰੀ ਇਹੋ ਜਿਹੇ ਆਉਂਦੇ ਹਨ ਜਿਹੜੇ ਕਿ ਜਿਹਦੇ ਨਾਲ ਕਲੈਰਿਟੀ ਹੋ ਜਾਂਦੀ ਹੈ। ਤੇ ਮੈਂ ਉਹ ਸਾਹਮਣੇ ਮੈਂ ਰੱਖੀ ਹੋਈ ਹੈ, ਮੈਂ ਕਿਹਾ ਮੈਂ ਕਰਦੇ ਆ ਉੱਥੇ, ਤੇ ਉੱਥੇ ਵੀ ਮੈਂ ਤੁਹਾਨੂੰ ਅਰਦਾਸ ਦੇ ਵਰਡ ਪੜ੍ਹ ਕੇ ਸੁਣਾਉਣਾ ਤਾਂ ਕਿ ਕਲੈਰਿਟੀ ਹੋ ਜਾਵੇ ਕਿ ਉਸ ਦੇਗ ਤੇ ਫਤਿਹ ਵਿੱਚੋਂ ਅਰਦਾਸ ਦੇ ਨਾਲ ਜੋ ਸੰਬੰਧਿਤ ਜਿਹੜੇ ਵਰਡ ਹਨ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦੀਆਂ 40 ਮੁਕਤੀਆਂ, ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ, ਖਾਲੀ ਨਾਮ ਜਪਿਆ ਨਹੀਂ ਜਿਨ੍ਹਾਂ ਨੇ, ਖਾਲੀ ਇੱਥੇ ਰੁਕ ਜਾਣਾ ਇੱਕ ਸੈਕਿੰਡ ਵਾਸਤੇ। ਪਰਮਾਤਮਾ ਨਾਲ ਪਿਆਰ ਕਰ ਲੈਣਾ ਉਹ ਅਲੱਗ ਹੈ, ਉਹ ਬਹੁਤ ਇੰਪੋਰਟੈਂਟ ਹੈ, ਲੇਕਿਨ ਭੁੱਖੇ ਨੂੰ ਰੋਟੀ ਖਵਾਣੀ, ਕਿਸੇ ਗਰੀਬ ਦੀ ਮਦਦ ਕਰਨੀ, ਇਹ ਵੀ ਉਤਨੀ ਹੀ ਇੰਪੋਰਟੈਂਟ ਹੈ। ਸੇਵਾ ਦਾ ਭਾਵ ਅੰਦਰ ਰਹਿਣਾ ਉਹ ਵੀ ਉਤਨਾ ਹੀ ਇੰਪੋਰਟੈਂਟ ਹੈ। ਐਲਡਰਲੀ ਦੀ ਕੇਅਰ ਕਰਨੀ, ਕਿਸੇ ਗਰੀਬ ਦੀ ਮਦਦ ਕਰਨੀ, ਉਹ ਵੀ ਉਤਨਾ ਹੀ ਇੰਪੋਰਟੈਂਟ ਹੈ। ਇਸ ਘਰ ਵਿੱਚ, ਗੁਰੂ ਨਾਨਕ ਦੇ ਘਰ ਵਿੱਚ, ਘਰ-ਬਾਰ ਛੋੜ ਕੇ ਸਿਰਫ ਆਪਣੀ ਉੱਤੇ ਫੋਕਸ ਕਰਕੇ ਤੇ ਆਪਣਾ ਰਸਤਾ ਸਿੱਧਾ ਕਰਕੇ, ਆਪਣੇ ਪ੍ਰਮਾਤਮਾ ਨਾਲ ਪਿਆਰ ਕਰਕੇ ਆਪੇ ਮੁਕਤ ਹੋ ਜਾਣਾ, ਉਹ ਪ੍ਰਵਾਨ ਨਹੀਂ ਹੋਇਆ ਇਸ ਘਰ ਵਿੱਚ। ਹੋਰਾਂ ਘਰਾਂ 'ਚ ਪ੍ਰਵਾਨ ਹੋਇਆ ਹੋਣਾ, ਇਸ ਘਰ 'ਚ ਪ੍ਰਵਾਨ ਨਹੀਂ। ਇਸ ਘਰ ਵਿੱਚ ਕਿਸੇ ਦੀ ਹੱਥ ਪਕੜਨਾ ਉਹ ਬਹੁਤ ਕ੍ਰਿਟੀਕਲ ਹੈ। ਸੋ ਇੱਥੇ ਵਰਡ ਅਰਦਾਸ, ਤੇ ਮੈਂ ਅਰਦਾਸ ਕਈ ਵਾਰੀ ਬਹੁਤ ਜਲਦੀ ਪੜ ਜਾਂਦੀ ਹੈ, ਕਈ ਵਾਰੀ ਫੋਕਸ ਨਹੀਂ ਕਰ ਪਾਉਂਦੇ ਅਸੀਂ। ਲੈਟ ਮੀ ਰੀਡ ਅਗੇਨ ਅਗੇਨੋ। ਪੰਜਾਂ ਪਿਆਰਿਆਂ, ਇਹ ਪੰਜ ਪਿਆਰੇ ਦੇ ਨਾਂ ਆਇਆ ਹੈ ਕਿਉਂਕਿ ਗੁਰੂ ਦੇ ਹਨ। 40 ਮੁਕਤ, ਚੌਹਾਂ ਸਾਹਿਬਜ਼ਾਦੀਆਂ, ਹਾਂਜੀ, 40 ਮੁਕਤਿਆਂ, 40 ਮੁਕਤਿਆਂ ਦੀ ਗੱਲ ਬਾਅਦ ਚ ਕਰਾਂਗੇ, ਉਹ ਵੀ ਡਿਟੇਲ ਚ ਕਰਾਂਗੇ। ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨੇ ਪ੍ਰਮਾਤਮਾ ਦਾ ਨਾਮ ਜਪਿਆ, ਜਿਨ੍ਹਾਂ ਨਾਮ ਜਪਿਆ, ਜਿਨ੍ਹਾਂ ਨੇ ਪ੍ਰਮਾਤਮਾ ਨੂੰ ਖੁਸ਼ ਕਰ ਲਿਆ, ਪ੍ਰਮਾਤਮਾ ਦੀ ਭਗਤੀ ਕੀਤੀ ਜਿਨ੍ਹਾਂ ਨੇ, ਲੇਕਿਨ ਭਗਤੀ ਕੀਤੀ ਨਹੀਂ, ਨਾ ਲੱਗੇ, ਦੇਖੋ ਵੰਡ ਛਕਿਆ।
ਜਿੱਥੇ ਜਿੱਥੇ ਨਾਮ ਜਪਿਆ ਆਇਆ ਹੈ ਵਰਡ, ਉਹਦੇ ਨਾਲ ਵੰਡ ਛਕਿਆ ਆਇਆ ਹੈ ਵਰਡ। ਤੇ ਵੰਡ ਛਕਿਆ ਹੈ ਦੇਗ ਦੀ ਫਤਿਹ ਹੈ, ਵੰਡ ਛਕਿਆ ਦੇਗ ਦੀ, ਤੇਗ ਦੀ ਫਤਿਹ ਹੈ, ਕਿਸੇ ਦੇ ਅੱਗੇ ਝੁਕਣਾ ਨਹੀਂ ਅਸੀਂ, ਉਹ ਤੇਗ ਦੀ ਫਤਿਹ ਹੈ। ਹਾਂਜੀ, ਇੱਥੇ ਫਤਿਹ ਤਾਂ ਲਿਖਿਆ ਨਹੀਂ ਕਿਉਂਕਿ ਡੈਥ ਹੋ ਵੀ ਜਾਏ ਤਾਂ ਵੀ ਫਤਿਹ ਹੈ, ਮੁਕਤੀ ਹੈ ਉੱਥੇ, ਇਸ ਵਾਸਤੇ ਫਤਿਹ ਹੈ। ਜਿਨ੍ਹਾਂ ਨਾਮ ਜਪਿਆ ਵੰਡ ਛਕਿਆ, ਤੇ ਵੰਡ ਛਕਣ ਤੋਂ ਬਾਅਦ ਜਿਨ੍ਹਾਂ ਨੇ ਫੂਡ ਨੂੰ ਸ਼ੇਅਰ ਕੀਤਾ, ਭਾਵ ਜੇ ਕੋਈ ਭੁੱਖਾ ਸੀ ਉਸ ਨੂੰ ਛੋੜਿਆ ਨਹੀਂ ਕਿਸੇ ਨਾਲ, ਤੇ ਜਿਨ੍ਹਾਂ ਨੇ ਵੰਡ ਛਕਿਆ ਤੇ ਦੇਗ ਚਲਾਈ, ਦੇਗ ਚਲਾਈ ਉਹਨਾਂ ਨੇ, ਕਿਉਂਕਿ ਵੰਡ ਛਕਣ ਵਾਸਤੇ ਦੇਗ ਚਲਾਣੀ ਪੈਂਦੀ, ਦੇਗ ਤਿਆਰ ਕਰਨੀ ਪੈਂਦੀ ਹੈ। ਫਿਰ ਉੱਥੇ ਵੰਡ ਛਕਣ ਵਾਸਤੇ ਛੋਟੇ ਪਤੀਲੇ ਨਹੀਂ ਚਾਹੀਦੇ, ਫਿਰ ਵੰਡ ਛਕਣ ਵਾਸਤੇ ਕੋਲੀਆਂ ਵਿੱਚ ਨਹੀਂ ਸਰਵ ਕਰਨਾ ਕਿਸੇ ਨੂੰ, ਵੰਡ ਛਕਣ ਵਾਸਤੇ ਫਿਰ ਵੱਡੇ ਦੇਗਾਂ ਹੁੰਦੀਆਂ ਹਨ ਜਿਹਦੇ ਨਾਲ ਵੰਡ ਛਕਣਾ ਹੈ ਤੁਸੀਂ। ਲੰਗਰ ਦੇ ਅਸਥਾਨਾਂ ਵਿੱਚ ਉੱਥੇ ਦੇਗ ਹੁੰਦੀ ਹੈ ਵੱਡੀ, ਉੱਥੇ ਕਿਉਂਕਿ ਵੰਡ ਛਕਣ ਦੀ ਪ੍ਰਥਾ ਹੈ ਸਾਡੀ। ਅਰਦਾਸ ਦੀ ਕਲੈਰਿਟੀ ਹੋਈ, ਅਰਦਾਸ, ਔਰ ਮੈਂ ਅੱਜ ਤੁਹਾਨੂੰ ਸੂਰਜ ਪ੍ਰਕਾਸ਼ ਤੋਂ ਵੀ ਥੋੜੀਆਂ ਬਹੁਤ ਇੱਕ ਦੋ ਮੈਂ ਚੀਜ਼ਾਂ ਸੁਣਾਵਾਂਗਾ, ਉਹਦੇ ਵਿੱਚ ਵੀ ਮਨ ਨੀਵਾ ਮਤ ਉੱਚੀ ਬਾਰੇ ਉਸ ਵੇਲੇ ਸੂਰਜ ਪ੍ਰਕਾਸ਼ ਕਥਨ ਆਏ ਹਨ। ਅੱਗੇ ਦੇਖੋ ਅਰਦਾਸ ਦੀਆਂ ਇਹਨਾਂ ਪੌੜੀਆਂ ਚੋਂ ਤੁਹਾਨੂੰ ਇਹਨਾਂ ਕਾਫੀ ਕਲੈਰਿਟੀ ਹੋ ਜਾਏਗੀ ਦੇਗ ਦੇਗ ਫਤਿਹ ਦੀ। ਜਿਨ੍ਹਾਂ ਹੱਟੀਆਂ ਜਪੀਆਂ, ਜਿਨ੍ਹਾਂ ਨਾਮ ਜਪਿਆ, ਨਾਮ ਜਪਿਆ ਹੀ ਨਹੀਂ, ਖਰੀ ਵੰਡ ਛਕਿਆ ਵੀ ਇਹ ਨਾਲ ਕੀਤਾ ਉਹਨਾਂ ਨੇ, ਆਪਣਾ ਹੀ ਉਧਾਰ ਨਹੀਂ ਕੀਤਾ, ਜਿਹੜੀ ਉਸ ਕਾਇਨਾਤ ਵਿੱਚ ਉਹ ਪ੍ਰਮਾਤਮਾ ਦਾ ਰੂਪ ਉਹਨਾਂ ਨੇ ਦੇਖਿਆ, ਉਹਨਾਂ ਨੇ ਉਸ ਪ੍ਰਮਾਤਮਾ ਦੇ ਰੂਪ ਨੂੰ ਦੇਖ ਕੇ ਉਹਦੀ ਸੇਵਾ ਕੀਤੀ, ਵੰਡ ਛਕਿਆ, ਦੇਗ ਚਲਾਈ, ਦੇਗਾਂ ਚਲਾਈਆਂ ਉਹਨਾਂ ਨੇ। ਤੇ ਸਿੱਖ ਜਦੋਂ ਜੰਗਲਾਂ ਵਿੱਚ ਸਨ ਤਾਂ ਵੀ ਦੇਗ ਚਲਾਈ ਹੈ, ਤਾਂ ਵੀ ਕਿਸੇ ਭੁੱਖੇ ਨੂੰ ਨਹੀਂ ਰੋਕਿਆ ਉਹਨਾਂ ਨੇ। ਤੇ ਜੇ ਅਸਾਮ ਦੇ ਜਾਂ ਨੇਪਾਲ 'ਚ ਫਲੱਡ ਆਏ ਤਾਂ ਵੀ ਦੇਗ ਚੱਲੀ ਹੈ। ਹੁਣ ਇੰਡੀਆ ਵਿੱਚ ਕੇਰਲਾ 'ਚ ਫਲੱਡ ਆਏ, ਉੱਥੇ ਵੀ ਦੇਗ ਚੱਲੀ ਹੈ। ਫਾਰਮਰ ਦੇ ਪ੍ਰੋਟੈਸਟ, ਉੱਥੇ ਵੀ ਦੇਗ ਚੱਲੀ ਹੈ। ਤੇ ਜੇ ਯੂਕੇ ਵਿੱਚ ਟਰੱਕ ਡਰਾਈਵਰ ਸਟਰਕ ਹੋ ਗਏ ਬਿਕਾਜ਼ ਆਫ ਨਵਾਂ ਵੇਰੀਐਂਟ ਆਇਆ ਕੋਵਿਡ ਦਾ, ਬੰਦ ਕਰਕੇ ਉੱਥੇ ਵੀ ਦੇਗ ਚਲਾਈ ਉਹਨਾਂ ਨੇ। ਤੇ ਸੀਰੀਆ ਵਿੱਚ ਜਦੋਂ ਪ੍ਰੋਬਲਮ, ਉੱਥੇ ਵੀ ਦੇਗ ਚੱਲੀ ਹੈ। ਦੇਗ ਤਾਂ ਹੁਣ ਵੀ ਚੱਲਦੀ ਹੈ ਨਾ, ਦੇਗ, ਉਹ ਗੱਲ ਬੰਦ ਤੇ ਨਹੀਂ ਹੋਈ ਹੈ। ਮੈਂ ਅਰਦਾਸ ਦੇ ਵਰਡ ਇਹ ਤਾਂ ਕੱਢੇ ਹੋਣੇ, ਮੈਂ ਕਿਹਾ ਕਮੈਂਟ ਤੁਹਾਨੂੰ ਕਈ ਵਾਰੀ ਬਹੁਤ ਕੁਇਕਲੀ ਪੜ ਜਾਂਦੇ ਹੋ, ਨਹੀਂ ਇਸ ਗੱਲ ਤੇ ਫੋਕਸ ਨਹੀਂ ਬੰਦਾ ਕਰ ਪਾਉਂਦਾ ਰੋਜ਼ ਜਿਹੜੀ ਅਰਦਾਸ ਕਰਦੇ ਹੋ। ਵੰਡ ਛਕਿਆ, ਦੇਗ ਚਲਾਈ, ਸਿਰਫ ਦੇਗ ਹੀ ਨਹੀਂ ਚਲਾਈ, ਜੇ ਉਹਨਾਂ ਨੇ ਦੇਖਿਆ ਕਿਤੇ ਜ਼ੁਲਮ ਹੋ ਰਿਹਾ ਤਾਂ ਤਲਵਾਰ ਵੀ ਕੱਢ, ਤੇਗ ਵਾਹੀ ਲਿਖਿਆ ਅੱਗੇ ਵਰਡ, ਤੇਗ ਕੱਢ ਲਿੱਤੀ ਉਹਨਾਂ ਨੇ ਆਪਣੇ ਆਪ ਨੇ, ਖਾਲੀ ਦੇਗ ਹੀ ਨਹੀਂ ਚਲਾਈ। ਜੇ ਦੇਖਿਆ ਮੁਸਲਮਾਨਾਂ ਤੇ ਕੋਈ ਜ਼ੁਲਮ ਹੋ ਰਿਹਾ, ਜੇ ਜ਼ੁਲਮ ਹੋ ਰਿਹਾ ਕਿਧਰੇ ਹੈ ਤਾਂ ਲੜ ਬੈਠੇ ਫਿਰੋ, ਚਾਹੇ ਉਹ ਆਪਣੇ ਨਹੀਂ ਸਨ, ਜੇ ਦੂਸਰਿਆਂ ਦੇ ਜੰਜੂ ਉਤਾਰੇ ਤਾਂ ਵੀ ਖਾਲਸਾ ਤਿਆਰ ਹੋ ਗਿਆ, ਤਾਂ ਵੀ ਤੇਗ ਵਾਹੀ ਉਹਨਾਂ ਨੇ। ਲੈਟ ਮੀ ਰੀਡ ਇਟ ਅਗੇਨ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, 40 ਮੁਕਤੀਆਂ, ਹੱਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ, ਦੇਗ ਚਲਾਈ, ਤਲਾਈ ਦੇਗ ਉਹਨਾਂ ਨੇ, ਤੇਗ ਵਾਹੀ, ਤੇ ਤੇਗ ਵਾਹਣ ਤੋਂ ਬਾਅਦ, ਦੇਗ ਚਲਾਉਣ ਤੋਂ ਬਾਅਦ ਅਸੀਂ ਮਨ ਵਿੱਚ ਤੁਹਾਡੀ ਕਿਸੇ ਦੀ ਬੁਰਾਪਨ ਨਹੀਂ ਫਸ ਲਿੱਤਾ। ਅਸੀਂ ਇਹ ਨਹੀਂ ਸੋਚਿਆ ਕਿ ਤੁਸੀਂ ਸਾਡੇ ਬੱਚਿਆਂ ਨੂੰ ਮਾਰਿਆ ਹੈ ਤੇ ਅਸੀਂ ਤੁਹਾਨੂੰ ਭੁੱਖਿਆ ਰਹਿਣ ਦੇਣਾ ਹੈ ਜਾਂ ਤੁਹਾਡੇ ਖਿਲਾਫ ਅਸੀਂ ਐਕਸ਼ਨ ਲਵਾਂਗੇ। ਅਸੀਂ ਦੇਖ ਇਤਨਾ ਕੁਝ ਹੋਣ ਤੋਂ ਬਾਅਦ ਵੀ ਖਾਲਸੇ ਨੇ ਮਾਫ ਕਰ ਦੇਣਾ ਹੈ। ਫॉरगिवनेस ਵਾਲੀ ਕੁਆਲਿਟੀ ਦੇ ਅੱਗੇ ਵਰਡ ਆਇਆ ਹੈ, ਤੇਗ ਵਾਹੀ ਤੇ ਦੇਖ ਕੇ ਹੰਡਿਟ ਕੀਤਾ। ਅਸੀਂ ਦੇਗ ਚਲਾਈ ਹੈ, ਵੰਡ ਛਕਿਆ ਹੈ, ਵੰਡ ਛਕਣ ਤੋਂ ਬਾਅਦ ਤੇਗ ਵਾਹੀ ਹੈ, ਜਿੱਥੇ ਲੋੜ ਪਈ ਅਸੀਂ ਤੇਗ ਵਾਹੀ ਹੈ। ਅਸੀਂ ਉੱਥੇ ਤੇ ਤੇਗ ਵਾਹਣ ਤੋਂ ਬਾਅਦ ਜੇ ਤੁਸੀਂ ਸਾਡੇ ਤੇ ਜ਼ੁਲਮ ਕੀਤੇ ਹਨ, ਅਸੀਂ ਇਹ ਨਹੀਂ ਕਿ ਤੇਗ ਵਾਹਣ ਤੋਂ ਬਾਅਦ ਅਸੀਂ ਕਿਹਾ ਕਿ ਅਸੀਂ ਤੁਸੀਂ ਸਾਡੇ ਨਾਲ ਦੁਸ਼ਮਣੀ ਕੀਤੀ ਹੈ, ਹੁਣ ਦੇਖੋ ਤੁਹਾਡੇ ਬੱਚਿਆਂ ਨਾਲ ਅਸੀਂ ਕੀ ਕਰਦੇ ਹਾਂ, ਤੁਸੀਂ ਸਾਡੇ ਬੱਚਿਆਂ ਦੇ ਟੋਟੇ ਕੀਤੇ ਹਨ, ਗੱਲਾਂ 'ਚ ਹਾਰ ਪਵਾਏ ਹਨ, ਦੇਖੋ ਅਸੀਂ ਵੀ ਤੁਹਾਨੂੰ ਉਹੀ ਕਰਾਂਗੇ। ਤੇ ਪਠਾਨਾਂ ਦੇ ਬੱਚਿਆਂ ਨੂੰ ਕੱਟ ਕੇ ਅਸੀਂ ਨਹੀਂ ਕੀਤਾ ਉਹ ਕੰਮ, ਅਸੀਂ ਦੇਖ ਕੇ ਅਨਡਿਟ ਕਰ ਦਿੱਤਾ। ਅਨਡਿਟ ਹੁੰਦਾ ਹੈ ਦੇਖ ਕੇ ਵੀ ਨਾ ਦੇਖਣਾ ਕਿਸੇ ਚੀਜ਼ ਨੂੰ। ਹਾਂਜੀ, ਵੰਡ ਛਕਿਆ, ਦੇਗ ਚਲਾਈ, ਤੇਗ ਵਾਹੀ, ਤੇਗ ਵੀ ਚਲਾਈ, ਅਸੀਂ ਵੇਖ ਕੇ ਅਨਡਿਟ ਕੀਤਾ,
तिन्हां प्यारियां सचियारियां दी कमाई दा ध्यान धर के खालसा साहिब बोलो जी वाहिगुरू। I don't know of any other das in any other religion though that will talk like this though. ਤੇ ਅੱਗੇ ਜਾ ਕੇ ਮਹਾਰਾਜ ਹੋਰ ਅੱਗੇ ਜਾ ਕੇ ਮੈਂ ਇਹ ਵੀ ਡਿਸਕਸ ਕਰਾਂਗਾ ਜਦ when the time comes though ਕਿ ਅੱਗੇ ਜਾ ਕੇ ਉਹਨਾਂ ਨੇ ਇਸ ਗੱਲ ਦੇ ਵਿੱਚ ਬਿਰਜ ਕੀ ਪੈਰ ਪੰਥ ਕੀ ਜੀਤ ਤੇ ਵਰਡ ਆਏ ਹਨ। let me ਤੇ ਕਿਉਂਕਿ ਖਾਲਸਾ ਜੀ ਦੀ ਅਰਦਾਸ ਹੈ, ਕਿਉਂਕਿ ਖਾਲਸਾ ਕ੍ਰੀਏਟ ਕੀਤਾ, ਪਰਮਾਤਮ ਰੂਪ ਹੈ ਨਾ, ਆਤਮ ਰੂਪ ਹੈ ਖਾਲਸਾ। ਅਕਾਲ ਪੁਰਖ ਕੀ ਫੌਜ ਵੀ ਲਿਖਿਆ ਉਹਨਾਂ ਨੇ ਨਾਲ, ਅਕਾਲ ਪੁਰਖ ਦੀ ਫੌਜ। ਅਕਾਲ ਪੁਰਖ ਨੂੰ ਫੌਜ ਤੇ ਨਹੀਂ ਚਾਹੀਦੀ ਕੋਈ, ਬਾਈ ਦਾ ਵੇ। God doesn't need an army. God ਨੂੰ ਆਰਮੀ ਦੀ ਕੀ ਲੋੜ ਪੈ ਗਈ? ਇਹ ਖਾਲਸੇ ਦੀ ਅਕਾਲ ਪੁਰਖ ਦੀ ਫੌਜ ਇਸ ਵਾਸਤੇ ਹੈ ਕਿ ਜ਼ੁਲਮ ਜਿੱਥੇ ਵੀ ਹੋਏਗਾ, ਜਿਸ ਧਰਮ ਨਾਲ ਹੋਏਗਾ, ਖਾਲਸਾ ਤਿਆਰ ਹੈ। ਖਾਲਸੇ ਨੇ ਪਰਵਾਹ ਨਹੀਂ ਕਰਨੀ ਫਿਰ ਉਸ ਵੇਲੇ, ਆਪ ਹੀ ਮਿਟਾ ਦੇਗਾ ਖਾਲਸਾ, ਲੇਕਿਨ ਖਾਲਸਾ ਅੱਗੇ ਤਿਆਰ ਹੋ ਜਾਏਗਾ। ਲੈਟ ਮੀ ਰੀਡ ਦੋਸ ਲਾਈਨਸ ਟੂ ਯੂ ਅੱਗੇ ਜਾ ਕੇ। ਪ੍ਰਥਮੇ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬਤ ਖਾਲਸਾ ਦੀ ਅਰਦਾਸ ਹੈ। ਸਰਬਤ ਖਾਲਸਾ ਜੀ ਕੋ ਸਭ ਤੋਂ ਇੰਪੋਰਟੈਂਟ ਚੀਜ਼ ਤੇ ਪ੍ਰਮਾਤਮਾ ਦਾ ਨਾਮ ਹੈ, ਉਹ ਤੇ ਪਹਿਲੇ ਆਇਆ ਨਾ, ਜਿਹੜਾ ਨਾਮ ਚੱਕਿਆ। ਇਹ ਸਾਰੀਆਂ ਗੱਲਾਂ ਉਸ ਦਿਨ ਉਸ ਸੈਰੇਮਨੀ ਚ ਹੋਈਆਂ। ਬਾਈ ਦਾ ਵੇ, the reason I'm bringing all this up though, more thoughts is believe we Guru Sahib touched these topics that day. ਖਾਲਸਾ ਜੀ ਕੋ ਵਾਹਿਗੁਰੂ 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 ਚਿਤ ਆਵੇ। ਸਭ ਤੋਂ ਇੰਪੋਰਟੈਂਟ ਤੇ ਕੰਮ ਉਹੀ ਹੈ ਜੇ ਪ੍ਰਮਾਤਮਾ ਯਾਦ ਆਵੇ ਕਿਸੇ ਨੂੰ। ਦੇਖੋ ਜੀ, ਜਿਤਨੀਆਂ ਮਰਜ਼ੀਆਂ ਮੈਂ ਗੱਲਾਂ ਕਰ ਲਵਾਂ ਤੇ ਜੇ ਪੂਰਾ ਦਿਨ ਬੀਤ ਜਾਏ ਤੇ ਪਿਆਰਾ ਯਾਦ ਹੀ ਨਾ ਆਏ ਕਿਸੇ ਨੂੰ, ਤੇ ਕੀ ਕਲਗੀਧਰ ਚਮਤਕਾਰ ਪਰੀ, ਤੇ ਕੀ ਗੁਰੂ ਨਾਨਕ ਚਮਤਕਾਰ ਪਰੀ, ਤੇ ਕੀ ਸੁਣਿਆ ਕਿਸ ਬਾਰੇ, ਕੀ ਕੀਰਤਨ ਸਿੱਖਿਆ ਉਸਨੇ, ਜੇ ਉਹ ਯਾਦ ਹੀ ਨਹੀਂ ਆਇਆ ਤੁਹਾਨੂੰ, ਜੇ ਤੁਹਾਡਾ ਪਿਆਰ ਹੀ ਨਹੀਂ ਬਣਿਆ ਉਸ ਪਾਸੇ। प्रथमे सरबत खालसा जी की अरदास है जी। सरबत खालसा जी को वाहिगुरु 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 चित आवे, चित आवन का सदका सर्ब सुख हो। सारे जे सब सुखां ਨੂੰ ਲੈਣਾ ਹੈ ਤਾਂ ਉਹਨੂੰ ਯਾਦ ਕਰਨਾ, ਕਿਉਂਕਿ ਉੱਥੋਂ ਸਭ ਸੁੱਖ ਮਿਲਦੇ ਹਨ ਸਾਰੇ ਉਸ ਪਰਮਾਤਮਾ ਨੂੰ। ਜੇ ਉੱਥੋਂ ਦੂਰ ਹੋਵੋਗੇ ਤੇ ਦੁੱਖ ਆਣਗੇ, ਉੱਥੋਂ ਦੂਰ ਹੋਵੋਗੇ ਤੇ ਕਲੇਸ਼ ਆਣਗੇ, ਉੱਥੋਂ ਦੂਰ ਹੋਵੋਗੇ ਤੇ ਡਿਪਰੈਸ਼ਨ ਆਏਗੀ। ਦੂਰ ਹੋ ਕੇ ਦੇਖੋ, ਆਪਣੇ ਆਪ ਡਿਪਰੈਸ਼ਨ ਆਏਗੀ, ਆਪਣੇ ਆਪ ਨੈਗੇਟਿਵਿਟੀ ਆਏਗੀ। ਤੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਰਚਿਆ ਰਿਆਇਤ, ਹਰ ਜਗ੍ਹਾ ਸਿੱਖ ਹੈ। ਜਿੱਥੇ ਜਿੱਥੇ ਖਾਲਸਾ ਬੈਠਾ ਹੈ ਆਪਣੇ ਰੂਪ ਵਿੱਚ, ਉਹ ਖਾਲਸਾ ਰੁਮਾਇੰਦਾ ਹੈ। ਉਹਨਾਂ ਨੇ ਕਿਹਾ ਸੀ ਨਾ ਪਹਿਲੇ ਕਿ ਮੈਂ ਇਹੋ ਜਿਹਾ ਖਾਲਸਾ ਬਣਾਵਾਂਗਾ, ਕਰੋੜਾਂ ਚੋਂ ਇੱਕ ਬੈਠਾ ਹੋਏਗਾ ਤਾਂ ਨਜ਼ਰ ਆਏਗਾ। ਹੁਣ ਵੀ ਤੁਸੀਂ ਜੋ ਬੁਰਾ ਕੰਮ ਕਰੇਗਾ ਕੋਈ, ਤੇ ਪਤਾ ਲੱਗੇ ਫਲਾਣੇ ਸਰਦਾਰ ਨੇ ਕੀਤਾ ਕੰਮ, ਤੇ ਨਾਂ ਵੀ ਉੱਚਾ ਹੁੰਦਾ ਉਹਨਾਂ ਦਾ। ਨਾਂ ਵੀ ਫਿਰ ਜੇ ਨਾਂ ਮਸ਼ਹੂਰ ਹੋ ਜਾਂਦੇ ਵੀ ਹਾਂਜੀ ਇਹ ਝੂਠ ਨਹੀਂ ਬੋਲਦੇ। ਹੁਣ ਬ੍ਰਿਟਿਸ਼ ਟਾਈਮ ਵਿੱਚ ਕਹਿੰਦੇ ਨਾ ਕਿ ਵਿਟਨੈਸ, ਅਗਰ ਇੱਕ ਸਰਦਾਰ ਵਿਟਨੈਸ ਦੇ ਦੇਵੇ ਤੇ ਉਹ 2 ਵਿਟਨੈਸ ਦੇ ਮੁਕਾਬਲਾ ਹੁੰਦਾ ਸੀ। ਤੇ ਸਰਦਾਰ ਨੇ ਕਿਸੇ ਸਿੱਖ ਨੇ ਕਹਿਤਾ ਕਿ ਇਹ ਨਹੀਂ ਹੋਇਆ ਕੰਮ, ਤੇ ਜੱਜ ਆਟੋਮੈਟਿਕਲੀ ਕਹਿੰਦੇ ਨਹੀਂ ਹੋਇਆ, ਕਿ ਇਹ ਨਹੀਂ ਹੋ ਸਕਦਾ ਕੁਝ। ਮੈਨੂੰ ਯਾਦ ਹੈ ਬਚਪਨ ਚ, ਆਈ ਐਮ ਫਰਮ ਬੰਗਾਲ, ਕੈਲਕਟਾ ਵੱਡਾ ਹੋਇਆ, 20-21 ਸਾਲ ਦੀ ਉਮਰ ਵਿੱਚ US ਆਇਆ ਮੈਂ ਤੇ ਪੜ੍ਹਨ ਵਾਸਤੇ। ਤੇ ਪਹਿਲੇ 20-21 ਸਾਲ ਕਲਕੱਤੇ ਗੁਜ਼ਰੇ ਮੇਰੇ, ਤੇ ਮੋਸਟਲੀ ਫਰੈਂਡ ਸਾਰੇ ਬੰਗਾਲੀ ਸਨ। ਮੈਨੂੰ ਯਾਦ ਹੈ ਮੇਰੇ ਫਰੈਂਡਸ ਦੀਆਂ ਮॉम्स, ਉਹ ਹੁਣ ਤੱਕ ਗੱਲਾਂ ਮੈਨੂੰ ਯਾਦ ਹਨ ਕਿ ਜੇ ਅਗਰ ਸੂਰਜ ਡੁੱਬਣ ਤੋਂ ਬਾਅਦ ਕਿਸੇ ਨੇ ਟੈਕਸੀ ਲੈਣੀ ਹੋਵੇ ਕਲਕੱਤੇ, ਅਗਰ ਰਾਤ ਹੋ ਗਈ ਹੋਵੇ, ਤੇ ਉਹ ਵੇਟ ਕਰਦੇ ਸਨ ਕਿਸੇ ਸਰਦਾਰ ਡਰਾਈਵਰ ਦੀ, ਚਾਹੇ ਉਹ 15 ਮਿੰਟ ਐਕਸਟਰਾ ਲੱਗ ਜਾਣ ਨਾ। ਉਹ ਕਹਿੰਦੇ ਟੈਕਸੀ ਵਾਲਾ ਆਏਗਾ, ਸਰਦਾਰ ਹੋਏਗਾ, ਤੇ ਫਿਰ ਬੈਠ ਜਾਣਗੇ ਨਾਲ, ਫਿਰ ਕੋਈ ਡਰ ਨਹੀਂ ਕਿਸੇ ਚੀਜ਼ ਦਾ। ਕਿਉਂ? ਇਹ ਤੁਸੀਂ ਆਪਣੀਆਂ ਬਣਾਈਆਂ ਨਾ ਚੀਜ਼ਾਂ, ਤੁਸੀਂ ਇਹ ਤੁਸੀਂ ਚੀਜ਼ਾਂ ਆਪ ਕ੍ਰੀਏਟ ਕੀਤੀਆਂ ਸਾਰੀਆਂ। ਇਹ ਹੁੰਦੀਆਂ ਉਸ ਪ੍ਰਮਾਤਮਾ ਦੇ ਹੁਕਮ ਤੋਂ ਹੁੰਦੀਆਂ। ਤੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਰਚਿਆ ਰਿਆਇਤ, ਇੱਥੇ ਹੁਣ ਦੇਖ ਦੇਖ ਫਤਿਹ ਵਰਡ ਆਏ ਹਨ ਇੱਥੇ ਅਰਦਾਸ ਵਿੱਚ। ਇੱਥੇ ਹੁਣ ਕਲੀਅਰਲੀ ਵਰਡ ਆਏ ਹਨ, ਇਹ ਐਡ ਕੀਤੇ ਗਏ ਹਨ ਵਰਡ। ਇਹ ਅਰਦਾਸ ਪੁਰਾਤਨ ਹੈ ਸਾਡੀਆਂ, ਇਹਨਾਂ ਚ ਬੜੀਆਂ ਮੀਨਿੰਗ ਹੈ ਛੁਪੇ ਹੋਏ। ਦੇਖ ਦੇਖ ਫਤਿਹ, ਦੇਖ ਦੀ ਵੀ ਫਤਿਹ ਹੈ। ਖਾਲਸੇ ਨੂੰ ਭੁੱਖੇ ਨਹੀਂ ਰੱਖਣਾ, ਕਿਉਂਕਿ ਪਹਿਲੇ ਹੀ ਕਹਿ ਰਹੇ ਹਨ ਵੰਡ ਚੱਕਿਆ, ਦੇਗ ਚਲਾਈ ਤੇਗ ਵਾਹੀ, ਤੇ ਵੇਖ ਕੇ ਦੇਖ ਕੇ ਅੰਡਿਟ ਕੀਤਾ, ਪਹਿਲੇ ਆ ਚੁੱਕੇ ਨੇ ਵਰਡ ਉਹ। ਤੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਰਚਿਆ ਰਿਆਇਤ, ਦੇਗ ਤੇਗ ਫਤਿਹ। ਤੇ ਦੇਗ ਤੇਗ ਜਿੱਥੇ ਫਤਿਹ ਹੈ, ਉੱਥੇ ਮਜ਼ਲੂਮਾਂ ਦੀ ਬਿਰਦ ਕੀ ਪਹਿਜ ਹੈ ਨਾਲ, ਬਿਰਦ ਕੀ ਪਹਿਜ ਨਾਲ ਲਿਖ ਦਿੱਤਾ ਉਹਨਾਂ ਨੇ। ਖਾਲੀ ਦੇਗ ਤੇਗ ਫਤਿਹ ਨਹੀਂ ਹੈ।
खाली तेग खालसे ने कढ़नी नहीं है, उते वर्ड क्लियर है उते बिरध की पैज। बिरध कौन है? जिहड़ा बुढ़ा, जिहड़ा कमजोर होवे, किसी किस्म तो कमजोर होवे, चाहे वो आर्थिक तौर पर कमजोर होवे, बच्चे नूं पढ़ाना होवे, चाहे बिरध की पैज किसी नूं भुखे नूं रोटी खवानी होवे, ते कोई कीर्तन दा भुखा होवे, कोई किसी नूं राग सिखणे होण, कीर्तन सिखाना होवे, उजो विच गुरु का सिख पिछे ना हटे, उसनूं भी वो पूरी विद्या देवे। किसी नूं बाणी दे मतलब ना समझ आंदी होण, कोई इंटैलेक्चुअल तौर ते भुखा होवे, हर एक दी बिरध दी पैज है। ते जे बिरध दी पैज है तां पंथ की जीत है। पंथ की जीत नहीं है बिरध की पैज तो बगैर। पहले वर्ड बिरध की पैज आए हैं, फिर पंथ की जीत आया है वर्ड। बिरध की पैज, पंथ की जीत, ते सहाई कौन होएगा? सहाई ते श्री साहिब जी सहाय है ना, और कौन सहाई होएगा? जे फिर शस्त्रां नूं नमस्कार कीता है ना, सी इत्थे शस्त्रां नूं नमस्कार कीता है इत्थे असीं, श्री साहिब जी सहाय। खालसे जी के बोल बाले हैं। कई बारी टाइम मिलिया ते अरदास ते बाकी लफ्जां ते भी अज मैं तां ये वर्ड चुने, मैं क्या, क्योंकि ये खालसा दिवस नाल संबंधित है वर्ड है वाले। उस दिन वीर जी, खालसा जेड़े, आई एम सॉरी, किसने कुछ किया है उन्हें? सॉरी टू इंटरप्ट वीर जी। हाँ जी, I'll wait. क्योंकि ये खालसा दी अरदास दी ते इवॉल्वमेंट होंदी रही है नाल नाल, बट कई बारी असीं जल्दी भी पढ़ जांदे हैं, नहीं फोकस कर पांदे इन्हां चीज़ां दे उत्ते। पर देख तेग फतेह दी कॉइनेज दी टर्म उस वेले होई ते नाल सेवा ते सिमरन दा रूप जो गुरु नानक पातशाह ने बख्शिया, जो रूप जो ਉਹ ਅੱਜ ਮਹਾਰਾਜ ਉਸ ਨੂੰ ਫਾਰਮਲਾਈਜ਼ ਕਰਦੇ ਹਨ ਦੇਖਤੇ ਗਰੁੱਪ ਵਿੱਚ, ਦੇਖਤੇ ਫਤਿਹ। ਉਹ ਸਿੱਖ ਦੀ ਫਤਿਹ ਹੈ, ਇੱਥੇ ਸਿੱਖ ਦੀ ਡੈਥ ਨਹੀਂ ਹੈ। ਤੇ ਯਾਦ ਰੱਖਣਾ ਉਸ ਵੇਲੇ ਸਿੱਖਾਂ 'ਚ ਇੱਕ ਵਰਡ ਹੁੰਦੀ ਸੀ ਕਿ ਹੁਣ ਵੀ ਪ੍ਰਾਤਨ, ਮੈਨੂੰ ਯਾਦ ਹੈ ਮਮ ਐਂਡ ਡੈਡ ਐਂਡ ਗ੍ਰੈਂਡ ਪੇਰੈਂਟਸ ਯੂਜ਼ਡ ਟੂ ਸੇ, ਕੋਈ ਸਿੱਖ ਦੀ ਕਿਸੇ ਦੀ ਫੈਮਿਲੀ ਡੈਥ ਹੋਏ ਤੇ ਕਹਿੰਦੇ ਸਨ ਜੀ ਫਲਾਣਾ ਪੂਰਾ ਹੋ ਗਿਆ ਜੀ, ਪੂਰੇ ਹੋ ਗਏ ਇਹਨੂੰ। ਅਸੀਂ ਨਹੀਂ ਕਹਿੰਦੇ ਸੀ ਮਰ ਗਏ, ਬਚਪਨ 'ਚ ਹੀ ਸੁਣਿਆ ਅਸੀਂ, ਫਲਾਣੇ ਪੂਰੇ ਹੋ ਗਏ ਹਨ। ਤੇ ਪੂਰਾ ਹੋ ਜਾਣਾ ਮਤਲਬ ਕਿ ਉਹਦੀ ਕੰਪਲੀਸ਼ਨ ਹੋ ਗਈ ਹੈ, ਉਹਦੀ ਡੈਥ ਨਹੀਂ ਹੋਈ। ਡੈਥ ਫਤਿਹ ਹੈ, ਪੂਰੇ ਹੋ ਜਾਣਾ ਫਤਿਹ। ਸੁਖਮਨੀ ਸਾਹਿਬ ਵਿੱਚ ਵੀ ਜਿਹਦੇ 24th ਅਸ਼ਟਪਦੀ ਦੀ ਜਿਹੜੀਆਂ ਸ਼ਲੋਕ ਜਿਹੜੇ ਹਨ ਉਹ ਵੀ ਪੂਰੇ ਦੇ ਉੱਤੇ ਹਨ ਸਾਰੇ, ਪੂਰਾ ਗੁਰ ਆਰਾਧਿਆ ਪੂਰਾ ਜਾ ਕਾ ਨਾਮ। ਉੱਥੇ ਵੀ ਪੂਰਨਤਾ ਆਈ ਹੈ ਸੁਖਮਨੀ ਦੀ, ਕਿਉਂਕਿ ਐਂਡਿੰਗ ਕਰਨੀ ਹੈ ਨਾ, ਕੰਕਲੂਜਨ ਦੇਣਾ ਹੈ ਸੁਖਮਨੀ ਦਾ 24th ਅਸ਼ਟਪਦੀ ਵਿੱਚ। ਸਾਰੇ ਪੂਰੇ ਕੇ ਗੁਣ ਹੈ, ਪੂਰੇ ਗੁਰ ਕਾ ਸੁਨ ਉਪਦੇਸ਼। ਹਰ ਇੱਕ ਗੱਲ ਤੇ ਪੂਰੇ ਤੇ ਫੋਕਸ ਕੀਤਾ ਉਹਨਾਂ ਨੇ, ਉੱਥੇ ਵੀ ਕੰਪਲੀਸ਼ਨ ਜੇ ਕਰਨੀ ਹੈ ਉਹਦੀ ਉਸ ਗੱਲ ਦੀ। ਇੱਥੇ ਵੀ ਪੂਰਨਤਾ ਤੇ ਗੱਲ ਹੈ, ਪੂਰੇ ਹੋ ਗਏ ਹੈ। ਤੇ ਨਿਹੰਗ ਸਿੰਘਾਂ ਦੇ ਵਿੱਚ ਜਦੋਂ ਖਾਲਸਾ, ਜਦੋਂ ਉਹ 70 ਸਾਲ ਜਦੋਂ ਜੰਗਲਾਂ ਵਿੱਚ ਰਹੇ, ਵਹੀਰਾਂ ਵਿੱਚ ਰਹੇ ਜਦੋਂ, ਤੇ ਉੱਥੇ ਵੀ ਜਦੋਂ ਕੋਈ ਡੈਥ ਕਿਸੇ ਦੀ ਹੋ ਜਾਂਦੀ ਤੇ ਕਹਿੰਦੇ ਫਲਾਣਾ ਸਿੰਘ ਚੜਾਈ ਕਰ ਗਿਆ। ਕਦੀ ਨਹੀਂ ਕਹਿੰਦੇ ਸਨ ਕਿ ਮਰ ਗਿਆ ਉਹ ਫਲਾਣਾ ਸਿੰਘ ਉਹ ਚੜਾਈ ਕਰ ਗਿਆ ਨੂੰ, ਮੈਂ ਚੜਾਈ ਬਣੇ, ਹੀ ਇਜ਼ ਗੋਨ ਟੂ ਦ ਨੈਕਸਟ ਵਰਲਡ। ਚੜਾਈ ਕਦੀ ਉਹਨਾਂ ਨੇ, ਉਸ ਵਿੱਚੋਂ ਵੀ ਪੋਜ਼ਿਟਿਵਿਟੀ ਹੈ ਉੱਥੇ। ਸੋ ਇਹ ਗੱਲ ਤੇ ਇਹਨਾਂ ਗੱਲਾਂ ਤੇ ਫੋਕਸ ਵਿਸਾਖੀ ਵਾਲੇ ਦਿਨ 'ਚ ਅਸੀਂ ਕਰਦੇ ਨਹੀਂ ਆ, ਬਟ ਇਹ ਗੱਲਾਂ ਇੰਪੋਰਟੈਂਟ ਐਂਡ ਸਮਝੀਆਂ। ਹਾਂਜੀ, I'll have Sweetie the read now in 2-3 minutes or so. Any questions though? Somebody Simini, ਤੁਸੀਂ ਕੁਐਸਚਨ ਕੁਝ ਪੁੱਛਣਾ ਚਾਹੁੰਦੇ ਸੀ, ਪਲੀਜ਼ ਪੁੱਛ ਲਓ ਜੀ ਆਪਣਾ ਕੁਐਸਚਨ। ਹਾਂਜੀ, ਥੈਂਕ ਯੂ ਵੀਰ ਜੀ। ਵੀਰ ਜੀ, ਉਹ ਜਿਹੜਾ ਅਰਦਾਸ ਵਿੱਚ ਆਂਦਾ ਹੈ ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲਣਾ ਜੀ ਵਾਹਿਗੁਰੂ, तो what is this ਕਮਾਈ, like doing the ਕਮਾਈ ਮਤਲਬ ਜਿਨ੍ਹਾਂ ਨੇ ਉਹ ਚੀਜ਼ਾਂ ਕੀਤੀਆਂ ਪੁਰਾਣੇ ਟਾਈਮ ਵਿੱਚ, ਵਰਡ ਕਮਾਈ ਕਹਿੰਦੇ ਸਨ। ਤੁਹਾਡੀ ਕਿਹੜੀ ਕਮਾਈ ਹੈ? ਮਤਲਬ ਇੱਥੇ ਕਮਾਈ ਮਤਲਬ ਨਾਟ ਫਿਜ਼ੀਕਲ ਮਟੀਰੀਅਲ ਵੈਲਥ ਦੀ ਕਮਾਈ ਦੇ ਬਾਰੇ ਗੱਲ ਨਹੀਂ ਕਰਦੇ। ਭਗਤੀ ਦੀ ਕਮਾਈ, ਸੇਵਾ ਦੀ ਕਮਾਈ, ਤੇਗ ਵਾਹਣ ਦੀ, ਦੇਗ ਚਲਾਣ ਦੀ, ਦੇਗ ਚਲਾਣ ਦੀ, ਤੇਗ ਵਾਹਣ ਦੀ ਕਮਾਈ, ਜਿਨ੍ਹਾਂ ਨੇ ਉਹ ਕਮਾਈ ਕੀਤੀ, ਜਿਨ੍ਹਾਂ ਨੇ ਨਾਮ ਜਪਣ ਦੀ ਕਮਾਈ ਕੀਤੀ, ਉਹ ਜਿਨ੍ਹਾਂ ਮਾਈ ਭਾਈ ਨੇ ਉਹ ਕਮਾਈ ਕੀਤੀ, ਉਹਨਾਂ ਮਾਈਆਂ ਭਾਈਆਂ ਨੂੰ ਯਾਦ ਕਰਦੇ ਹਾਂ ਅਰਦਾਸ ਵਿੱਚ। ਹਾਂਜੀ, ਥੈਂਕ ਯੂ ਵੀਰ ਜੀ। ਨੋ ਪ੍ਰੋਬਲਮ ਵੀਰ ਜੀ, ਬੋਲ ਸਕਦਾ ਮੈਂ? ਬਿਲਕੁਲ ਵੀਰ ਜੀ, ਕਮਾਲ ਹੈ। ਹਾਂਜੀ, ਜਿਹੜੀ ਤਰਤੀਬ ਦੱਸੀ ਹੈ ਉਹ ਇਸ ਤਰ੍ਹਾਂ ਕਿ ਲਾਹੌਰ ਤੋਂ ਦਇਆ, ਦਿੱਲੀ ਤੋਂ ਧਰਮ, ਜਗਨਨਾਥ ਤੋਂ ਹਿੰਮਤ, ਦੁਆਰਕਾ ਤੋਂ
ਮੋਹਕਮ ਜਾਂ ਦ੍ਰਿੜਤਾ ਤੇ ਬਿਦਰ ਤੋਂ ਸਾਹਿਬ ਉਪਜਾ ਕੇ ਸਰਦਾਰੀ ਜਾਂ ਸਾਹਿਬੀ ਖਾਲਸੇ ਨੂੰ ਬਖਸ਼ੀ। ਸੋ ਸਾਹਿਬ ਜੀ ਅਖੀਰ ਤੇ ਆਉਂਦੇ ਨੇ ਔਰ ਜਗਨਨਾਥ ਉਹ ਜਿਹੜੀ ਮੂਰਤੀ ਹੈ ਉਹਦੀਆਂ ਬਾਹਾਂ ਨਹੀਂ ਹੈ, ਕੋਈ ਉਹਦੇ ਵਿੱਚ ਹਿੰਮਤ ਹੀ ਨਹੀਂ ਹੈ। ਸੋ ਗੁਰੂ ਜੀ ਨੇ ਉੱਥੋਂ ਹਿੰਮਤ, ਇਹ ਸਾਈਕੋਲੋਜੀਕਲੀ ਸਾਰੇ ਨਾਮ ਨੇ। ਹੁਣ ਕਈ ਆਥਰਸ ਨੇ ਵੀਰ ਜੀ, ਕਈ ਆਥਰਸ ਨੇ ਜਿਹੜੇ ਜਗ੍ਹਾ ਦੇ ਨਾਮ ਜਿਹੜੇ ਤੁਸੀਂ ਲਿੱਤੇ ਹਨ ਉਹਨਾਂ ਤੋਂ ਮੁਨੱਕਰ ਐਂਡ ਦੇਰ ਟੂ ਸਕੂਲਸ ਆਫ ਥਾਟ। ਮੈਂ ਉਸ ਚੱਕਰਾਂ ਜਾਣਾ ਨਹੀਂ ਚਾਹੁੰਦਾ ਸੀ, ਮੈਂ ਉਹ ਕਿੱਥੋਂ ਆਏ ਹਨ ਮੇਰੇ ਵਾਸਤੇ ਦੈਟਸ ਨਾਟ ਦੈਟ ਇੰਪੋਰਟੈਂਟ। ਕਈ ਆਥਰਸ ਨੇ ਬਿਲੀਵ ਕੀਤਾ ਕਿਉਂਕਿ 2-3 ਸਕੂਲ ਆਫ ਥਾਟ, ਡਿਫਰੈਂਟ ਸਕੂਲ ਆਫ ਥਾਟ, ਐਂਡ ਕਈ ਆਥਰ ਬਿਲੀਵ ਕਰਦੇ ਕਿ ਪੰਜਾਬ ਵਿੱਚੋਂ ਹੀ ਸਨ ਜਿਹੜੇ ਉੱਠੇ ਹਨ, ਜਿਹੜੇ ਬਾਹਰੋਂ ਨਹੀਂ ਸੀ ਕੋਈ। ਕਈ ਆਥਰ ਬਿਲੀਵ ਕਰਦੇ ਨਹੀਂ ਬਾਹਰੋਂ ਆਏ ਸਨ। ਡਜ਼ਨਟ ਮੈਟਰ ਕਿੱਥੋਂ ਆਏ ਸਨ, ਨਾਮ ਜਿਹੜੇ ਹਨ ਕਈਆਂ ਨੇ ਜੋੜੇ ਹਨ ਨਾਮ ਉਸ ਤਰ੍ਹਾਂ ਕਰਕੇ, ਠੀਕ ਹੈ ਜੋੜ ਲਓ, ਜੋੜ ਵੀ ਸਕਦੇ ਹੋ, ਨਹੀਂ ਵੀ ਜੋੜਨਗੇ ਕਈ ਵਾਰੀ ਨਾ, ਕਈ ਵਾਰੀ ਅਸੀਂ sometimes we forcibly try to do something and put it together, you know, both ਲੋਗ ਨਹੀਂ ਮੰਨਦੇ, ਬਹੁਤ ਲੋਗ ਮੰਨਦੇ, and that's why I didn't want to focus on that part. The important part on this day was, are you guys ready to get rid of the yoke ਜਿਹੜਾ ਤੁਹਾਡੇ ਫੁੱਲਾਂ ਵਿੱਚ, ਜਿਹੜੇ ਤੁਹਾਡੀ ਗੁਲਾਮੀ ਦੀਆਂ ਬੇੜੀਆਂ ਤੋਂ ਤੁਸੀਂ ਬਾਹਰ ਆਣਾ ਚਾਹੁੰਦੇ ਹੋ ਕਿ ਨਹੀਂ ਚਾਹੁੰਦੇ? That was the important part on that day, that what happened though. ਉਹ ਜਿਹੜੀ ਗੱਲ ਜਿਹੜੀ ਹੈ ਮਹਾਰਾਜ ਨੇ ਇੱਥੇ ਕੀਤੀ ਜਿਹੜੀ ਗੱਲ, ਤੇ ਉਸ ਤੋਂ ਬਾਅਦ ਵੀ ਆਲ ਨੋ ਮਹਾਰਾਜ ਨੇ ਫਿਰ ਅੰਮ੍ਰਿਤ ਦਾ ਬਾਟਾ ਤਿਆਰ ਕੀਤਾ, ਸਵੱਛ ਪਾਣੀ ਸਤਲੁਜ ਦੇ ਲੈ ਕੇ ਆਏ, ਕਈਆਂ ਸਤਲੁਜ ਤੇ ਲਿਖਿਆ ਹੋਇਆ ਹੈ, ਤੇ ਉੱਥੇ ਜਾ ਕੇ ਫਿਰ ਮਾਤਾ ਜੀ ਨੇ ਪਤਾਸੇ ਪਾਏ ਅੰਦਰ, ਤੇ ਉੱਥੇ ਫਿਰ ਦੱਸਿਆ ਕਿ ਪਤਾਸੇ ਪਾ ਕੇ ਫਿਰ ਤੇ ਮਹਾਰਾਜ ਨੇ ਕਿਹਾ ਕਿ ਅਸੀਂ ਬੀਰ ਰਸ ਜੋੜਿਆ ਹੈ, ਇਹਦੇ ਵਿੱਚ ਅਸੀਂ ਬੀਰ ਰਸ ਪਾਇਆ ਹੈ ਤੇ ਤੁਸੀਂ ਪ੍ਰੇਮ ਰਸ ਵੀ ਪਾ ਦਿੱਤਾ ਨਾਲ, ਠੀਕ ਹੈ। ਵੀਰ ਰਸ ਦੇ ਨਾਲ ਪ੍ਰੇਮ ਰਸ, ਭਗਤੀ ਤੇ ਸ਼ਕਤੀ ਦਾ ਰੂਪ ਦੋਨੋਂ ਬਣ ਗਏ ਹਨ। ਕਲਗੀਧਰ ਚਮਤਕਾਰ ਵਿੱਚ ਭਾਈ ਸਾਹਿਬ ਨੇ ਬਹੁਤ ਖੂਬਸੂਰਤ ਇਹਨਾਂ ਗੱਲਾਂ ਨੂੰ ਸਮਝਾਇਆ ਹੈ। ਤੇ ਅੰਮ੍ਰਿਤ ਦੀ ਦਾਤ ਬਾਟਾ ਤਿਆਰ ਕਰਕੇ ਛਕਾਈ ਹੈ ਪੰਜਾਂ ਨੂੰ, ਤੇ ਉਹਦੇ ਉੱਤੇ ਛਕਾਉਣ ਤੋਂ ਬਾਅਦ ਜਿਹੜਾ ਉਪਦੇਸ਼ ਦਿੱਤਾ ਮਹਾਰਾਜ ਨੇ, ਉਹ ਭਾਈ ਸਾਹਿਬ ਭਾਈ ਵੀਰ ਸਿੰਘਾਂ ਦੇ ਤੁਸੀਂ ਮੂੰਹੋਂ ਸੁਣੋ। ਸਵੀਟੀ ਦੀਦੀ ਦੀ she will share that with you। ਜਿਨ੍ਹਾਂ ਨੇ ਕਲਗੀਧਰ ਚਮਤਕਾਰ ਜਿਨ੍ਹਾਂ ਕੋਲ ਹੈ ਬੁੱਕ, ਉਹ ਫੋਲੋ ਕਰ ਸਕਦੇ ਹਨ। ਪੇਜ ਨੰਬਰ ਤੁਸੀਂ ਘਰ ਜਾ ਕੇ ਆਪ ਪੜ੍ਹ ਸਕਦੇ ਹੋ, ਪੇਜ ਨੰਬਰ 228 ਤੇ ਰਾਈਟ ਸਾਈਡ ਤੇ ਜਿਹੜਾ 3rd ਕੀ 4th ਪੈਰਾਗ੍ਰਾਫ ਹੈ, ਉੱਥੋਂ ਸਵੀਟੀ ਦੀਦੀ will start reading now। ਹੁਣ ਬੀਰ ਰਸ ਤੇ ਸ਼ਾਂਤ ਰਸ, and she will read it slowly ਪੜ੍ਹਨਾ ਦੀਦੀ ਤੁਸੀਂ, ਤੇ and then once we read it the whole thing, then I will go through it again and make sure that everybody understands it, you know. I cannot explain the way it's done here. It's he has done a job, nobody else can do it this way, so let Bhai Sahab explain us din ki hoya hai। And I like Sweetie, main apne aap nu mute kar raha hu। ਹੁਣ ਬੀਰ ਰਸ ਤੇ ਸ਼ਾਂਤ ਰਸ ਇਕੱਠੇ ਕਰਕੇ ਪ੍ਰਵੇਸ਼ ਕਰਨ ਲੱਗੇ ਹਨ ਪੰਥ ਵਿੱਚ। ਬਾਣੀਆਂ ਪੜ੍ਹ ਕੇ ਆਪ ਖੜੇ ਹੋ ਗਏ। ਕੱਲ ਦੇ ਤਲਵਾਰ ਦੀ ਤਾਰ ਅੱਗੇ ਮਰਨੇ ਲਈ ਨਿਵੇਂ ਆਪਾ ਵਾਰੂਆਂ ਦੇ ਸਨਮੁਖ ਖੜੋ ਕੇ ਇੱਕ ਤੋਂ ਮੂਲ ਮੰਤਰ ਦਾ ਪਾਠ ਕਰਵਾਇਆ 5 ਵੇਰ। ਪਹਿਲਾਂ ਉਹ ਜੋ ਬਾਟੇ ਵਿੱਚ ਤਿਆਰ ਹੋਇਆ ਸੀ, ਮਰਿਆਂ ਨੂੰ ਅਮਰ ਕਰਨੇ ਵਾਲਾ ਅੰਮ੍ਰਿਤ, ਸਤਿਗੁਰ ਨੇ ਬਾਟੇ ਵਿੱਚੋਂ ਲਿਆ, ਛੱਟੇ ਮਾਰੇ 5 ਵੇਰ ਨੈਣਾ ਵਿੱਚ, ਤੇ ਗੱਜ ਕੇ ਬੁਲਵਾਇਆ ਨਵਾਂ ਬੋਲਾ, ਜੋ ਆਪ ਹੀ ਪਹਿਲੀ ਵੇਰ ਸਤਿਗੁਰ ਦੇ ਮੁਖਾਰ ਬਿੰਦ ਤੋਂ ਰੂਪਧਾਰੀ ਹੋਇਆ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। 5 ਵੇਰ ਅੰਮ੍ਰਿਤ ਦੇ ਚੁੱਲ੍ਹੇ ਛਕਾਏ, ਫੇਰ ਨੇਤਰਾਂ ਪਰ 5 ਛੱਟੇ ਲਾਏ, 5 ਵੇਰ ਕੇਸਾਂ ਵਿੱਚ 10ਮ ਦੁਆਰ ਦੇ ਟਿਕਾਣੇ ਪਾ ਕੇ ਇਸੇ ਅੰਮ੍ਰਿਤ ਦੇ ਚੁੱਲ੍ਹੇ ਦੇ ਕੇ ਹਰ ਵੇਰ ਇਹੋ ਜੈਕਾਰਾ ਗਜਵਾਇਆ। ਇਉਂ 5 ਨੂੰ ਅੰਮ੍ਰਿਤ ਛਕਾਇਆ। ਫੇਰ ਹੁਕਮ ਦਿੱਤਾ, ਅਕਾਲ ਪੁਰਖ ਵਾਹਿਗੁਰੂ ਦਾ ਅੰਮ੍ਰਿਤ ਤੁਸਾਂ ਛਕਿਆ ਹੈ, ਉਸ ਦੇ ਨਾਮ ਦੀ ਦਾਤ ਦਾਨ ਹੋਈ ਹੈ। ਨਾਮ ਜਪਣਾ ਸਿਮਰਨਾ ਹੈ ਵਾਹਿਗੁਰੂ। ਵਾਹਿਗੁਰੂ ਦਾ ਸਰੂਪ ਤੁਸਾਂ ਮੂਲ ਮੰਤਰ ਵਿੱਚ ਸੁਣਿਆ ਹੈ, ਸਮਝਿਆ ਹੈ। ਇਸ ਰੂਪ ਵਾਲਾ ਨਾਮੀ ਹੈ ਵਾਹਿਗੁਰੂ, ਜਿਸ ਉੱਤੇ ਸਿਦਕ ਰਹੇ ਕਾਇਮ ਤੁਸਾਂ ਦਾ ਸਦਾ ਸਦਾ। ਤੁਸਾਂ ਨੂੰ ਖਾਲਸਾ ਸਾਜਿਆ ਹੈ ਉਸ ਵਾਹਿਗੁਰੂ ਦਾ। ਤੁਸੀਂ ਹੁਣ ਖਾਲਸਾ ਹੋ, ਤੁਸੀਂ ਵਾਹਿਗੁਰੂ ਦੇ ਹੋ। ਫਤਿਹ ਸਦਾ ਵਾਹਿਗੁਰੂ ਦੀ ਹੈ, ਜੋ ਉਸਦਾ ਹੈ ਤੁਸਾਡਾ ਹੈ, ਇਉਂ ਤੁਹਾਡੀ ਫਤਿਹ ਹੈ।
ਉਸ ਵਾਹਿਗੁਰੂ ਦੀ ਸਿਫਤ ਸਲਾਹ, ਗੁਣ ਕੀਰਤੀ, ਵਡਿਆਈ, ਵਿਚਾਰ ਵਿਚਾਰ ਕੇ ਉਸ ਨਾਲ ਮਿਲੇ ਰਹੋ। ਅੰਮ੍ਰਿਤ ਵੇਲਾ ਸਚ ਨਾਉ ਵਡਿਆਈ ਵਿਚਾਰ। ਇਹ ਗੱਲ ਬਾਣੀ ਨਾਲ ਹੋਣੀ ਹੈ, ਸੋ ਬਾਣੀ ਨਿਤ ਨੇਮ ਪੜ੍ਹਨੀ ਹੈ। ਗੁਰਬਾਣੀ ਤੋਂ ਅਵੇਸਲੇ ਨਹੀਂ ਹੋਣਾ। ਬਾਣੀ ਪੜ੍ਹਨੀ, ਕੀਰਤਨ ਸੁਣਨਾ, ਕਰਨਾ, ਬਾਣੀ ਵਿਚਾਰਨੀ, ਅਮਲ ਕਰਨਾ, ਨਿਤਨੇਮ ਨਹੀਂ ਕੁਸਾਉਣਾ। ਨਾਮ ਬਾਣੀ ਦੀ ਟੇਕ ਤਾਰ ਕੇ ਰਹਿਤ ਤਾਰੋ। ਦਾਤੇ ਨੇ ਫੇਰ ਰਹਿਤ ਦਾ ਉਪਦੇਸ਼ ਦਿੱਤਾ, ਫੇਰ ਤਾਕੀਦ ਕੀਤੀ ਕਿ ਕੇਸਾ ਤਾਰੀ ਰਹਿਣਾ ਹੈ। ਐਸੇ ਤੋਂ ਉਸ ਥਾਨ ਦਾ ਨਾਮ ਕੇਸਗੜ੍ਹ ਹੋਇਆ, ਜਿੱਥੇ ਕਿ ਅੱਜ ਦਾਤੇ ਕੇਸਾ ਤਾਰੀ ਪੰਥ ਰਚਿਆ। ਫਿਰ ਮਸੰਦਾਂ, ਮੀਣੀਆਂ, ਧੀਰ ਮੱਲੀਆਂ ਆਦ ਨਾਲ ਵਰਤਣੋਂ ਵਰਜਿਆ। ਆਪਸ ਦਾ ਪ੍ਰੇਮ ਉਪਦੇਸਿਆ। ਅੱਜ ਤੋਂ ਵਾਸੀ ਅਨੰਦਪੁਰ, ਪਿਤਾ ਗੁਰੂ ਗੋਬਿੰਦ ਸਿੰਘ ਜੀ ਤੇ ਨਾਮ ਸਿੰਘ ਰੱਖਣ ਦਾ ਹੁਕਮ ਕੀਤਾ। ਸਿੰਘ ਸਿੰਘ ਦਾ ਭਰਾ। ਫੇਰ ਪੰਥ ਸੇਵਾ ਤੇ ਸੇਵਾ ਵਿੱਚ ਆਪਾ ਵਾਰਨ ਦਾ ਉਪਦੇਸ਼ ਦਿੱਤਾ। ਤੁਸੀਂ ਪੰਜੇ ਇੱਕ ਪੰਥ ਹੋਏ ਹੋ। ਤੁਸਾਂ ਪੰਜਾਂ ਦੇ ਸਮੂਹ ਵਿੱਚ ਮੈਂ ਆਪਣੀ ਜੋਤ ਤਰੀ ਹੈ। ਸੋ ਇਹ ਪੈਰਾਗ੍ਰਾਫ ਜਿਹੜੀ ਸਵੀਟੀ ਦੀਦੀ ਨੇ ਹੁਣੇ ਪੜ੍ਹਿਆ, ਇਹ ਪੇਜ ਨੰਬਰ 228 ਤੇ ਪੇਜ ਨੰਬਰ 229 ਤੇ ਹੈ ਕਲਗੀਧਰ ਚਮਤਕਾਰ ਦੇ ਵੋਲਿਊਮ 1 ਵਿੱਚ। ਤੇ ਬਹੁਤ ਲੰਬਾ ਚੈਪਟਰ ਭਾਈ ਸਾਹਿਬ ਨੇ ਲਿਖਿਆ ਔਰ ਬਹੁਤ ਡੈਪਥ ਵਿੱਚ ਇਸ ਸੈਰੇਮਨੀ ਨੂੰ ਡਿਸਕ੍ਰਾਈਬ ਕੀਤਾ। ਆਈ ਡੋਂਟ ਹੈਵ ਟਾਈਮ, ਡਜ਼ਨਟ ਅਲਾਉ ਮੀ ਟੂ ਰੀਡ ਦਾ ਹੋਲ ਥਿੰਗ, ਯੂ ਨੋ। ਜਿਹੜੇ ਕਲਗੀਧਰ ਚਮਤਕਾਰ ਦੀ ਕਲਾਸ ਵਿੱਚ ਜਿਹੜੇ ਅਟੈਂਡ ਕਰਦੇ ਹਨ, ਵੀ ਵਿਲ ਗੋ ਥਰੂ ਦੈਟ when that chapter comes though। ਪਰ ਇੱਥੇ let me tell you ਕਿ ਇੱਥੇ ਜਿਹੜੀ ਮੇਨ ਜਿਹੜੀਆਂ ਚੀਜ਼ਾਂ ਤੇ ਫੋਕਸ ਆਇਆ ਹੈ, ਇੱਕ ਤੇ ਉਹ ਕਿ ਅੰਮ੍ਰਿਤ ਦਾ ਬਾਟਾ ਵਿੱਚ ਪਤਾਸੇ ਤੇ ਅੰਮ੍ਰਿਤ ਜਦੋਂ ਵੀਰ ਰਸ ਤੇ ਸ਼ਾਂਤ ਰਸ ਨੂੰ ਦੋਨਾਂ ਨੂੰ ਇਕੱਠਿਆਂ ਕਰਕੇ ਉਹਨਾਂ ਨੇ ਅੰਮ੍ਰਿਤ ਛਕਾਇਆ ਤੇ ਜਦੋਂ ਛਿੱਟੇ ਮਾਰ ਕੇ ਅੱਖਾਂ ਵਿੱਚ ਵਰਜੀ ਖਾਲਸਾ ਵਰਜੀ ਕੀ ਫਤਿਹ ਬੁਲਵਾ ਕੇ ਫਿਰ ਕੇਸਾਂ ਵਿੱਚ ਹੀ ਰੱਖਿਆ। ਇੱਥੇ ਰਹਿਤ ਦੀ ਗੱਲ ਆਈ ਹੈ, ਰਹਿਤ ਬਾਰੇ ਵੀ ਗੱਲ ਆਈ ਹੈ, ਕੇਸਾਂ ਬਾਰੇ ਵੀ ਗੱਲ ਆਈ ਹੈ, ਭਾਈ ਸਾਹਿਬ ਨੇ ਵੀ ਇੱਥੇ ਕੀਤੀ ਹੈ। ਤੇ ਰਹਿਤਾਂ ਵਿੱਚੋਂ ਜਿਹੜੀਆਂ 5 ਰਹਿਤ ਤੇ ਕੁਰੈਤਾਂ ਦੀ ਗੱਲ ਜਿਹੜੀ ਕੀਤੀ ਉਹਨਾਂ ਨੇ, ਮੈਂ ਆਈ ਥਿੰਕ ਇੱਕ ਲਾਸਟ ਈਅਰ ਵੀ ਮੈਂ ਜਦੋਂ ਅਪ੍ਰੈਲ ਚ ਜਦੋਂ ਇੱਕ ਵਾਰੀ ਵਿਸਾਖੀ ਤੇ ਬੋਲਿਆ ਸੀ, ਮੈਂ ਆਈ ਡੋਨਟ ਨੋ ਜ਼ੂਮ ਜਿਹੜਾ ਆਈ ਡਿਡ ਐਟ KCF, ਆਈ ਡੋਨਟ ਰਿਮੈਂਬਰ। ਤੇ ਇੱਕ ਗੱਲ ਮੈਂ ਕਹਿ ਦਿਆਂ ਕਿ ਜਦੋਂ ਇਹ ਸੈਰੇਮਨੀ ਪੂਰੀ ਖਤਮ ਹੋਈ, ਉਸ ਵੇਲੇ ਲੋਕਾਂ ਕੋਲ ਪੈਨਸਿਲ ਕਾਪੀਜ਼ ਨਹੀਂ ਹੁੰਦੀਆਂ ਸਨ ਕਿ ਬੰਦਾ ਲਿਖ ਲਵੇ ਚੀਜ਼ਾਂ ਕੀ ਮਹਾਰਾਜ ਕਹਿੰਦੇ ਪਏ ਹਨ। ਬੜੇ ਲੋਕਾਂ ਨੂੰ ਕਨਫਿਊਜ਼ਨ ਹੋ ਗਈ ਬੜੀ ਉੱਥੇ। ਤੇ ਉੱਥੇ ਫਿਰ ਆਈ ਥਿੰਕ ਕਮਲ ਔਰ ਸਮਬਡੀ ਐਲਸ ਹੈਡ ਪੁੱਟ ਅਪ ਦੀ ਇੱਕ ਕਾਬੁਲ ਦੇ ਨਾਂ ਦੇ ਸੰਗਤ ਦੇ ਜਿਹੜਾ ਹੁਕਮਨਾਮਾ ਜਿਹੜਾ ਉਹ ਫੇਮਸ ਹੈ, ਉਹਦੀ PDF ਕਾਪੀਜ਼ ਅਵੇਲੇਬਲ ਹਨ, ਯੂ ਕੈਨ ਰੀਡ ਇਟ, ਯੂ ਨੋ। ਉੱਥੇ ਫਿਰ ਕਈ ਸੰਗਤਾਂ ਨੇ ਵੀ ਵਾਪਸ ਆਏ ਔਰ ਆਪਣੇ ਘਰ ਗਏ, ਘਰ ਜਾ ਕੇ ਦੱਸਿਆ ਵੀ ਲੋਕ ਮਹਾਰਾਜ ਨੇ ਇਹ ਕਿਹਾ ਹੈ। ਕਈਆਂ ਨੇ ਬਲੀਵ ਨਹੀਂ ਕੀਤਾ, ਕਈਆਂ ਨੇ ਕਿਹਾ ਇਹ ਨਹੀਂ ਗੱਲ ਇਹ ਹੋਈ ਕਿ ਡਿਫਰੈਂਟ ਵਰਜ਼ਨ ਬਣ ਗਏ, ਨਹੀਂ ਇਹ ਨਹੀਂ ਇਹ ਸੁਣਿਆ ਸੀ, ਇਹ ਨਹੀਂ ਇਹ ਸੁਣਿਆ ਸੀ। ਸੋ ਉੱਥੇ ਆ ਕੇ ਫਿਰ ਉਹਨਾਂ ਨੇ ਫਾਰਮਲਾਈਜ਼ ਕਰਕੇ ਉਸ ਨੂੰ ਆਈ ਥਿੰਕ ਉਹਦੀ PDF ਕਾਪੀ ਆਲਰੇਡੀ ਪਾਈ ਹੋਈ ਹੈ ਉਹਦੇ ਵਿੱਚ। ਅਸੀਂ ਵੀ ਆਲਰੇਡੀ ਪੁੱਟ ਦੈਟ ਇਨ ਦਾ, ਇਫ ਯੂ ਗੋ ਬੈਕ ਲਾਈਕ 7-8 months ਤੁਸੀਂ ਮਿਲ ਜਾਏਗੀ ਤੁਹਾਨੂੰ। ਨਹੀਂ ਹੈ ਤੇ ਮੈਂ ਆਈ'll have somebody else put it again, you know, you can read it again, you know। ਤੇ ਇਹ ਅੰਮ੍ਰਿਤ ਦੇ ਬਾਟੇ ਤਿਆਰ ਜਦੋਂ ਹੋ ਗਿਆ, ਅੰਮ੍ਰਿਤ ਦਾ ਬਾਟਾ ਜਦੋਂ ਅੰਮ੍ਰਿਤ ਦੇ ਬਾਟਾ ਤਿਆਰ ਹੋ ਕੇ ਪੰਜਾਂ ਨੂੰ ਅੰਮ੍ਰਿਤ ਛਕਾਇਆ, ਤੇ ਅੰਮ੍ਰਿਤ ਛਕਾਉਣ ਤੋਂ ਬਾਅਦ ਜਦੋਂ ਉਹਨੂੰ ਕਿਹਾ ਕਿ ਤੁਸੀਂ ਹੁਣ ਵੰਡ ਰਹਿਤ ਹੋ ਗਏ ਹੋ, ਤੁਸੀਂ ਹੁਣ ਮੇਰਾ ਰੂਪ ਹੋ, ਤੁਹਾਡੇ ਕੋਈ ਚਿੰਨ੍ਹ ਨਹੀਂ ਹੈ, ਤੁਹਾਡੇ ਕੋਈ ਜਾਤ ਨਹੀਂ ਹੈ, ਪਾਤ ਨਹੀਂ ਹੈ, ਤੁਸੀਂ ਪ੍ਰਮਾਤਮਾ ਦੇ ਹੋ ਆਪ, ਤੁਸੀਂ ਸਭ ਤੋਂ ਉੱਚੇ ਉੱਠ ਗਏ ਹੋ ਹੁਣ, ਤੇ ਤੁਹਾਡਾ ਧਰਮ ਹੈ ਹੁਣ ਦੇਗ ਫਤਿਹ ਦਾ। ਦੇਗ ਤੁਸੀਂ ਚਲਾਣੀ ਹੈ, ਤੇਗ ਤੁਸੀਂ ਵਾਣੀ ਹੈ। ਤੁਸੀਂ ਜੇ ਕੋਈ ਜ਼ੁਲਮ ਹੋਏਗਾ ਤੇ ਜ਼ੁਲਮ ਦੇ ਖਿਲਾਫ ਤੁਸੀਂ ਆਪਾ ਵਾਰ ਦੇਣਾ ਹੈ ਤੁਹਾਡਾ। ਤੇ ਇਹ ਉਪਦੇਸ਼, let me just read few lines again what Sweetie Didi has already read though, ਕਿ ਇਉਂ ਪੰਜਾਂ ਨੇ, let me read this line, ਇਉਂ ਪੰਜਾਂ ਨੂੰ ਅੰਮ੍ਰਿਤ ਛਕਾਇਆ, ਫਿਰ ਹੁਕਮ ਦਿੱਤਾ, ਅਕਾਲ ਪੁਰਖ ਵਾਹਿਗੁਰੂ ਦਾ ਅੰਮ੍ਰਿਤ ਤੁਸਾਂ ਛਕਿਆ ਹੈ, ਉਸ ਦੇ ਨਾਮ ਦੀ ਦਾਤ ਦਾਨ ਹੋਈ ਹੈ, ਨਾਮ ਜਪਣਾ ਸਿਮਰਨਾ ਹੈ। ਵਾਹਿਗੁਰੂ ਦਾ ਸਰੂਪ ਤੁਸਾਂ ਮੂਲ ਮੰਤਰ ਵਿੱਚ ਸੁਣਿਆ ਹੈ, ਸਮਝਿਆ ਹੈ। ਇਸ ਰੂਪ ਵਾਲਾ ਨਾਮੀ ਹੈ ਵਾਹਿਗੁਰੂ, ਜਿਸ ਉੱਤੇ ਸਿਦਕ ਰਹੇ ਕਾਇਮ ਤੁਸਾਂ ਦਾ ਸਦਾ ਸਦਾ। ਤੁਸਾਂ ਨੂੰ ਖਾਲਸਾ ਸਾਜਿਆ ਹੈ ਉਸ ਵਾਹਿਗੁਰੂ ਦਾ, ਪਿਓਰਿਟੀ ਹੈ ਤੁਹਾਡੇ ਅੰਦਰ। ਤੁਸੀਂ ਹੁਣ ਖਾਲਸਾ ਹੋ, ਤੁਸੀਂ ਵਾਹਿਗੁਰੂ ਦੇ ਹੋ, ਤੁਸੀਂ ਹੁਣ ਆਪਣੇ ਦੇ ਨਹੀਂ ਹੋ, ਤੁਸੀਂ ਗॉड, ਤੁਸੀਂ ਪ੍ਰਮਾਤਮਾ ਦੇ ਹੋ, ਕਿਸੇ ਧਰਮ ਦੇ ਨਹੀਂ ਹੋ, ਤੁਸੀਂ ਖਾਲਸੇ ਦੇ ਹੋ ਹੁਣ।
ਜਿੱਥੇ ਤੁਸੀਂ ਖਾਲਸਾ, ਤਾਂ ਹੀ ਇੱਕ ਬੜਾ ਵੱਡਾ ਹੁਕਮ ਹੈ ਖਾਲਸੇ ਨੂੰ ਸੇਵਾ ਦਾ ਕਿ ਤੁਸੀਂ ਕਿਸ ਦਾ ਰੂਪ ਰੰਗ ਨਹੀਂ ਦੇਖਣਾ। ਤੁਸੀਂ ਕਿਸੇ ਨੂੰ ਇਹ ਨਹੀਂ ਦੇਖਣਾ ਕਿ ਕੌਣ ਕਿਸੇ ਵਾਈਟ ਯੈਲੋ ਕਿਹੜੇ ਕਲਰ ਦਾ ਹੈ ਜਾਂ ਕੌਣ ਕੀ ਕਰ ਰਿਹਾ ਹੈ। ਜਿਸ ਨੂੰ ਲੋੜ ਹੈ ਉਸ ਨੂੰ ਦਿਓ, ਚਾਹੇ ਤੁਹਾਡਾ ਦੁਸ਼ਮਣ ਵੀ ਹੋਵੇ ਤਾਂ ਵੀ ਦਿਓ, ਉਸ ਤਾਂ ਵੀ ਪ੍ਰਵਾਹ ਨਹੀਂ ਕਰਨੀ ਤੁਸੀਂ। ਤੇ ਭਾਈ ਕਨ੍ਹਈਆ ਦੀ ਸਾਖੀ ਵਿੱਚੋਂ ਉਹ ਵੀ ਕਲੈਰਿਟੀ ਮਿਲ ਜਾਂਦੀ ਹੈ, ਉਹਨਾਂ ਨੂੰ ਨਜ਼ਰ ਦੂਸਰਾ ਰੂਪ ਨਹੀਂ ਆਇਆ ਉਹਦੇ ਵਿੱਚੋਂ। ਤਾਂ ਤੁਸੀਂ ਹੁਣ ਖਾਲਸਾ, ਤੁਸੀਂ ਵਾਹਿਗੁਰੂ ਦੇ ਹੋ, ਫਤਿਹ ਸਦਾ ਵਾਹਿਗੁਰੂ ਦੀ ਹੈ, ਉਹਦੇ ਫਤਿਹ ਤੇ ਹੋਣੀ ਹੀ ਹੋਣੀ ਹੈ। ਜੋ ਉਸਦਾ ਹੈ ਉਹ ਤੁਹਾਡਾ ਹੈ, ਜੋ ਉਸ ਪ੍ਰਮਾਤਮਾ ਦਾ ਹੈ ਉਹ ਤੁਹਾਡਾ ਹੈ। ਇਤਨੀ ਵੱਡੀ ਦਾਨ ਉਹਨਾਂ ਨੇ ਇਸ ਖਾਲਸੇ ਨੂੰ ਦਿੱਤਾ। ਤੇ ਅੱਗੇ ਤਾਕੀਦ, ਅੱਗੇ ਜਾ ਕੇ ਮੈਂ ਆਮ ਸਕਿਪਿੰਗ ਅ ਫਿਊ ਲਾਈਨਸ ਦੋ। ਇਹ ਗੱਲ ਬਾਣੀ ਨਾਲ ਹੋਣੀ ਹੈ, ਸੋ ਬਾਣੀ ਨਿਤਨੇਮ ਪੜ੍ਹਨੀ ਹੈ, ਗੁਰਬਾਣੀ ਤੋਂ ਅਵਸੇਲੇ ਨਹੀਂ ਹੋਣਾ। ਬਾਣੀ ਪੜ੍ਹਨੀ, ਕੀਰਤਨ ਕਰਨਾ ਤੇ ਕੀਰਤਨ ਸੁਣਨਾ, ਦੋਨੋਂ ਗੱਲਾਂ ਆਈਆਂ ਹਨ। ਕੀਰਤਨ ਸੁਣਨਾ ਤੇ ਕੀਰਤਨ ਕਰਨਾ। ਬਾਣੀ ਵਿਚਾਰਨੀ, ਅਮਲ ਕਰਨਾ, ਨਿਤਨੇਮ ਨਹੀਂ ਕੁਸਾਣਾ। ਨਾਮ ਬਾਣੀ ਦੀ ਟੇਕ ਧਾਰ ਕੇ ਰਹਿਤ ਧਾਰੋ, ਦਾਤੇ ਤੇ ਫਿਰ ਰਹਿਤ ਦਾ ਉਪਦੇਸ਼ ਦਿੱਤਾ। ਇਹ ਮੈਂ ਕਿਉਂ ਕਹਿ ਰਿਹਾ ਗੱਲਾਂ ਇਹ? ਕਿਉਂਕਿ ਬਾਹਰਲੇ ਚਿੰਨ੍ਹਾਂ ਤੋਂ ਪ੍ਰਮਾਤਮਾ ਖੁਸ਼ ਨਹੀਂ ਹੈ। ਜੇ ਸਿਰਫ ਬਾਹਰਲੇ ਚਿੰਨ੍ਹ ਆਏ ਹਨ, ਕਈ ਅਨਫੋਰਚੂਨੇਟਲੀ ਅੰਮ੍ਰਿਤ ਨੂੰ ਇਹ ਵਾਲੀ ਚੀਜ਼ ਸਮਝ ਲੈਂਦੇ ਹਨ ਕਿ ਬਾਹਰਲੇ ਚਿੰਨ੍ਹ ਹਨ ਮੇਰੇ ਕੋਲ ਤੇ ਆਈ ਐਮ ਡਨ ਵਿਦ ਇਟ। ਨੋ, ਦੈਟ ਇਜ਼ ਨਾਟ ਟਰੂ ਐਟ ਆਲ। ਬਾਹਰਲੇ ਚਿੰਨ੍ਹ ਪਹਿਲਾ ਸਟੈਪ ਹੈ, ਅਸਲੀ ਸਟੈਪ ਹੈ ਅੰਦਰਲੇ ਚਿੰਨ੍ਹ ਤੁਹਾਡੇ ਬਣਨ। ਜੇ ਅੰਦਰਲੇ ਚਿੰਨ੍ਹ ਹਨ ਤੇ ਬਾਹਰਲੇ ਚਿੰਨ੍ਹਾਂ ਦਾ ਹੈ ਫਾਇਦਾ। ਬਾਹਰਲੇ ਚਿੰਨ੍ਹ ਬੜੇ ਇੰਪੋਰਟੈਂਟ ਹੈ। ਤੇ ਜੇ ਬਾਹਰਲੇ ਵੱਡੇ ਦਾੜੇ ਹੋ ਜਾਣ ਕਿਸੇ ਦੇ, ਤੇ ਸ੍ਰੀ ਸਾਹਿਬ ਵੱਡੀ ਕੱਢੀ ਹੋਵੇ ਤੇ ਝੂਠ ਬੋਲਦਾ ਹੋਵੇ, ਨਿੰਦਿਆ ਕਰਦਾ ਹੋਵੇ, ਦੂਸਰਿਆਂ ਦੀ ਚੁਗਲੀ ਕੋਰਤ ਕਰਦਾ ਹੋਵੇ, ਪਰਮਾਤਮਾ ਦੇ ਨੇੜੇ ਨਾ ਹੋਵੇ, ਬਾਣੀ ਦੀ ਵੇਸਲਾ ਕਰਨਾ, ਉਹਦਾ ਬਾਣੀ ਦੇ ਅੰਦਰ ਭਾਵਨਾ ਉਹਦੇ ਅੰਦਰ ਹੋਵੇ, ਤੇ ਉਹ ਬੰਦਾ, ਉਹ ਪ੍ਰਵਾਨਗੀ ਨਹੀਂ ਦਿੱਤੀ ਗੁਰੂ ਨੇ। ਇੱਥੇ ਪ੍ਰਵਾਨਗੀ ਆਈ ਹੈ ਜਿਹੜੇ ਉਸ ਨਾਲ ਜੁੜਦੇ ਹਨ, ਜਿਹੜੇ ਉਸ ਨੂੰ ਧਿਆਉਂਦੇ ਹਨ। ਔਰ ਯਾਦ ਰੱਖਣਾ, ਇਹ ਗੱਲਾਂ ਪਹਿਲੇ ਆਈਆਂ ਹਨ, ਤੇਗਵਾਨ ਦੀ ਬਾਤ ਗੱਲ ਚ ਆਈ ਹੈ ਬਾਹਰ। ਔਰ ਇਸੇ ਵਾਸਤੇ ਖਾਲਸਾ ਸਕਸੈਸਫੁਲ ਹੋਇਆ ਉਹਨਾਂ 70 ਸਾਲਾਂ ਵਿੱਚ। ਕਿਉਂ? ਕਿਉਂਕਿ ਖਾਲਸੇ ਦੇ ਅੰਦਰ ਉਹ ਪ੍ਰਮਾਤਮਾ ਦਾ ਨਾਮ ਅੰਦਰ ਉਜਾਗਰ ਸੀ। ਭਗਤੀ ਪਹਿਲੇ ਸੀ, ਸ਼ਕਤੀ ਬਾਅਦ ਵਿੱਚ ਆਈ ਹੈ। ਤੇ ਅੱਗੇ ਜਾ ਕੇ ਇਸ ਬਾਰੇ ਵੀ ਲਿਖਿਆ ਨੇ ਨਾ, ਅੱਗੇ ਜਾ ਕੇ ਲੈਟ ਮੀ ਰੀਡ ਦੋਸ ਲਾਸਟ 4 ਲਾਈਨ ਵਰਡ ਸਵੀਟੀ ਦੇ। ਅੱਜ ਤੋਂ ਤੁਹਾਨੂੰ ਪੁੱਛੇ ਤੁਸੀਂ ਕਿੱਥੇ ਦੇ ਰਹਿਣ ਵਾਲੇ ਹੋ, ਤੁਸੀਂ ਕਹੋਗੇ ਅਨੰਦਪੁਰ ਦੇ। ਅੱਜ ਤੋਂ ਵਾਸੀ ਅਨੰਦਪੁਰ। ਤੇ ਪਿਤਾ ਕੌਣ ਹੈ ਤੁਹਾਡਾ? ਪਿਤਾ ਗੁਰੂ ਗੋਬਿੰਦ ਸਿੰਘ ਜੀ। ਤੇ ਨਾਮ ਸਿੰਘ ਰੱਖਣ ਦਾ ਹੁਕਮ ਕੀਤਾ। ਸਿੰਘ ਦਾ ਭਰਾ, ਫਿਰ ਪੰਥ ਸੇਵਾ, ਤੇ ਸੇਵਾ ਵਿੱਚ ਵਾਰਨ ਦਾ ਉਪਦੇਸ਼ ਦਿੱਤਾ। ਇਹ ਸੇਵਾ ਦਾ ਪੰਥ ਹੈ। ਇਹ ਹਿਊਮੈਨਿਟੀ ਨੂੰ ਸਰਵ ਕਰਨ ਦਾ ਪੰਥ ਬਣਾਇਆ ਉਹਨਾਂ ਨੇ, ਨਿਆਰਾ ਪੰਥ। ਨੀਆਂ ਗੁਰੂ ਨਾਨਕ ਦੇਵ ਜੀ ਰੱਖੀਆਂ 20 ਰੁਪਏ ਜਦੋਂ ਦਾਨ ਦਿੱਤੇ, ਉੱਥੇ ਫਾਊਂਡੇਸ਼ਨ ਸਟੋਨ ਤੇ ਉਸ ਵੇਲੇ ਵੀ ਰੱਖਿਆ ਗਿਆ ਸੇਵਾ ਦਾ। ਲੇਕਿਨ ਅੱਜ ਫਾਰਮਲਾਈਜ਼ ਹੋ ਗਿਆ ਪੰਥ। ਇਹ ਸੇਵਾ ਪੰਥੀਆਂ ਦਾ ਇਹ ਪੰਥ ਹੈ। ਅਗਰ ਇਸ ਪੰਥ ਨੂੰ ਜੁਆਇਨ ਕੀਤਾ ਹੈ ਤਾਂ ਸਮਝ ਲਓ ਫਿਰ ਤੁਸੀਂ ਸਾਰੇ ਦੁਨੀਆ ਦੇ ਦੁੱਖਾਂ ਦਾ ਭਾਰ ਜਿਹੜਾ ਹੈ ਤੁਸੀਂ ਸੰਭਾਲਣਾ ਹੈ। ਕੋਈ ਦੁਖੀ ਕਿਸੇ ਜਗ੍ਹਾ ਵੀ ਹੋਵੇ, ਕਿਸੇ ਧਰਮ ਦਾ ਹੋਵੇ, ਖਾਲਸੇ ਨੇ ਮਦਦ ਕਰਨੀ ਹੈ, ਉੱਥੇ ਜਾ ਕੇ ਉਹਦੇ ਘਰ ਜਾ ਕੇ ਮਦਦ ਕਰਨੀ ਹੈ। ਤੇ ਫਖਰ ਹੈ ਮੈਨੂੰ ਇਸ ਗੱਲ ਦਾ। ਨਾਮ ਵਾਲੇ ਪਾਸੇ ਚਲੇ, ਉਸ ਪਾਸੇ ਘਾਟ ਹੋਣ ਵੀ ਵਰਦੇ, ਸੇਵਾ ਵਾਲੇ ਪਾਸੇ ਘਾਟ ਨਹੀਂ ਹੈ। ਮੈਨੂੰ ਯਾਦ ਹੈ ਅੱਜ ਤੋਂ 2 ਸਾਲ whenever that happened, ਜਦੋਂ ਕਸ਼ਮੀਰ ਦਾ ਚੱਕਰ ਹੋਇਆ ਤੇ ਕਸ਼ਮੀਰ 'ਚ ਬੜੀਆਂ ਜਿਹੜੀਆਂ ਕਸ਼ਮੀਰੀ ਗਰਲਸ ਜਿਹੜੀਆਂ ਇੰਡੀਅਨ ਯੂਨੀਵਰਸਿਟੀਜ਼ ਪੜ੍ਹਦੀਆਂ ਸਨ, ਜਿਹੜੀਆਂ ਕਿਸਾਂ ਖਾਲਸੇ ਨੇ ਇੱਕ ਕਰਕੇ, ਮੈਂ ਉਹ ਸਾਰੀਆਂ ਸਟੋਰੀਜ਼ ਪੜ੍ਹੀਆਂ। ਜਦੋਂ 2 ਬੰਦਿਆਂ ਨੇ ਬੱਸਾਂ 'ਚ ਬਿਠਾ ਕੇ, ਪਲੇਨਸ ਬਿਠਾ ਕੇ ਇੱਕ ਨੂੰ ਘਰ ਛੋੜ ਕੇ ਆਏ। ਤੇ ਮੈਂ YouTube ਤੇ ਇੱਕ ਵੀਡੀਓ ਦੇਖੀ, ਜਦੋਂ 2 ਸਿੰਘ ਸਾਹਿਬ ਜਾ ਕੇ ਉਹ 21 ਸਾਲ ਦੀ ਕੁੜੀ ਨੂੰ ਉਹਦੇ ਫਾਦਰ ਦੇ ਹੱਥ ਲੈ ਕੇ ਜਾਂਦੇ ਹਨ ਤੇ ਉਹਨੂੰ ਦੇਖ ਕੇ ਆਉਂਦੇ ਹਨ ਉੱਥੇ। ਇਹ ਹੈ, let me read those words here. ਸਿੰਘ ਦਾ ਭਰਾ, ਫਿਰ ਪੰਥ ਸੇਵਾ, ਤੇ ਸੇਵਾ ਵਿੱਚ ਆਪ ਵਾਰਨ ਦਾ ਉਪਦੇਸ਼ ਦਿੱਤਾ। ਇਹ ਹੈ ਖਾਲਸੇ ਦੀ ਡੈਫੀਨੇਸ਼ਨ ਜਿਹੜੀ ਮਹਾਰਾਜ ਨੇ ਉਸ ਵੇਲੇ ਕਰਾਈ। ਤੇ ਇਹ ਦੱਸਿਆ ਨਾਲ ਕਿ ਪੰਥ ਖਾਲਸਾ ਸਾਜਿਆ ਹੈ ਸੀ, ਲੇਕਿਨ ਇੱਥੇ ਬਸ ਨਹੀਂ ਹੈ। I want to finish this chapter today. ਅਗਲਾ ਜੋ ਕੋਤਕ ਵਰਤਿਆ ਉਹ ਤੇ ਬਹੁਤ ਹੀ ਹੈਰਾਨ ਕਰਨ ਵਾਲਾ ਕੋਤਕ ਸੀ। ਅਗਲਾ ਜੋ ਕੋਤਕ ਵਰਤਿਆ ਮਹਾਰਾਜ, ਜੋ ਅੱਗੇ ਜੋ ਹੋਇਆ ਇਸ ਤੋਂ ਬਾਅਦ, ਉਹ ਤੇ ਕਹਿੰਦਿਆਂ ਜ਼ਬਾਨ ਕੰਬਦੀ ਹੈ ਕਿਸੇ ਦੀ। ਦੇਖੋ ਗੁਰੂ ਨਾਨਕ ਦੇਵ ਜੀ ਨੇ ਅੱਜ ਤੋਂ ਉਸ ਤੋਂ 15 early mid 1500 ਜਦੋਂ
ਉਹਨਾਂ ਦੀ ਜੋਤੀ ਜੋਤ ਸਮਾਨ ਤੋਂ ਪਹਿਲੇ ਗੁਰਿਆਈ ਗੁਰੂ ਅੰਗਦ ਦੇ ਮਹਾਰਾਜ ਦਿੱਤੀ, ਲੈਣੇ ਨੂੰ ਦਿੱਤੀ ਤੇ ਗੁਰਿਆਈ ਦੇ ਕੇ ਮੱਥਾ ਟੇਕਿਆ ਉਹਨਾਂ ਨੂੰ ਸੰਗਤ ਦੇ ਸਾਹਮਣੇ, ਤੇ ਉਹ ਉਹਨਾਂ ਨੂੰ ਗੁਰੂ ਬਣਾ ਦਿੱਤਾ ਆਪਣੇ ਸਾਹਮਣੇ, ਤੇ ਆਪ ਥੱਲੇ ਬੈਠੇ। ਇਹ ਅਸੀਂ ਸਾਰੇ ਜਾਣੂ ਹਾਂ। ਲੇਕਿਨ ਫਿਰ ਵੀ ਉਹ ਗੁਰੂ ਸਨ, ਉਹਨਾਂ ਨੂੰ ਗੁਰੂ ਬਣਾਇਆ, ਠੀਕ ਹੈ, ਉਹ ਅਵਸਥਾ ਅਲੱਗ ਸੀ। ਗੁਰੂ ਤੇ ਸਨ, ਉਸ ਤੇ ਪਹੁੰਚੇ ਹੋਏ ਸਨ। ਇੱਥੇ ਅਗਲੇ ਕਾਂਡ ਜੋ ਹੁਣ ਛੁੱਟੀ ਦੀ ਪੜਨਗੇ, ਹੁਣ ਨੈਕਸਟ ਜਿਹੜਾ ਪੜਨਗੇ, ਕਿ ਅੰਮ੍ਰਿਤ ਛਕਾਣ ਤੋਂ ਬਾਅਦ ਇਹ ਕਹਿ ਦੇਣਾ ਕਿ ਮੇਰੀ ਗੁਰਿਆਈ, ਮੇਰੀ ਤਾਕਤਾਂ, ਮੇਰਾ ਸਭ ਕੁਝ ਤੁਹਾਡੇ ਚ ਮੈਂ ਪਾ ਦਿੱਤਾ ਪੰਜਾਂ ਵਿੱਚ, ਮੇਰੇ ਤੁਹਾਡੇ ਚ ਕੋਈ ਫਰਕ ਨਹੀਂ ਰਿਹਾ। ਇੱਥੇ ਗੁਰੂ ਆਪ ਚੇਲਾ ਬਣਦਾ ਹੈ। ਇਹ ਪੰਜ ਗੁਰੂ ਨਹੀਂ ਹਨ, ਉੱਥੇ ਭਾਈ ਲਹਿਣਾ ਜੀ ਗੁਰੂ ਸਨ ਐਟਲੀਸਟ। ਇੱਥੇ ਨਿਮਰਤਾ ਹੋਰ ਜ਼ਿਆਦਾ ਹੈ। ਐਸਾ ਐਗਜ਼ਾਮਪਲ ਦੁਨੀਆ 'ਚ ਤੁਹਾਨੂੰ ਕਿਧਰੇ ਨਹੀਂ ਹੋਰ ਮਿਲੇਗੀ ਕਿ ਇਹ ਕੋਈ ਕਹਿ ਦੋਵੇ, ਕੋਈ ਬੰਦੇ ਬਹੁਤ ਸਿਕਿਉਰਡ ਬੰਦਾ ਕਹਿ ਸਕਦਾ ਹੈ, ਬਹੁਤ ਜਿੱਦੇ ਸਿਕਿਉਰਿਟੀ ਹੋਵੇ। ਇਨਸਿਕਿਉਰਡ ਬੰਦਾ ਕਦੀ ਇਹੋ ਜਿਹੀ ਗੱਲ ਨਹੀਂ ਕਰ ਸਕਦਾ। ਇੱਕ ਹੋਰ ਗੱਲ ਹੈ, ਔਰ ਕਿਸੇ ਨੂੰ ਦੂਸਰੇ ਨੂੰ ਗੁਰੂ ਬਣਾ ਦੇਣਾ, ਗੁਰੂ ਬਣਾ ਕੇ ਮੱਥਾ ਟੇਕ ਦੇਣਾ। ਪਰ ਇੱਥੇ ਪੰਜ ਸਿੱਖ ਖੜੇ ਹਨ, ਗੁਰੂ ਨਹੀਂ ਹਨ, ਪੰਜ ਪਿਆਰੇ ਹਨ ਪੰਜ, ਤੇ ਇਹ ਕਹਿ ਦੇਣਾ ਕਿ ਇਹ ਪੰਜਾਂ ਵਿੱਚ ਮੈਂ ਆਪਣੀ ਗੁਰੂਸ਼ਿਪ ਰੱਖ ਦਿੱਤੀ। ਇਹ ਪੰਜ ਮੇਰੀਆਂ ਤਾਕਤਾਂ ਤੁਹਾਡੇ ਵਿੱਚ ਦੇ ਦਿੱਤੀਆਂ। ਮੈਂ ਤੁਹਾਨੂੰ ਉਹ ਦਾਤ ਮਿਲੀ ਜੋ ਮੇਰੇ ਕੋਲ ਹੈ, ਮੇਰੇ ਤੁਹਾਡੇ 'ਚ ਕੋਈ ਫਰਕ ਨਹੀਂ ਰਹਿ ਗਿਆ। ਜਿੱਥੇ ਪੰਜ ਖੜੇ ਹੋਣਗੇ ਸਮਝ ਲਓ ਗੁਰੂ ਗੋਬਿੰਦ ਸਿੰਘ ਖੜਾ ਹੈ। ਜਿੱਥੇ ਪੰਜ ਖੜੇ ਹੋਣਗੇ, ਜੋ ਪੰਜਾਂ ਦਾ ਹੁਕਮ ਹੈ ਮੇਰੇ ਤੇ ਜਾਰੀ ਹੋਏਗਾ। ਤੇ ਹੁਣ ਸੁਟੀ ਦੀ ਪੜਨਗੇ, ਹੈ ਪੜਨ ਤੋਂ ਪਹਿਲੇ ਮੈਂ ਇੱਕ ਲਾਈਨ ਕਹਿ ਦਿਆਂ, ਮਹਾਰਾਜ ਸਿੰਘਾਸਨ ਤੋਂ ਉਤਰ ਕੇ ਥੱਲੇ ਜਿੱਥੇ ਪੰਜ ਖੜੇ ਹਨ, ਇਹ ਸਭ ਦੇ ਸਾਹਮਣੇ ਹੋਇਆ ਹੈ, ਉੱਥੇ ਪੰਜ ਉਹਨਾਂ ਨੂੰ ਗੋਡਾ ਟੇਕਦੇ ਹਨ, ਆਪਣਾ ਲੈਫਟ ਤੇ ਰਾਈਟ, ਤੇ ਉਹਨਾਂ ਦੇ ਅੱਗੇ ਹੱਥ ਪਸਾਰ ਕੇ ਅੰਮ੍ਰਿਤ ਦੀ ਦਾਤ ਮੰਗਦੇ ਹਨ ਪੰਜਾਂ ਕੋਲੋਂ। ਸੰਗਤ ਜੀ, ਇਹੋ ਜੀ ਕੋਈ ਦੁਨੀਆ 'ਚ ਐਗਜ਼ਾਮਪਲ ਨਹੀਂ ਹੈ, ਕੋਈ ਹੋਰ ਕਿਧਰੇ ਵੀ ਹੋਰ ਦੁਨੀਆ ਦੇ ਕਿਸੇ ਧਰਮ ਵਿੱਚ ਐਗਜ਼ਾਮਪਲ ਨਹੀਂ ਹੈ ਕਿ ਆਪਣੇ ਸਿੱਖਾਂ ਕੋਲੋਂ ਉਸ ਅਵਸਥਾ ਵਿੱਚ ਆਪਣੇ ਸਿੱਖਾਂ ਕੋਲੋਂ ਅੰਮ੍ਰਿਤ ਦਾ ਦਾਨ ਗੁਰੂ ਮੰਗਦੇ ਹਨ। ਤੇ ਭਾਈ ਸਾਹਿਬ ਭਾਈ ਵੀਰ ਸਿੰਘ ਨੇ ਬਹੁਤ ਸੋਹਣਾ ਡਿਸਕ੍ਰਾਈਬ ਕੀਤਾ, ਜੋ ਮੇਰੇ ਜ਼ਬਾਨ ਇਸ ਤਰ੍ਹਾਂ ਬੋਲ ਨਹੀਂ ਸਕਦੀ। ਤਾਂ ਆਈ ਥਾਟ ਸਵੀਟੀ ਦੀਦੀ ਵਿਲ ਬੀ ਬੈਟਰ। ਇਹ ਪੇਜ ਨੰਬਰ 229 ਤੇ ਜਿਹੜਾ ਰਾਈਟ ਸਾਈਡ ਦਾ ਜਿਹੜਾ ਪੈਰਾਗ੍ਰਾਫ ਹੈ, ਉਸ ਤੋਂ ਕੋਈ 10-12 ਲਾਈਨਾਂ ਉੱਤੋਂ ਸਵੀਟੀ ਦੀ ਵਿਲ ਸਟਾਰਟ ਰੀਡਿੰਗ ਦੈਟ ਐਂਡ ਆਈ ਵਿਲ ਮਿਊਟ ਮਾਈਸੈਲਫ ਨਾਓ। ਪਰ ਇੱਥੇ ਹੀ ਬਸ ਨਹੀਂ ਕਰ ਰਿਹਾ। ਉਹ ਦੇਖੋ, ਸਿੰਘਾਸਨ ਤੋਂ ਛਾਲ ਮਾਰ ਕੇ ਥੱਲੇ ਆ ਖੜੋਤਾ ਹੈ ਤੇ ਪੰਜਾਂ ਨੂੰ ਆਖਦਾ ਹੈ, ਤੁਸੀਂ ਪੰਜ ਮੇਰਾ ਰੂਪ ਹੋ, ਹੁਣ ਮੇਰੇ ਵਾਂਗ ਅੰਮ੍ਰਿਤ ਤਿਆਰ ਕਰੋ ਤੇ ਮੈਨੂੰ ਛਕਾਓ। ਗੁਰੂ ਨੇ ਸਿੱਖੀ ਪਰਖੀ, ਸਿੱਖੀ ਪੂਰੀ ਨਿਕਲੀ। ਤਦ ਗੁਰੂ ਦੀ ਪੂਰਨਤਾ ਦੇਖੋ ਕਿ ਸਿੱਖੀ ਵਿੱਚ ਸਿੱਖੀ ਨੂੰ ਤੁਲਤਾ ਦੇਣ ਵਿੱਚ ਦਰੇਗ ਨਹੀਂ ਕੀਤਾ। ਇੱਥੋਂ ਤਾਈ ਕਿ ਹੁਣ ਪੂਰੀ ਸਿੱਖੀ ਅੱਗੇ ਦਾਤਾ ਆਪ ਖੜੋ ਗਿਆ ਹੈ, ਆਪਾ ਸਾਰਾ ਵਾਰ ਰਿਹਾ ਹੈ ਸਿੱਖੀ ਉੱਤੇ। ਪੂਰੇ ਕਾ ਕੀਆ ਸਭ ਕਿਛ ਪੂਰਾ, ਘੱਟ ਵੱਧ ਕਿਛ ਨਹੀਂ। ਇਹ ਵਾਕ ਸੁਣ ਕੇ ਸੰਗਤ ਵਿੱਚ ਫੇਰ ਅਚਰਜ ਛਾ ਗਿਆ ਹੈ। ਸੰਭ੍ਰਮ ਹੁੰਦੇ ਹਨ ਕਿ ਹੈ ਗੁਰੂ ਸਿੱਖਾਂ ਅੱਗੇ ਖੜੋ ਗਿਆ ਹੈ, ਕਹਿੰਦਾ ਹੈ ਮੈਨੂੰ ਅੰਮ੍ਰਿਤ ਛਕਾਓ। ਸਿੱਖ ਗੁਰੂ ਹੋ ਗਏ, ਗੁਰੂ ਸਿੱਖ ਹੋ ਗਿਆ। ਇਹ ਅਚਰਜ ਹੁੰਦਿਆਂ ਫੇਰ ਲਹਿਰ ਫਿਰੀ ਸੰਸੇ ਦੀ ਕਿ ਗੁਰੂ ਜੀ ਨੂੰ ਕੀ ਹੋ ਗਿਆ ਹੈ। ਪਰ ਅੱਜ ਸੰਸਾ ਪਰਾਂ ਵਾਲਾ ਹੈ, ਉੜਦਾ ਆਉਂਦਾ ਤੇ ਉੜਦਾ ਚਲਾ ਜਾਂਦਾ ਹੈ, ਤੇ ਵਿਚਾਰ ਫੁਰਦੀ ਹੈ ਕਿ ਕੋਈ ਕੌਤਕ ਹੈ ਸਾਡੀ ਸਮਝੋਂ ਪਰੇ। ਕੱਲ ਵਾਂਗੂ ਅਸੀਂ ਭੁੱਲ ਨਾ ਕਰੀਏ ਤੇ ਡਰੀਏ ਨਾ। ਇੱਧਰ ਪੰਜ ਪਿਆਰੇ ਹੈਰਾਨ ਹਨ, ਅਸਮੰਜਸ ਵਿੱਚ ਹਨ ਕਿ ਸੇਵਕ ਹੋ ਕੇ ਸਾਹਿਬ ਨੂੰ ਅਸੀਂ ਅੰਮ੍ਰਿਤ ਛਕਾਈਏ। ਪੰਜਾਂ ਦਾ ਭਗਤੀ ਭਾਵ ਤੇ ਅਤੁੱਟ ਪ੍ਰੇਮ ਇਸ ਗੱਲ ਨੂੰ ਆਪਣੇ ਪਿਆਰੇ ਦੀ ਬੇਅਦਬੀ ਸਮਝਦਾ ਹੈ। Should I continue? ਪੰਚਾਂ ਨੇ I think you should continue. Yeah, okay. ਪੰਚਾਂ ਨੇ ਹੁਣ ਵਿਚਾਰਿਆ ਕਿ ਚਾਹੋ ਸਾਡਾ ਗੁਰੂ ਨੂੰ ਅੰਮ੍ਰਿਤ ਛਕਾਉਣਾ ਬੇਅਦਬੀ ਹੈ, ਸਾਡੇ ਅਦਬ ਤੇ ਭਗਤੀ ਭਾਵ ਤੇ ਨੁਕਤੇ ਤੋਂ, ਪਰ ਗੁਰੂ ਦਾ ਹੁਕਮ ਸਿਰ ਧਰਨਾ ਵੀ ਸਾਡਾ ਧਰਮ ਹੈ। ਅਸੀਂ ਸੀਸ ਭੇਟ ਕਰ ਚੁੱਕੇ ਹਾਂ, ਅਸੀਂ ਮਰ ਚੁੱਕੇ ਹਾਂ, ਹੁਣ ਜੋ ਕੁਝ ਹੈ ਗੁਰੂ ਕਾ ਹੈ। ਇਹਨਾਂ ਸਰੀਰਾਂ ਨਾਲ
ਜੋ ਸਾਡੇ ਨਹੀਂ, ਗੁਰੂ ਜੋ ਚਾਹੇ ਸੋ ਕਰੇ। ਇਹ ਉਸਦੇ ਹਨ, ਇਸ ਕਰਕੇ ਹੁਣ ਜੋ ਕੁਝ ਕਰਨਾ ਹੈ, ਕਾਠ ਦੀ ਪੁਤਲੀ ਦੇ ਖਿਲਾਵਨ ਹਾਰ ਦੇ ਹੱਥ ਵਿੱਚ ਕੌਤਕ ਮਾਤਰ ਹੈ। ਇਉਂ ਆਪਣੇ ਪੂਰਨ ਪ੍ਰੇਮ, ਪੂਰਨ ਆਪਾ ਵਾਰ ਭਾਵ ਤੇ ਭਗਤੀ ਦੀ ਅਵਧੀ ਦੇ ਆਸ਼ੇ ਨਾਲ ਉਠੇ ਤੇ ਪੂਰੇ ਨੂੰ ਪੂਰਾ ਕਰਨ ਵਾਸਤੇ ਪੂਰੇ ਦਾ ਹੁਕਮ ਬਜਾ ਲਿਆਂਦਾ। ਨਦੀਆਂ ਸਾਗਰ ਨੂੰ ਵਧਾ ਘਟਾ ਨਹੀਂ ਸਕਦੀਆਂ, ਉਹ ਪੂਰਨ ਹੈ, ਪਰ ਨਦੀਆਂ ਉਸੇ ਵਿੱਚ ਪੈਂਦੀਆਂ ਹਨ। ਤਿਵੇਂ ਸਿੱਖ ਨਦੀਆਂ ਨੇ ਗੁਰੂ ਵਿੱਚ ਹੁਕਮ ਅਨੁਸਾਰ ਆਪਾ ਵਾਰਨ ਵਾਂਗ ਹੀ ਹੁਕਮ ਮੰਨ ਕੇ ਗੁਰੂ ਨੂੰ ਅੰਮ੍ਰਿਤ ਛਕਾਇਆ। ਤੇਰੋ ਕੀਆ ਤੁਝੇ ਕਿਆ ਅਰਪੋ, ਨਾਮ ਤੇਰਾ ਤੂੰ ਹੀ ਚਵਰ ਟੋਲਾਰੇ। ਕਿਸੇ ਪ੍ਰੇਮੀ ਨੇ ਪ੍ਰੇਮ ਹੁਲਾਸ ਵਿੱਚ ਜੈਕਾਰਾ ਗਜਾਇਆ, ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ। ਇਹ ਵਾਕ ਅੱਜ ਤੱਕ ਸਦੀਆਂ ਟੱਪ ਕੇ ਵੀ ਖਾਲਸੇ ਦੀ ਯਾਦ ਵਿੱਚ ਹੈ। ਸੋ ਇਹ ਹਿਸਟੋਰਿਕ ਜਿਹੜੇ ਇਵੈਂਟਸ ਜਿਹੜੇ ਹਨ, ਇਹਨਾਂ ਨੂੰ ਛੋਟਾ ਨਾ ਸਮਝਿਓ ਕਦੀ। ਇਹ ਬਹੁਤ ਵੱਡੀ ਗੱਲ ਮਹਾਰਾਜ ਨੇ ਉਸ ਵੇਲੇ ਕੀਤੀ ਕਿ ਜਿਹੜੇ ਪੰਜ ਤਿਆਰੇ, ਜਿਹੜੇ ਆਮ ਸਿੱਖਾਂ ਵਿੱਚੋਂ ਪੰਜ ਪਿਆਰੇ, ਔਰ ਇਹ ਵੀ ਨਹੀਂ ਕਿ ਇਹ ਪੰਜ ਮਹਾਰਾਜ ਦੀ ਹਜ਼ੂਰੀ ਵਿੱਚ ਸਾਲਾਂ ਤੋਂ ਰਹਿ ਰਹੇ ਹਨ ਜਾਂ ਸੇਵਾ ਕਰ ਰਹੇ ਹਨ, ਉਹ ਜੀ ਗੱਲ ਵੀ ਨਹੀਂ ਹੈ ਕੋਈ। ਪਲੀਜ਼ ਟਰਾਈ ਟੂ ਅੰਡਰਸਟੈਂਡ, ਦੇयर इज अ ਬਿਗ ਡਿਫਰੈਂਸ ਹੇਅਰ। ਭਾਈ ਲਹਿਣਾ ਜੀ ਮਹਾਰਾਜ ਦੀ ਸੇਵਾ ਬੜੀ ਦੇਰ ਤੋਂ ਕਰਦੇ ਹਨ, ਗੁਰੂ ਨਾਨਕ ਦੇਵ ਜੀ ਦੀ, ਬੜਾ ਟਾਈਮ ਲੱਗਿਆ ਉੱਥੇ ਪਹੁੰਚਣ ਤੱਕ। ਇਹ ਪੰਜ ਹੁਣ ਮਿਲੇ ਹਨ, ਅੱਜ ਸੰਗਤ ਵਿੱਚ ਬੈਠੇ ਆਮ ਪੰਜ ਬੰਦੇ ਉੱਠ ਕੇ ਖੜੇ ਹੋਏ ਹਨ ਤੇ ਉਹਨਾਂ ਅੱਗੇ ਇੱਥੇ ਦੇਖੋ ਕੀ ਵਰਡ ਆਏ ਹਨ। ਇੱਥੇ ਵਰਡ ਆਏ ਹਨ, ਉਹ ਦੇਖੋ ਸਿੰਘਾਸਨ ਤੋਂ ਛਾਲ ਮਾਰ ਕੇ ਖੜੋਤਾ ਹੈ ਤੇ ਪੰਜਾਂ ਨੂੰ ਆਖਦਾ ਹੈ, ਤੁਸੀਂ ਪੰਜ ਮੇਰਾ ਰੂਪ ਹੋ, ਹੁਣ ਮੇਰੇ ਵਾਂਗ ਅੰਮ੍ਰਿਤ ਤਿਆਰ ਕਰਕੇ ਮੈਨੂੰ ਛਕਾਓ। ਗੁਰੂ ਨੇ ਸਿੱਖੀ ਪਰਖੀ, ਸਿੱਖੀ ਪੂਰੀ ਨਿਕਲੀ। ਤਦ ਗੁਰੂ ਦੀ ਪੂਰਨਤਾ ਦੇਖੋ ਕਿ ਸਿੱਖੀ ਵਿੱਚ ਸਿੱਖੀ ਨੂੰ ਤੁਲਤਾ ਦੇਣ ਵਿੱਚ ਦਰੇਜ਼ ਨਹੀਂ ਕੀਤੀ, ਇੱਥੋਂ ਤਾਈ ਕਿ ਹੁਣ ਪੂਰੀ ਸਿੱਖੀ ਅੱਗੇ ਦਾਤਾ ਆਪ ਖੜੋ ਗਿਆ ਹੈ। ਇਹ ਵਰਡ ਭਾਈ ਸਾਹਿਬ ਭਾਈ ਵੀਰ ਸਿੰਘ ਦੇ ਹਨ ਕਲਗੀਧਰ ਚਮਤਕਾਰ ਚੋਂ। ਤੇ you know, sometimes when you say the same words, it doesn't have the same meaning, but coming out of a sant, you know, coming out of ਕੋਈ ਪ੍ਰਮਾਤਮਾ ਦੇ ਜੁੜੀਆਂ ਜਿਹੜੇ ਆਤਮਾਵਾਂ ਹੁੰਦੀਆਂ, ਜਿਹੜੀਆਂ ਜੁੜੀਆਂ ਹੋਈਆਂ, ਉਹਨਾਂ ਵਿੱਚੋਂ ਜਿਹੜੇ ਵਰਡ ਨਿਕਲਦੇ ਹਨ, ਜਦੋਂ ਉਹਦੀ ਅਲੱਗ ਇੰਪੋਰਟੈਂਸ ਹੁੰਦੀ ਹੈ, you know, ਨਿਕਲੀ ਹੋਈ। ਤੇ ਉਸ ਦਾਤੇ ਨੇ ਉਸ ਦਿਨ ਇੱਕ ਉਹ ਕੋਤਕ ਵਰਤਾਇਆ ਕਿ ਪੰਜਾਂ ਨੂੰ ਇਹ ਹੁਕਮ ਹੁਣ ਤੱਕ ਪੰਜ ਜਿਹੜੇ ਹਨ, ਜਿਹੜੇ ਅਸੀਂ ਪੰਜ ਜਦੋਂ ਦੀਦਾਰੀ ਪੰਜ ਸਿੱਖ ਜਦੋਂ ਉਸ ਨਾਮ ਜਪਣ ਵਾਲੇ ਉਸ ਸਟੇਜ ਵਾਲੇ ਪੰਜ ਜਦੋਂ ਇਕੱਠੇ ਹੁੰਦੇ ਹਨ ਤੇ ਵਰਡ ਗੁਰੂ ਪੰਥ ਹੈ, ਪੰਥ ਵਿੱਚ ਗੁਰੂ ਖੜਾ ਹੈ ਆਪ, ਯੂ ਨੋ। ਤੇ ਹੁਣ ਵੀ ਜਦੋਂ ਐਡਰੈਸ ਕਰਦੇ ਹੋ ਸੰਗਤ ਨੂੰ, ਤੇ ਮੈਨੂੰ ਸ਼ੁਰੂ ਤੋਂ ਸਿਖਾਇਆ ਗਿਆ ਹੈ, ਵੱਡਿਆਂ ਨੇ ਜੋ ਸਿੱਖਿਆ ਜਦ ਮਿਲੀ ਹੈ, ਤੇ ਉੱਥੇ ਇਹ ਕਿਹਾ ਜਾਂਦਾ ਹੈ, ਗੁਰੂ ਰੂਪ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਿਉਂ ਗੁਰੂ ਰੂਪ ਸਾਧ ਸੰਗਤ? ਕਿਉਂਕਿ ਗੁਰੂ ਸੰਗਤ ਵਿੱਚ ਹੈ। ਇਹ ਦਾਤ ਕਲਗੀਆਂ ਵਾਲਿਆਂ ਨੇ ਉਸ ਦਿਨ ਦਿੱਤੀ ਹੈ ਸੰਗਤ ਨੂੰ। ਇਹ ਜਿਹੜਾ ਵਰ ਜਿਹੜਾ ਹੈ ਉਹਨਾਂ ਨੇ ਆਪ ਦਿੱਤਾ ਹੈ ਉਸ ਦਿਨ, ਕਿ ਮੈਂ ਤੁਹਾਡੇ ਵਿੱਚ ਖੜਾ ਹਾਂ, ਮੈਂ ਤੁਹਾਡੇ ਵਿੱਚ ਹਾਂ। ਜਦ ਤੱਕ ਮੇਰੇ ਤੇ ਚੱਲੋਗੇ, ਜਦ ਤੱਕ ਮੇਰੇ ਕਹਿਣਿਆਂ ਤੇ ਚੱਲੋਗੇ, ਤਦ ਤੱਕ ਮੈਂ ਤੁਹਾਡੇ ਵਿੱਚ ਹਾਂ, ਮੇਰਾ ਰੂਪ ਤੁਹਾਡੇ ਵਿੱਚ ਹੈ। ਤੁਹਾਨੂੰ ਕਿਸੇ ਗੱਲ ਦੀ ਫਿਕਰ ਨਹੀਂ ਤੁਹਾਨੂੰ। ਪਰ ਜਬ ਇਹ ਗਏ ਵਿਪਰਨ ਕੀ ਰੀਤ, ਜੋ ਉਲਟੇ ਪਾਸੇ ਚੱਲੋਗੇ ਤਾਂ ਮੈਂ ਤੁਹਾਡੀ ਮਦਦ ਨਹੀਂ ਕਰਨੀ। ਜੇ ਤੁਸੀਂ ਗਰੀਬ ਦੀ ਮਦਦ ਨਹੀਂ ਕੀਤੀ, ਜੇ ਤੁਸੀਂ ਮੇਰੇ ਕਹਿਣੇ ਤੇ ਮੰਨੇ ਨਹੀਂ ਤੁਸੀਂ ਅਗਰ, ਤੇ ਫਿਰ ਗੱਲ ਹੋ ਰਿਹਾ। ਪਰ ਮੇਰੇ ਕਹਿਣ ਦੇ ਮੁਤਾਬਕ ਅਗਰ ਜ਼ਿੰਦਗੀ ਜੀਓਗੇ ਤੇ ਮੈਂ ਤੁਹਾਡੇ ਵਿੱਚ ਖੜਾ ਹੋਇਆ, ਹਮੇਸ਼ਾ ਖੜਾ ਰਹਾਂ। ਤੇ ਅੱਜ ਤੋਂ 2 ਹਫ਼ਤਿਆਂ ਬਾਅਦ ਜਦੋਂ ਨਾਂਦੇੜ ਦਾ ਚੈਪਟਰ ਆਏਗਾ, ਜਦੋਂ ਮਹਾਰਾਜ ਜੋਤੀ ਜੋਤ ਸਮਾਏ ਹਨ, ਉਸ ਵੇਲੇ ਬੜੇ ਇਮੋਸ਼ਨਲ ਕਨਵਰਸੇਸ਼ਨ ਜਿਹੜੀਆਂ ਸਿੱਖਾਂ ਨਾਲ ਹੋਈਆਂ, ਵਿੱਚ ਆਈ ਵਿਲ ਸ਼ੇਅਰ ਆਲਸੋ। ਮਹਾਰਾਜ ਨੇ ਬੜੇ ਕੁਐਸਚਨ ਲੋਕਾਂ ਨੇ ਕੀਤੇ, ਜਦੋਂ ਤੁਸੀਂ ਜਾ ਰਹੇ ਹੋ ਸਾਡਾ ਕੀ ਬਣੇਗਾ, ਤੁਸੀਂ ਚੱਲੇ ਜਾ ਰਹੇ ਹੋ। ਹੁਣ ਉੱਥੇ ਮਹਾਰਾਜ ਨੇ ਬੜਾ ਸਮਝਾਇਆ, ਇਸ ਬਾਰੇ ਵੀ ਬੜੀ ਗੱਲ ਆਈ ਹੈ ਹੁਣੇ। ਇਹ ਦੇਖ ਕੇ ਮਹਾਰਾਜ ਨੇ ਜਦੋਂ ਆਪ ਅੰਮ੍ਰਿਤ ਛਕਿਆ ਉਹਨਾਂ ਕੋਲੋਂ, ਜਦੋਂ ਆਪ ਅੰਮ੍ਰਿਤ ਦੀ ਦਾਤ ਜਦੋਂ ਉਹਨਾਂ ਕੋਲੋਂ ਉਸੇ ਤਰ੍ਹਾਂ ਲਿੱਤੀ ਜਿੱਦਾਂ ਉਹਨਾਂ ਪੰਜਾਂ ਨੇ ਲਿੱਤੀ ਸੀ। ਉਹਨਾਂ ਪੰਜਾਂ ਨੇ ਅੰਮ੍ਰਿਤ ਦਾ ਬਾਟਾ ਤਿਆਰ ਕਰਕੇ ਪਤਾਸੇ ਪਾ ਕੇ, ਔਰ ਉਸੇ ਤਰ੍ਹਾਂ ਉਹਨਾਂ ਦੇ ਅੱਖਾਂ ਵਿੱਚ ਛੱਟੇ ਮਾਰ ਕੇ ਤੇ ਕਿਹਾ, ਬੋਲ ਵਾਹਿਗੁਰੂ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਸ ਤਰ੍ਹਾਂ ਉਹ what the ਪੰਜ ਪਿਆਰੇ went through, they went through also। ਅਫਸੋਸ ਦੀ ਗੱਲ ਅੱਜ ਇਹ ਹੈ ਕਿ ਅੱਜ
ਸਿੱਖ ਅੰਮ੍ਰਿਤ ਤੋਂ ਡਰਦਾ ਹੈ, ਸਿੱਖ ਅੰਮ੍ਰਿਤਪਾਨ ਨਹੀਂ ਕਰਦਾ, ਗੁਰੂ ਵਾਲਾ ਨਹੀਂ ਬਣਦਾ। ਇਹ ਹੁਣ ਤੁਸੀਂ ਆਪਣੇ ਤੇ ਕੁਐਸਚਨ ਕਰਨਾ ਹੈ ਕਿ ਇਹ ਤੁਹਾਡੀ ਮੈਂ ਕਿਸੇ ਨੂੰ ਆਫ ਕੋਰਸ ਮੈਂ ਤੇ ਕਹਾਂਗਾ ਹਰ ਇੱਕ ਬੰਦੇ ਨੂੰ ਅੰਮ੍ਰਿਤ ਛਕਣਾ ਚਾਹੀਦਾ ਹੈ। ਇਹ ਤੁਹਾਡੀ ਆਪਣੀ ਜਦੋਜਹਿਦ ਹੈ ਆਪਣੇ ਨਾਲ, ਤੇ ਉੱਥੇ ਕਰਕੇ ਇੱਥੇ ਕਲਗੀਧਰ ਚਮਤਕਾਰ 'ਚ ਸ਼ਬਦ ਕੋਟ ਕੀਤਾ ਉਹਨਾਂ ਨੇ ਸਵੀਏ ਵਿੱਚ, ਜਿਹੜਾ ਉੱਥੇ ਉਚਾਰਿਆ ਗਿਆ ਉਸ ਵੇਲੇ। ਇਹ ਪੇਜ 231 ਦੇ ਉੱਤੇ ਰਾਈਟ ਸਾਈਡ ਦੇ ਉੱਤੇ ਸ਼ਬਦ ਮੌਜੂਦ ਹੈ। ਮੈਂ ਹਮੇਸ਼ਾ ਪੜ੍ਹਦਾ ਹੁੰਦਾ ਕਿ ਹੁਣ ਖਾਲਸਾ ਮੁਕੰਮਲ ਸੱਜ ਗਿਆ ਹੈ, ਵਰਡ ਆਏ ਹਨ। ਕਲਗੀਆਂ ਵਾਲੇ ਪਾਤਸ਼ਾਹ ਦੇ ਖਾਲਸੇ ਦਾ ਆਦਰਸ਼ ਆਪ ਇਉਂ ਲਿਖਿਆ ਹੈ, ਖਾਲਸੇ ਦਾ ਆਦਰਸ਼ ਆਪ ਉਹਨਾਂ ਨੇ ਦਿੱਤਾ ਉਸ ਦਿਨ। ਉਹ ਮੈਂ ਤੁਹਾਨੂੰ ਪੜ੍ਹ ਕੇ ਸੁਣਾਉਣੇ ਆ। 33 ਸਵਈਆਂ ਵਿੱਚੋਂ ਇੱਕ ਸਵਈਆ ਹੈ, ਜਾਗਤ ਜੋਤ ਜਪੇ ਨਿਸਬਾਸਰ, ਏਕ ਬਿਨਾ ਮਨ ਨੇਕ ਨਾ ਆਨੈ, ਪੂਰਨ ਪ੍ਰੇਮ ਪ੍ਰਤੀਤ ਸਜੇ, ਬਤਰ ਗੌਰ ਮਣੀ ਮਟ ਭੂਲ ਨਾ ਮਾਨੈ, ਤੀਰਥ ਦਾਨ ਦਇਆ ਤਪ ਸੰਜਮ, ਏਕ ਬਿਨਾ ਨਹੀਂ ਏਕ ਪਛਾਨੈ, पूरन जोत जगे घट में, तब खालसा ताहे नख खालसा जाने, नख खालसा जाने, सो ਇਹ ਉਪਦੇਸ਼, ਪਾਵਨ ਉਪਦੇਸ਼ ਮਹਾਰਾਜ ਦਾ ਜਿਹੜਾ ਸਵੀਆਂ ਵਿੱਚ ਦਿੱਤਾ ਉਹਨਾਂ ਨੇ, ਉਪਦੇਸ਼ ਉਹਨਾਂ ਨੇ, ਤੇ ਖਾਲਸੇ ਦਾ ਰੂਪ ਸਾਜਿਆ। ਤੇ ਇਸ ਖਾਲਸੇ ਦੀ ਖਬਰ ਔਰੰਗਜ਼ੇਬ ਨੂੰ ਕੁਝ ਦਿਨਾਂ ਵਿੱਚ ਮਿਲ ਗਈ। ਸਭ ਖਬਰ ਹਰ ਜਗ੍ਹਾ ਫੈਲ ਜਾਂਦੀ ਹੈ। 20,000 ਬੰਦਿਆਂ ਨੇ ਅੰਮ੍ਰਿਤਪਾਨ ਕੀਤਾ। I'm going to stop here as we spoke a lot and I don't want to continue the class too long and continue further though. Any questions or any feelings that you might have you want to share with me, and you can though। ਜੋ ਤੁਹਾਡੇ ਕਾਫੀ ਗੱਲਾਂ ਤੁਹਾਨੂੰ ਸ਼ਾਇਦ ਪਹਿਲੇ ਹੀ ਆਲਰੇਡੀ ਬੜਾ ਕੁਝ ਪਤਾ ਹੋਵੇ, ਉਸ ਗੱਲ ਦੀ ਮਾਫੀ ਜੇ ਤੁਹਾਨੂੰ ਆਲਰੇਡੀ ਪਤਾ ਸਨ ਬੜੀਆਂ ਕੁਝ, ਪਰ ਕਈ ਵਾਰੀ ਪਰਸਪੈਕਟਿਵ ਬੰਦਾ ਦੇਖਦਾ ਨਹੀਂ ਹੈ ਵੀ ਕਿਤਨੀਆਂ ਵੱਡੀਆਂ ਗੱਲਾਂ ਉਸ ਦਿਨ ਹੋਈਆਂ ਹਨ, ਤੇ ਬੰਦਾ ਪਰਸਪੈਕਟਿਵ ਨੂੰ ਸੰਭਾਲ ਨਹੀਂ ਸਕਦਾ। ਅਸੀਂ ਅਨਫੋਰਚੂਨੇਟਲੀ ਜਦੋਂ ਵਿਸਾਖੀ ਮਨਾਉਂਦੇ ਵੀ ਆ ਗੁਰਦੁਆਰੇ ਵਿੱਚ, ਇਹ ਸਭ ਚੀਜ਼ਾਂ ਡਿਸਕਸ ਨਹੀਂ ਕਰਦੇ। I don't know why we don't discuss this. Why can't somebody just get hold of a book and read it through if he doesn't know it, and let the Sangat members know ki what happened that day, or what is it that he wanted to do, Basically ਗੁਲਾਮੀ ਦੀਆਂ ਬੇੜੀਆਂ ਕੱਢਣ ਦਾ ਅੱਜ ਉਹਨਾਂ ਨੇ ਜਿਹੜਾ ਵੱਡਾ ਉਪਰਾਲਾ ਕੀਤਾ, ਨਿਆਰਾ ਪੰਥ ਕ੍ਰੀਏਟ ਕੀਤਾ ਉਹਨਾਂ ਨੇ, ਤੇ ਇਹ ਦੱਸਿਆ ਕਿ ਸੇਵਾ ਤੇ ਸਿਮਰਨ ਨਾਲ ਚੱਲਣਗੀਆਂ ਦੋਨੋਂ। ਜਿੱਥੇ ਦੇਗ ਹੈ ਨਾਲ ਤੇਗ ਚੱਲੇਗੀ, ਤੇ ਦੋਨਾਂ ਦੀ ਫਤਿਹ ਹੋਣੀ ਹੈ। ਦੇਗ ਦੀ ਵੀ ਫਤਿਹ ਕਰਨੀ ਹੈ, ਫਤਿਹ ਤੁਹਾਡੀ ਵੀ ਹੋਣੀ ਹੈ। ਤੁਸੀਂ ਵਾਹਿਗੁਰੂ ਜੀ ਦੇ ਆਪ ਹੋ, ਤੁਸੀਂ ਅਕਾਲ ਪੁਰਖ ਖਾਲਸਾ ਦੀ ਫੌਜ ਹੈ। ਕਿਸੇ ਗੱਲ ਤੋਂ ਡਰਨ ਦੀ ਗੱਲ ਨਹੀਂ ਹੈ। ਫਤਿਹ ਹੋਣੀ ਹੈ ਤੁਹਾਡੀ, ਤੁਸੀਂ ਕਿਸੇ ਗੱਲ ਦੀ ਫਿਕਰ ਨਹੀਂ ਕਰਨੀ। ਔਰ ਅਨੰਦਪੁਰ ਦੇ ਕਿਲਾ ਛੋੜਨ ਦੇ ਟਾਈਮ ਜਦੋਂ ਜਿਹੜੀਆਂ ਮੁਸੀਬਤਾਂ ਆਈਆਂ, ਰਾਸ਼ਨ ਖਤਮ ਹੋ ਗਿਆ, ਕਿਤਨਾ ਕੁਝ ਵਰਤਿਆ ਉਸ ਵੇਲੇ ਸਿੱਖਾਂ ਨੇ ਹਿੰਮਤ ਨਹੀਂ ਹਾਰੀ। ਕਿਸ ਤਰ੍ਹਾਂ ਆਪਣੀਆਂ ਜਾਨਾਂ ਕੁਰਬਾਨ ਹੋ ਕੇ, ਤੇ ਇਹ ਦੇਸ਼ ਦੇ ਵਾਸਤੇ ਕੀਤਾ ਉਹਨਾਂ ਨੇ। ਦੇਸ਼ ਦੇ ਸਿਪਾਹੀ ਸਨ, ਆਪਣੇ ਆਪ ਨੂੰ ਇੰਡੀਅਨਸ ਮੰਨਦੇ ਸਨ। ਹੁਣ ਇਹ ਕਰਨ ਨਾ ਕਰਨ, ਜੋ ਮਰਜੀ ਸਾਨੂੰ ਕਹਿਣ, ਜੋ ਮਰਜੀ ਸਾਡੇ ਤੇ ਤੁੰਤਾਂ ਲਗਾਉਣ, ਉਸ ਵੇਲੇ ਦੇਸ਼ ਵਾਸਤੇ ਕੀਤਾ ਉਹਨਾਂ ਨੇ। ਉਸ ਵੇਲੇ ਨੇ ਆਪਣੇ ਮੁਲਕ ਵਾਸਤੇ ਕੀਤਾ, ਆਪਣੇ ਹਿਊਮਨ ਰਾਈਟਸ ਵਾਸਤੇ ਕੀਤਾ। ਉਹਨਾਂ ਨੇ ਇਹ ਤੇ ਕਿਧਰੇ ਨਹੀਂ ਕਿਹਾ ਇੱਥੇ ਅੰਮ੍ਰਿਤ ਛਕਾਉਣ ਤੋਂ ਬਾਅਦ ਕਿ ਤੁਸੀਂ ਆਪਣਾ ਰਾਜ ਕਾਇਮ ਕਰੋ। ਇਹ ਤੇ ਨਹੀਂ ਕਿਹਾ ਉਹਨਾਂ ਨੇ ਕਿਧਰੇ, ਇਹ ਤੇ ਕਿਧਰੇ ਨਹੀਂ ਕਿਹਾ ਉਹਨਾਂ ਨੇ। ਇਹ ਜ਼ਰੂਰ ਕਿਹਾ ਕਿ ਹਾਂ ਅਸੀਂ ਸੈਕੰਡ ਕਲਾਸ ਸਿਟੀਜ਼ਨ ਬਣ ਕੇ ਨਹੀਂ ਜੀਣਾ। ਹਾਂਜੀ, ਇਸ ਗੱਲ ਤੇ ਫੋਕਸ ਇਸ ਸੈਰੇਮਨੀ ਤੇ ਰਿਹਾ, ਤੇ ਲੋਕ ਫਿਰ ਆਪਣੇ ਘਰਾਂ ਨੂੰ ਚਲੇ ਗਏ ਇਹ ਸੰਦੇਸ਼ ਸੁਣ ਕੇ। ਤੇ ਐਜ਼ ਆਈ ਸੈਡ ਬਿਫੋਰ ਕਿ ਬਾਅਦ ਵਿੱਚ ਫਿਰ ਕਈ ਜਿੱਥੋਂ ਇਸ਼ੂਜ਼ ਆਈਆਂ, ਜਿੱਥੇ ਨਹੀਂ ਸਮਝ ਆਈ, ਉੱਥੇ ਫਿਰ ਲੋਕਾਂ ਨੂੰ ਬਾਅਦ ਹੁਕਮਨਾਮੇ ਜਾਰੀ ਕਰਕੇ ਬਾਅਦ ਵਿੱਚ ਦੁਬਾਰਾ ਸਮਝਾਇਆ ਗਿਆ ਕਿ ਕੇਸ ਕਿਤਨੇ ਇੰਪੋਰਟੈਂਟ ਹਨ, ਕੇਸ ਰੱਖਣੇ। ਕੰਗਾ ਕੀ ਹੈ, ਕਛਹਿਰੇ ਦੀ ਇੰਪੋਰਟੈਂਸ, ਕੰਗੇ ਦੀ, ਕੇਸਾਂ ਦੀ, ਇਹ ਪੰਜਾਂ ਕਕਾਰਾਂ ਦੀ ਤੇ ਕੁਰੇਤਾਂ ਦੀ ਜਿਹੜੀ ਇੰਪੋਰਟੈਂਸ ਦੇ ਕੇ ਮਹਾਰਾਜ ਨੇ ਸਮਝਾਇਆ। ਨਸ਼ਿਆਂ ਤੋਂ ਦੂਰ ਰਹਿਣਾ ਹੈ, ਸਿੱਖ ਨੇ ਨਸ਼ਾ ਨਹੀਂ ਕਰਨਾ ਕਿਸੇ ਵੀ ਚੀਜ਼ ਦਾ ਵੀ, ਤੇ ਇਸ ਚੀਜ਼ ਨੂੰ ਦੇ ਕੇ ਬਾਣੀ ਵਕਤ ਪ੍ਰੇਰਿਆ ਉਹਨਾਂ ਨੇ। ਹਾਂਜੀ, ਸੋ ਆਈ ਵੇਟ ਫॉर ਐਨੀਬਡੀ who has any questions though, and I hope you guys was informative session today and guys learned a lot, I hope so. ਹਾਂਜੀ, any questions? ਕਮੈਂਟ ਸੀ ਹੈ ਕਿ ਜਿਹੜਾ ਤੁਸੀਂ ਹੁਣੇ ਸਵਈਆ ਪੜਿਆ, ਇਹ ਰਾਗ ਦਰਬਾਰੀ ਕਾਨੜਾ ਵਿੱਚ ਹਾਂਜੀ ਗਾਇਆ ਜਾਂਦਾ। yeah ਇਹ ਤਾਰਾ ਸਿੰਘ ਨੇ ਉਹਨਾਂ ਨੇ ਕਿਤਾਬ ਲਿਖੀ ਹੈ, ਹਾਂਜੀ ਸਾਰੇ ਗੁਰੂ ਗੋਬਿੰਦ ਦੀ। ਹਾਂਜੀ 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 a quick question just follow. Okay, and Kamal has a question also after that, then Kamal Vijay can ask his question. Hanji Oji. Were the Panch Pyare related in any way, or they were just No, they were not related in any way. ठीक है। In any way or shop. Hanji Kamal You were Vijay. talking
Sundar ji, you were talking, you were ਗੱਲ ਕਰ ਰਹੇ ਸੀ ਨਾ about the book, you know, ਜਿਹੜੀ ਅਸੀਂ ਗੱਲ ਕਰ ਰਹੇ ਸੀ ਅਕਬਰ ਦਰਬਾਰ ਮੌਲਾ, you asked me. ਅਖਬਾਰ ਦਰਬਾਰ ਮੌਲਾ, ਹਾਂਜੀ ਹਾਂਜੀ, ਉਹ ਜਿਹੜੀ ਹੈਗੀ ਨਾ, that is, you know, ਪੰਜਾਬ ਜਿਹੜੀ ਹੈਗੀ ਇਸ ਟਾਈਮ ਉਹ ਹੈਗੀ, that is Punjab past and present, and you know and it is the volume 18 part 2 ਚ ਹੈਗਾ ਸਾਰਾ, and you know the other thing is this is done by Sardar Ganda Singh ji, ਔਰ ਬੜੇ ਬਹੁਤ ਵੱਡੇ ਹਿਸਟੋਰੀਅਨ ਹੋਏ ਹਨ, ਔਰ ਉਹਨਾਂ ਦੀ, and this has been preserved at the Jaipur archives, ਉੱਥੇ ਹੈ, or it is also available at the Punjab University also. It's available. मैं उन्हें message आया कि it is available, but you have to order it and you have to get it. It is so a puri, and it is about 200 pages दी ये book है की. Yeah. So again, you know, history ਵਿੱਚ clear ਕੀਤੀ ਹੈਗੀ ਜੋ ਉਹਨਾਂ ਨੇ ਲਿਖੀ ਹੈ, मतलब जो रिपोर्टर्स ने जो देती है की डिटेल्स. हाँ जी. Thank you. ਤੁਸੀਂ ਬੇਸ਼ੱਕ book ਦਾ ਨਾਮ ਪਾ ਦੇਣਾ on the chat. ਹਾਂਜੀ ਮੈਂ ਪਾ ਦਿਆਂਗਾ. I'll put it in the WhatsApp. Yeah, sure, no problem. ਹਾਂਜੀ, anybody else has any questions? ਉਹ ਜਿਹੜਾ ਹੁਕਮਨਾਮਾ ਹੈਗਾ ਜਿਹੜਾ ਤੁਸੀਂ ਕਰ ਰਹੇ ਹੋ, ਉਹ ਜਿਹੜਾ ਕਲੈਰਿਟੀ ਦਾ ਵਾਲਾ ਜਿਹੜਾ ਹੈਗਾ ਉਹ ਮੈਂ ਪਾ ਦਿੱਤਾ already in the WhatsApp. Good. ਤਾਂ ਕਿ ਨਾ it is easy to read, ਬਸ ਹੋਰ ਕੁਝ ਨਹੀਂ. It is the original ਜਿਹੜਾ ਹੈਗਾ ਉਹ, you know, you can go online and you can also check. ਉਹ ਜਿਹੜਾ ਫਟਿਆ ਫੁਟਿਆ plus, you know, ਹੁਣ joint ਅੱਖਰਾਂ ਦੇ ਅੰਦਰ ਲਿਖਿਆ ਹੋਇਆ ਹੈ ਸਾਰਾ. ਮੈਂ ਸਮਝ ਗਿਆ. I understand that. Anybody else has any questions or any comments or anything they might want to say or share though with the Sangat here today before we sign off? I hope everybody got the essence out of that Vaisakhi day today, you know, not just ਜਿਹੜੀਆਂ regular ਜੋ ਗੁਰਦੁਆਰਿਆਂ ਵਿੱਚ ਅੱਜ ਕੱਲ ਜਨਰਲੀ ਸਪੀਕਿੰਗ ਇਤਨੀ ਡਿਟੇਲਸ ਕੋਈ ਜਾਣਦਾ ਨਹੀਂ ਹੈ. ਜਾਣਾ ਚਾਹੀਦਾ ਜ਼ਰੂਰ, ਬਟ ਨਹੀਂ ਜਾਣਦੇ ਅਸੀਂ. ਨਾ ਜਾਣ ਦੀ ਵਜ੍ਹਾ ਨਾਲ ਅਸੀਂ ਜਾਣੂ ਨਹੀਂ ਹੋ ਪਾਉਂਦੇ ਇਹਨਾਂ ਚੀਜ਼ਾਂ ਨਾਲ, you know. So anybody, no, if no more questions though, I'm going to ਹਾਂਜੀ ਜੀ ਇਹ origignal ਇਹ ਜਿਹੜਾ ਜਕਾਰਾ ਅੱਜ ਕੱਲ ਅਸੀਂ ਛੱਡਦੇ ਹਾਂ, ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ, ਇਹ ਕਿੱਥੋਂ ਆਇਆ ਹੈ, ਕਿਸ ਤਰ੍ਹਾਂ, ਕਿੰਨੇ ਦਾ? ਇਹ war cry ਹੈ ਵੀਰ ਜੀ. ਇਹ generally was a war cry when Sikh used to meet another Sikh though, then the normal greetings ਜਿਹੜੀਆਂ ਸਨ ਉਹ ਫਤਿਹ ਦੀ greeting ਹੁੰਦੀ ਸੀ ਉਸ ਵੇਲੇ, ਤੇ ਸਤਿ ਸ੍ਰੀ ਅਕਾਲ ਦਾ, you know, ਇਹ more was a war cry, you know. So historically ਕਦੋਂ ਸ਼ੁਰੂ ਹੋਇਆ exactly ਮੈਨੂੰ ਇਹਦਾ ਮੈਂ ਕਹਿਣਾ ਮੁਸ਼ਕਿਲ ਹੈ. I mean exactly ਨਹੀਂ, my only need to ask you, it's not basic, technically or traditionally done by Guruji or so. It could have been done by him also, ਵੀਰ ਜੀ. ਮੈਂ ਕਹਿਣਾ ਮੁਸ਼ਕਿਲ ਹੈ ਮੇਰੇ ਵਾਸਤੇ. I'm sorry, you know. ਬੜੇ question unanswered ਹੁੰਦੇ ਹਨ ਬੜੇ, you know, but ਠੀਕ ਹੈ, ਕਈ ਵਾਰੀ unanswered ਹੋ ਕੇ ਵੀ ਉਹਨਾਂ question ਮਤਲਬ ਕਿ it doesn't matter who started it. It's the ਸਤ ਹੈ ਤੇ ਸ੍ਰੀ ਹੈ ਤੇ ਅਕਾਲ ਹੈ, ਤਿੰਨ ਚੀਜ਼ਾਂ. It doesn't matter. Yeah, it doesn't matter, but I wish I knew the answer, but I really do not know. ਨਹੀਂ, it doesn't matter ਕਿਉਂਕਿ ਸਿੰਘ ਜਿਹੜੇ ਹੈਗੇ ਨੇ ਇੰਨੇ ਅਸੀਂ ਯੁੱਧ ਚ ਰਹੇ ਹਾਂ ਹਮੇਸ਼ਾ, you know, ਇੱਕ ਦੂਜੇ ਵਾਸਤੇ ਅਸੀਂ ਲੜਦੇ ਰਹੇ ਹਾਂ, ਕਰਦੇ ਹਾਂ, ਤੇ ਬੋਲੇ ਸੋਨੇ ਵਾਲ ਇਤਨਾ ਜ਼ਿਆਦਾ ਹੋ ਗਿਆ ਕਿ ਹੁਣ ਸਾਡੀ ਰੈਗੂਲਰ ਮੀਟਿੰਗ ਵੀ ਸਤਿ ਸ੍ਰੀ ਅਕਾਲ ਹੋ ਗਈ ਹੈ. ਤੇ ਉਸ ਕਰਕੇ ਕਈ ਵਾਰੀ ਆਉਂਦਾ ਹੈਗਾ ਕਿ ਵੀ ਜੇ ਗੁਰੂ ਸਾਹਿਬ ਨੇ ਸਾਨੂੰ ਗੁਰੂ ਫਤਿਹ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਦਿੱਤੀ, ਸੋ ਫਾਰਮਲ ਜਿਹੜੀ ਹੈ ਉਹ ਜਿਹੜੀ ਇੰਟਰੋਡਕਸ਼ਨ ਜਦੋਂ ਹੁੰਦੀ ਉਹ ਵਰਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ. ਨਾਲੇ ਸੁਰਿੰਦਰ ਜੀ ਇੱਕ ਹੋਰ ਵੀ ਗੱਲ ਹੈ, ਜਦ ਅਸੀਂ ਨਾਰਮਲੀ ਕਹਿੰਦੇ ਨਾ ਪੁਰਾਣੇ ਟਾਈਮ ਤੇ ਕਹਿੰਦੇ ਸਨ, ਅਸੀਂ ਮਿਲਦੇ ਸੀ ਸਤਿ ਸ੍ਰੀ ਅਕਾਲ ਕਰਦੇ ਸੀ, ਨਾਲ ਬੋਲਦੇ ਸਨ ਗੁਰਬਰ ਅਕਾਲ. ਜਵਾਬ ਜਿਹੜਾ ਆਉਂਦਾ ਸੀ ਉਹ ਗੁਰਬਰ ਅਕਾਲ ਸੀ. ਸਤਿ ਸ੍ਰੀ ਅਕਾਲ, ਗੁਰਬਰ ਅਕਾਲ, that was the thing then. Yeah. ਪਰ ਤਾਂ ਵੀ ਫਾਰਮਲ ਜਿਹੜੀ ਮੀਟਿੰਗ ਜਿਹੜੀ ਸੀ ਉਹ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁੰਦਾ ਸੀ. ਹੁਣ ਜਨਰਲੀ ਅਸੀਂ ਹੁਣ ਛੋਟਾ ਕਰ ਦਿੱਤਾ ਉਹਨੂੰ. That's fine, whatever works for you, you know. ਵੈਸੇ ਫਾਰਮਲ ਤੇ ਉਹੀ ਹੈ ਕਿ ਉਹਨੂੰ ਜਿਹੜੀ coinage ਜਿਹੜੀ ਉਹਨਾਂ ਉਸ ਵੇਲੇ ਉਸ ਦਿਨ ਦੀ ਜਿਹੜੀ ਟਰਮ ਜਿਹੜੀ coin ਜਿਹੜੀਆਂ ਹੋਈਆਂ ਹਨ ਉਹ ਉਹੀ ਤੁਸੀਂ ਕਰਨੀਆਂ ਹਨ. ਤੇ ਵੀਰ ਜੀ, where did Sat Sri Akal come from then? It's a war cry. I think the same thing. Gurdial Virji also asked the same question. The Sat Sri Akal was also a term coined. Exactly kadan coin hui term mainu kehna mushkil hai. I guess somebody can do the research and find out. Mainu nahi pata exactly kadan term coin hui hai, but war cry si generally jado ladai jande san te they used to jado bole so nihal Sat Sri Akal. Sat Sri Akal, yeah.
Okay. ਸੋ ਜੋ ਬੋਲੇ ਸੋ ਨਿਹਾਲ, ਮਤਲਬ ਜਿਹੜਾ ਬੋਲੇਗਾ ਉਹ ਨਿਹਾਲ ਹੋਏਗਾ। ਕੌਣ? ਜਿਹੜਾ ਉਹ, ਕਿਉਂਕਿ ਉਹ ਪ੍ਰਮਾਤਮਾ ਸਤ ਹੈ, ਸੋਹਣਾ ਹੈ, ਸ਼੍ਰੀ ਹੈ ਤੇ ਅਕਾਲ ਹੈ, ਕਾਲ ਦੇ ਵਸ ਨਹੀਂ ਹੈ, ਤੋ ਉਹਦਾ ਉਹ ਕਹਿ ਕੇ, ਜਿਸ ਤਰ੍ਹਾਂ ਮੁਸਲਮਾਨਾਂ ਵਿੱਚ ਜਿਹੜੀ ਹੁੰਦੀ ਸੀ, ਉਹ ਉਹਨਾਂ ਦੀ ਆਪਣੀ ਵਾਰ ਕਰਾਈ ਹੁੰਦੀ ਸੀ, ਇਹਨਾਂ ਦੀ ਆਪਣੀ ਵਾਰ ਕਰਾਈ ਹੈ, Okay. ਅੱਲਾਹੁ ਅਕਬਰ, ਉਹਨਾਂ ਦੀ ਵਾਰ ਕਰਾਈ ਜਿਹੜੀ ਹੈ, that was a different war cry ਉਹਨਾਂ ਦੀ, so I think that was Allahu Akbar. ਅੱਲਾਹੁ ਅਕਬਰ ਦੀ ਵਾਰ ਕਰਾਈ। ਨਾਰੇ, ਉਹਦੀ ਪਹਿਲੀ ਲਾਈਨ ਹੈ ਨਾਰਾਏ ਤਕਵੀ ਅੱਲਾਹੁ ਅਕਬਰ। ਸੋ ਉਹ ਹੁਣ ਵੀ ਉਹੀ ਹੈ। ਦੈਟਸ ਫਾਈਨ, ਆਪਣੇ ਹੈਂਡ ਵਾਰ ਕਰਾਈਜ਼, ਜਸਟ ਅ ਮੈਟਰ ਆਫ, ਪਰ ਰੀਅਲ ਵਾਰ ਜਿਹੜੀ ਇੰਟਰਨਲ ਵਾਰ ਪਹਿਲੇ ਹੈ, ਫਿਰ ਬਾਹਰਲੀ ਵਾਰ ਹੈ, ਜੋ ਇੰਟਰਨਲ ਵਾਰ ਜਿਹਨੇ ਨਹੀਂ ਜਿੱਤੀ, ਉਹ ਬਾਹਰਲੀ ਵਾਰ ਕਦੀ ਜਿੱਤ ਨਹੀਂ ਸਕਦਾ, ਬਿਕਾਜ਼ ਉਹਦੇ ਵਿੱਚ ਖਾਲਸੇ ਨੇ ਬਿਲੀਵ ਨਹੀਂ ਕੀਤਾ। ਪਹਿਲੇ ਇੰਟਰਨਲ ਵਾਰ ਹੈ, ਪਹਿਲੇ ਸਿਮਰਨ ਹੈ, ਪਹਿਲੇ ਸੇਵਾ ਹੈ, ਪਹਿਲੇ ਉਹ ਦ੍ਰਿੜਤਾ ਹੈ ਅੰਦਰਲੀ, ਉਸ ਤੋਂ ਬਾਅਦ ਫਿਰ ਉਹ ਸ਼ਕਤੀ ਦਿੰਦਾ ਹੈ ਬਾਹਰਲੇ ਲੜਨ ਦੀ, ਇਸ ਕਰਕੇ ਫਿਜ਼ੀਕਲ। ਵਿਦਆਊਟ ਦੈਟ ਜਿਹੜੇ ਬੈਟਲ ਕਰੇਗਾ, ਉਹ ਬੈਟਲ ਫਿਰ ਗਰੀਬਾਂ ਵਾਸਤੇ ਨਹੀਂ ਹੋਏਗੀ, ਉਹ ਫਿਰ ਬਿਰਧ ਕੀ ਪੈਜ ਵਾਸਤੇ ਨਹੀਂ ਹੈ, ਉਹ ਬਿਰਧ ਕੀ ਪੈਜ ਵਾਸਤੇ ਜਿਹੜੀ ਹੁੰਦੀ ਹੈ, ਉਹ ਬਿਰਧ ਕੀ ਪੈਜ ਵਾਸਤੇ ਪੰਥ ਕੀ ਜੀਤ ਤਾਂ ਹੀ ਹੁੰਦੀ ਹੈ ਜਦੋਂ ਬਿਰਧ ਕੀ ਪੈਜ ਹੋਵੇ, ਨਹੀਂ ਤੇ ਪੰਥ ਕੀ ਜੀਤ ਨਹੀਂ ਹੈ। ਹਾਂਜੀ, ਸੋ Thank you. ਬੜੇ ਧਿਆਨ ਨਾਲ ਅਰਦਾਸ ਵਿੱਚ ਇਹ ਵਾਲੇ ਵਰਡ, ਪਤਾ ਨਹੀਂ ਕਿਤਨੀ ਉਹਨਾਂ ਨੇ ਸੋਚ ਸਮਝ ਕੇ ਵੱਡਿਆਂ ਨੇ ਇਹ ਵਾਲੇ ਵਰਡ ਐਡ ਕਰਾਏ ਹਨ। ਸਾਡੀ ਫੋਕਸ ਤੋਂ ਕਈ ਵਾਰੀ ਬਾਹਰ ਬੰਦਾ ਚਲਾ ਜਾਂਦਾ, ਤੇਜ਼ ਪੜ ਜਾਂਦੇ ਜਾਂ ਨਹੀਂ ਪੜ ਸਕਦੇ, ਇੱਕ ਅੱਖਰ ਵਿੱਚ ਉਹਨਾਂ ਨੇ ਤੇ ਇੱਥੇ ਮੈਂ ਪੜ੍ਹਨੀ ਸੀ ਲਾਈਨ, ਪਰ ਨੈਕਸਟ ਟਾਈਮ ਪੜ ਜਾਵਾਂਗਾ ਇੱਥੇ, ਕਿ ਜਦੋਂ ਸੂਰਜ ਪ੍ਰਕਾਸ਼ ਵਿੱਚ ਹੀ ਵਰਡ ਆਏ ਹਨ, ਜਿੱਥੇ ਕਿ ਉਹਦੇ ਵਿੱਚ ਹੀ ਵਰਡ ਇਹ ਹੀ ਆਏ ਹਨ ਕਿ ਜਿਹੜੇ ਅਸੀਂ ਵਰਡ ਯੂਜ਼ ਕਰਦੇ ਹਾਂ ਨਾ, ਜਿਹੜੇ ਕਿ ਮਨ ਨੀਵਾ ਮਤ ਉੱਚੀ, ਤੇ ਮਨ ਨੀਵਾ ਮਤ ਉੱਚੀ ਦੇ ਜਿਹੜੇ ਵਰਡ ਹਨ, ਉਹ ਉੱਥੇ ਸੂਰਜ ਪ੍ਰਕਾਸ਼ ਵਿੱਚ ਹੀ ਵਰਡ ਆਏ ਹਨ ਇਹ ਵਾਲੇ। ਸੋ ਕਦੀ maybe next time I'll read few lines from there, but basically ਚੀਜ਼ ਉਹੀ ਹੈ ਜੋ ਪਹਿਲੇ ਜੋ ਕਹੀ ਹੋਈ ਹੈ। ਕਈ ਵਾਰੀ poetry which ਮੈਂ ਸੋਚਿਆ might be a little difficult to understand than prose, And any other questions? Otherwise I'm going to say goodbye to everybody. ਵੀਰ ਜੀ, ਤੁਹਾਡਾ ਧੰਨਵਾਦ, ਤੁਸੀਂ ਇੰਨੇ ਸੋਹਣੇ ਤਰੀਕੇ ਦੇ ਨਾਲ ਇੱਕ ਡਿਫਰੈਂਟ ਲੇਅਰਸ ਦੇ ਉੱਤੇ ਜੋ ਗੁਰੂ ਸਾਹਿਬ ਨੇ ਇਹ ਸਾਰੀ ਸਿਰਜਣਾ ਕੀਤੀ on this day, and ਉਸ ਵਾਸਤੇ ਆਰਗੇਨਾਈਜੇਸ਼ਨ ਜਿਹੜੀ ਸੀ, he was an organizational marvel। ਮਤਲਬ ਇੱਥੋਂ ਹੀ ਪਤਾ ਲੱਗਦਾ ਕਿ ਵਾਹਿਗੁਰੂ ਦਾ ਸਰੂਪ ਨੇ ਕਿ organizational marvel, inspirational marvel। ਉਹਨਾਂ ਦੀ ਜੋ ਮੂੰਹ ਨਿਕਲਦਾ word smithing ਜਿਹੜੀ ਹੈਗੀ ਹੈ, ਉਹ ਦੇਖ ਲਓ, ਜਿਹੜਾ ਉਹਨੂੰ ਮਿਊਜ਼ਿਕ ਦੇ ਵਿੱਚ ਢਾਲ ਕੇ ਜਿਹੜਾ ਹੈਗਾ ਸਾਰਾ ਕੁਝ ਕਰਨਾ, ਉਹਦੇ ਵਿੱਚ ਮਤਲਬ ਕਿਸ ਲੈਵਲ ਦੇ ਉੱਤੇ ਗੁਰੂ ਸਾਹਿਬ ਨੇ ਇਸ ਦਿਨ ਕਲਮੀਨੇਸ਼ਨ ਔਰ ਕਲਮੀਨੇਸ਼ਨ ਐਂਡ ਸ਼ੁਰੂਆਤ ਕੀਤੀ, ਇੱਕ ਨਵੀਂ ਸੋਚ, ਇੱਕ ਨਵੀਂ ਹੋਂਦ ਦੀ। ਔਰ ਇਹ ਅਜੂਬਾ ਹੀ ਹੈ ਜੀ, ਇਹ ਤੇ ਮਤਲਬ ਅਸੀਂ ਤੇ it is an inspiration for us, for everybody in this world actually. This is an inspiration for every human being on this earth to reach this state, and I think ਤੁਸੀਂ ਉਸ ਕੰਮ ਨੂੰ ਕਿੰਨੀ ਸੋਹਣੀ ਤਰ੍ਹਾਂ ਨਿਭਾ ਰਹੇ ਹੋ, ਇਹ ਅਸੀਂ we cannot be thankful enough। No, you're welcome ਵੀਰ ਜੀ। ਬਟ ਸਭ ਤੋਂ ਵੱਡੀ ਗੱਲ ਦੇਖੋ ਵੀਰ ਜੀ, ਉਹਨਾਂ ਨੇ ਆਪਣੇ ਆਪ ਨੂੰ ਇਤਨੀ ਨਿਮਰਤਾ ਦੇਖੋ ਗੁਰੂ ਘਰ ਦੀ, ਕਿ ਉਹਨਾਂ ਨੇ ਆਪਣੇ ਜਿਨ੍ਹਾਂ ਨੂੰ ਅੰਮ੍ਰਿਤ ਛਕਾਉਂਦੇ ਹਨ ਉਹਨਾਂ ਅੱਗੇ ਹੱਥ ਜੋੜ ਕੇ ਤੇ ਗੋਡੇ ਧਾਰ ਕੇ ਖੜੇ ਹੋ ਜਾਂਦੇ ਹਨ। ਇਹ ਬਹੁਤ ਵੱਡੀ ਨਿਮਰਤਾ ਸਿਖਾਈ ਹੈ ਗੁਰਸਿੱਖ ਨੂੰ ਉਹਨਾਂ ਨੇ। ਇਤਨੀ ਉਹ ਪ੍ਰਮਾਤਮਾ ਰੂਪ ਹਨ ਆਪ, ਔਰ ਸਪੈਸ਼ਲੀ ਭੇਜੇ ਗਏ ਹਨ ਇਸ ਕੰਮ ਵਾਸਤੇ, ਔਰ ਇਤਨੇ ਵੱਡੇ ਹੋ ਕੇ ਵੀ ਉਹ ਆਪ ਸੰਗਤ ਦੇ ਰੂਪ ਬਣਦੇ ਹਨ। ਇਸ ਤੋਂ ਅਸੀਂ ਸਿੱਖਣਾ ਹੈ ਕਿ ਅਸੀਂ ਕਿਤਨੇ, ਸਾਡੇ ਚ ਨਿਮਰਤਾ ਕਿਤਨੀ ਹੈ, ਔਰ ਸਾਡੇ ਚ ਇਹ ਬਹੁਤ ਵੱਡਾ ਗੁਣ ਜਿਹੜਾ ਹੈ ਉਹਨਾਂ ਨੇ ਦਿੱਤਾ ਉਸ ਦਿਨ, ਔਰ ਸਮਝਾਇਆ ਕਿ ਪੰਥ ਵਿੱਚ ਮੈਂ ਖੜਾ ਹਾਂ, ਪੰਥ ਮੇਰਾ ਰੂਪ ਹੈ, ਮੇਰੇ ਵਿੱਚ ਤੁਸੀਂ ਹੋ। ਤੇ ਹੁਣ ਤੱਕ ਅਸੀਂ ਵਿਸਾਖੀ ਵਾਲੇ ਦਿਨ ਰੀਤ ਪੜ੍ਹਦੇ ਹੁੰਦੇ, ਮੇਰੀ ਫੇਵਰੇਟ ਰੀਤ ਹੈ ਉਹ ਵਾਲੀ, ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰਚੇਲਾ, ਉਹ ਉੱਥੇ ਕਿਉਂਕਿ ਗੁਰਸੰਗਤ ਕੀ ਨਹੀਂ ਖਾਲਸਾ ਵਰਡ ਆਏ ਹਨ ਉੱਥੇ, ਕਿਉਂਕਿ ਗੁਰਸੰਗਤ ਕੀ ਨਹੀਂ ਖਾਲਸਾ ਹੈ,
ਤੇ ਉਹਨਾਂ ਨੇ ਕੀਤੀ ਸੰਗਤ ਵਿੱਚ ਖਾਲਸੇ ਦਾ ਰੂਪ ਦਿੱਤਾ ਔਰ ਆਪ ਖਾਲਸੇ ਦਾ ਰੂਪ ਬਣੇ। ਖਾਲਸੇ ਦਾ ਰੂਪ ਆਪ ਬਣ ਕਾਰਨ ਆਪੇ ਚੇਲਾ ਵੀ ਹਨ ਤੇ ਗੁਰੂ ਵੀ ਹਨ, ਹੈ ਨਾ। ਉਹਨਾਂ ਦੇ ਅੱਗੇ ਮੱਥਾ ਵੀ ਟੇਕਿਆ ਉਹਨਾਂ ਨੂੰ। ਇਹ ਬਹੁਤ ਵੱਡੀ ਇੱਕ ਲੈਸਨ ਹੈ ਹਿਊਮੈਨਿਟੀ ਦਾ, ਜਿਨ੍ਹਾਂ ਨੇ ਸੇਵਾ ਨੂੰ ਪਹਿਲੇ ਪਹਿਲੇ ਦਿੱਤੀ ਵਰਡ। ਦੇਗ ਵਰਡ ਪਹਿਲੇ ਆਇਆ ਹੈ ਤੇਗ ਤੋਂ। ਤੇਗ ਦੇਗ ਨਹੀਂ ਹੈ, ਦੇਗ ਤੇਗ ਹੈ। ਦੇਗ ਪਹਿਲੇ ਹੈ ਫਿਰ ਤੇਗ ਹੈ। ਤੁਸੀਂ ਦੇਖੋ ਇਸ ਤੋਂ ਵੱਡੀ ਕੋਈ ਹਿਊਮੈਨਿਟੇਰੀਅਨ ਕੋਈ ਗੱਲ ਨਹੀਂ ਕਿਸੇ ਨੇ ਦੁਨੀਆ 'ਚ ਕੀਤੀ ਅੱਜ ਤੱਕ। ਉਹਨਾਂ ਨੇ ਇਹ ਨਹੀਂ ਕਿਹਾ ਕਦੀ ਕਿ ਦੇਗ ਵਰਤਾਣੀ ਹੈ ਤੁਸੀਂ ਤੇ ਕਿਸੇ ਦਾ ਰੰਗ ਰੂਪ ਦੇਖ ਕੇ ਦੇਗ ਵਰਤਾਓ, ਕਿਸੇ ਨੂੰ ਦਿਓ ਤੇ ਕਿਸੇ ਨੂੰ ਨਾ ਦਿਓ, ਇਹਦੀ ਮਦਦ ਕਰੋ ਉਹਦੀ ਨਾ ਕਰਨਾ। ਜੇ ਮੁਸਲਮਾਨ ਕਿਸੇ 'ਚ ਹੋਵੇ ਤਾਂ ਮੁਸਲਮਾਨ ਦੀ ਹੈਲਪ ਨਾ ਕਰੋ, ਜੇ ਕੋਈ ਹਿੰਦੂ ਹੋਵੇ ਤਾਂ ਉਹਦੀ ਹੈਲਪ ਨਾ ਕਰੋ ਜਾਂ ਫਲਾਣ। ਉਹਨਾਂ ਨੇ ਕਦੀ ਇਹ ਨਹੀਂ ਸਿਖਾਇਆ ਸਾਨੂੰ। ਅਸੀਂ ਵਿਤਕਰੇ ਪਾਏ ਨਾ ਆਪਣੇ, ਉਹ ਗੱਲ ਹੋਰ ਹੈ, ਪਰ ਉਸ ਮਹਾਨ ਗੁਰੂ ਨੇ ਇਸ ਬਾਰੇ ਕੋਈ ਵਿਤਕਰੇ ਨਹੀਂ ਪਾਏ। ਔਰ ਇਹ ਪ੍ਰੂਫ ਹੈ ਉਹਨਾਂ ਦਾ। ਅੱਗੇ ਜਾ ਕੇ ਜਦੋਂ ਹਿਸਟਰੀ ਦੇਖਾਂਗੇ, ਮੈਂ ਹੁਣ ਸ਼ੁਰੂ ਕੀਤਾ ਚੈਪਟਰ ਤੇ ਹੁਣ ਮੈਂ ਐਂਡ ਤੱਕ ਜਾਣਾ ਉਹਨਾਂ ਦੀ ਲਾਈਫ ਦੇ, ਤੇ ਇਹ ਦੇਖੋਗੇ ਕਿ ਉਹਨਾਂ ਦੀ ਲਾਈਫ ਵਿੱਚ ਕਿਤਨੇ ਮੁਸਲਮਾਨ ਉਹਨਾਂ ਦੀ ਲਾਈਫ ਵਿੱਚ ਆਏ। ਖਾਲੀ ਪੀਰ ਬੁੱਧੂ ਸ਼ਾਹ ਨਹੀਂ, ਖਾਲੀ ਭੀਖਣ ਸ਼ਾਹ ਨਹੀਂ, ਖਾਲੀ ਬੁੱਢਣ ਸ਼ਾਹ ਨਹੀਂ। ਅੱਗੇ ਜਾ ਕੇ ਦੇਖਣਾ ਤੁਸੀਂ ਚਮਕੌਰ ਦੀ ਜੰਗ ਤੋਂ ਬਾਅਦ ਕਿਤਨੇ ਵੱਡੇ ਹੋਰ ਆਏ, ਨਬੀ ਖਾਨ ਵਰਗੇ, ਜਦੋਂ ਜਿਨ੍ਹਾਂ ਨੇ ਉੱਚ ਦਾ ਪੀਰ ਬਣਾ ਕੇ ਉਹਨਾਂ ਨੂੰ ਆਪਣੀ ਮੋਢੇ ਤੇ ਚੁੱਕ ਕੇ ਕਿੱਥੇ ਕਿੱਥੇ ਲੈ ਕੇ ਗਏ। ਇਹ ਉਸ ਵੱਡੇ ਗੁਰੂ ਦੀ ਮਾਨਤਾ ਹੈ, ਕਿਉਂਕਿ ਉਹਨਾਂ ਨੇ ਵੀ ਕਦੀ ਵਿਤਕਰਾ ਨਹੀਂ ਕੀਤਾ। ਉਹਨਾਂ ਨੇ ਕਦੀ ਇਹ ਨਹੀਂ ਸਿਖਾਇਆ ਕਿ ਇਹ ਮਾੜੇ ਤੇ ਅਸੀਂ ਚੰਗੇ ਆ। ਉਹਨਾਂ ਨੇ ਸਿਰਫ ਜ਼ੁਲਮ ਦੇ ਖਿਲਾਫ ਆਵਾਜ਼ ਉਠਾਈ ਖਾਲੀ। So I hope we got that image. And anybody else has any questions? Otherwise I'm good to say goodbye. ਸੁਰਿੰਦਰ ਜੀ, ਤੁਸੀਂ ਥੱਕ ਗਏ ਹੋਵੋਗੇ ਇੰਨੀ ਸੋਹਣੀ ਤਰ੍ਹਾਂ ਇਹਨਾਂ ਵਿੱਚ ਵੜ ਕੇ ਤੁਸੀਂ ਐਕਸਪਲੇਨ ਕਰਦੇ ਹੋ ਕਿ ਕਦੀ ਜ਼ਿੰਦਗੀ 'ਚ ਨਹੀਂ ਸੁਣਿਆ। ਤੇ ਮੇਰਾ ਇੱਕ ਦੋ ਸਵਾਲ ਹੈਗੇ ਸਨ। ਇੱਕ ਤੇ ਹੈ ਕਿ ਖਿਮਾ ਸਾਰੀ ਉਮਰ ਅਰਦਾਸ ਕੀਤੀ, ਵੇਖ ਕੇ ਅੰਡਿਟ ਕੀਤਾ, ਪਰ ਅਹਿਸਾਸ ਨਹੀਂ ਹੋਇਆ ਖਿਮਾ ਕਰਨ ਦਾ। ਤੇ ਅੱਜ ਕੇ ਉਹ ਜੇ ਖਿਮਾ ਕਰ ਸਕਦੇ ਨੇ ਤੇ ਅਸੀਂ ਛੋਟੀਆਂ ਛੋਟੀਆਂ ਗੱਲਾਂ ਕਿਉਂ ਖਿਮਾ ਨਹੀਂ ਕਰ ਸਕਦੇ? ਬਿਲਕੁਲ, ਇਹ ਆਪਣੇ ਆਪ ਨੂੰ ਸਮਝਾਉਣਾ ਚਾਹੀਦਾ ਸਰ। We have to talk to ourselves. Why is that? Yeah. ਤੇ ਪੂਰਾ ਹੋ ਗਿਆ ਜਿਵੇਂ ਕਿਸ ਕੋਈ ਜਾਂਦਾ, ਹਾਂਜੀ, ਜਿਹਨੇ ਕਦੀ ਰੱਬ ਦਾ ਨਾਂ ਲਿਆ, ਬੜਾ ਪਿਆਰ ਕੀਤਾ, ਉਹ ਪੂਰੇ ਹੋਏ ਕਿ ਜਿਨ੍ਹਾਂ ਨੇ ਕਦੀ ਰੱਬ ਦੇ ਨੇੜੇ ਨਹੀਂ ਗਏ, ਉਹ ਵੀ ਉਹਨਾਂ ਲਈ ਵੀ ਇਹੋ ਵਰਤਿਆ ਜਾਂਦਾ, ਪੂਰਾ ਹੋ ਗਿਆ। ਪੂਰਾ ਦੋਨਾਂ ਵਾਸਤੇ, ਅਸੀਂ ਤੇ ਦੋਨਾਂ ਨੂੰ ਹੀ ਪੂਰਾ ਕਹਿੰਦੇ ਆ। ਔਰ ਤਾਂ ਹੀ ਜਦੋਂ ਅਰਦਾਸ ਹੁੰਦੀ ਹੈ, ਜਦੋਂ ਕਈ ਅਖੰਡ ਪਾਠ ਦਾ ਭੋਗ ਕਰਵਾਉਂਦੇ ਹਨ, ਅਰਦਾਸ, ਹੁਣ ਦੇਖੋ ਜੀ ਆਪਣੇ ਕਰਮ ਤੇ ਸਾਰੇ ਆਪਣਿਆਂ ਦੇ ਨਾ, ਉਹ ਤੇ ਉਹਨੇ ਭੁਗਤਣੇ ਉਹਨੇ। ਪਰ ਇਹ ਬਿਲੀਫ ਹੈ ਕਿ ਸੰਗਤ ਰੂਪ ਵਿੱਚ ਅਰਦਾਸ ਕੀਤੀ ਹੋਈ, ਸੰਗਤ ਰੂਪ ਵਿੱਚ ਅਰਦਾਸ ਕੀਤੀ ਹੋਈ ਅੱਗੇ ਪ੍ਰਵਾਨ ਹੁੰਦੀ ਹੈ ਕਿ ਮਹਾਰਾਜ ਇਸ ਪ੍ਰਾਣੀ ਦੇ ਤੁਸੀਂ ਗੁਣ ਅਵਗੁਣ ਨਾ ਵਿਚਾਰਨਾ, ਇਹਦੇ ਜੋ ਕੀਤਾ ਹੈ ਜਾਂ ਨਹੀਂ ਕੀਤਾ ਉਹਦੇ ਉੱਤੇ ਫੋਕਸ ਨਾ ਕਰਨਾ, ਇਸ ਨੂੰ ਸੰਗਤ ਰੂਪ ਵਿੱਚ ਮਾਫੀ ਦੇ ਦਿਓ, ਇਸ ਨੂੰ ਆਪਣਾ ਬਿਰਧ ਦਿਖਾਓ ਤੁਸੀਂ ਆਪਣਾ। ਤਾਂ ਹੀ ਅਰਦਾਸ ਫਾਈਨਲ ਅਰਦਾਸ ਜਿਹੜੀ ਕਰਦੇ ਆ, ਇਹੀ ਅਰਦਾਸ ਹੁੰਦੀ ਹੈ ਨਾ ਇਸੀ ਵਾਸਤੇ। ਸੋ ਹਾਂ ਠੀਕ ਹੈ, ਨਹੀਂ ਉਸਨੇ ਕੀਤੇ ਉਹਨੇ, ਕੋਈ ਗੱਲ ਨਹੀਂ, ਉਸਨੇ ਨਹੀਂ ਸੇਵਾ ਕੀਤੀ ਤਾਂ ਵੀ ਬਖਸ਼ ਦਿਓ ਤੁਸੀਂ, ਤੁਹਾਡਾ ਬਿਰਧ ਹੈ ਬਖਸ਼ਣਾ। ਇਹ ਉਹ ਜਾਣਦਾ ਹੈ ਕਿ ਕਿਤਨੇ ਕੈਂਸਲ ਹੁੰਦੇ ਨੇ ਤੁਹਾਡੇ ਵਾਲੇ ਕੰਮ ਤੇ ਕਿਤਨੇ ਨਹੀਂ ਹੁੰਦੇ, ਪਰ ਸੰਗਤ ਰੂਪ ਵਿੱਚ ਅਰਦਾਸ ਕੀਤੀ ਜਾਂਦੀ ਹੈ। ਸੋ ਯਾ ਸਾਰਿਆਂ ਵਾਸਤੇ ਅਸੀਂ ਵਰਤਦੇ ਹਾਂ, ਪਰ ਆਫ ਕੋਰਸ ਉਹਨਾਂ ਵਾਸਤੇ ਸਪੈਸ਼ਲ ਹੈ ਜਿਹੜੇ ਉਸ ਪਿਆਰੇ ਦੇ ਪਿਆਰ ਵਿੱਚ ਜੁੜ ਕੇ, ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੇਖ ਤੇਗ ਫਤਿਹ ਨੂੰ, ਜਿਨ੍ਹਾਂ ਨੇ ਅਪਣਾਇਆ ਹੈ ਦੇਖ ਤੇਗ ਫਤਿਹ ਨੂੰ, ਸੱਚੀ ਖਾਲੀ ਕਿਹਾ ਹੀ ਨਹੀਂ, ਖਾਲੀ ਜਿਨ੍ਹਾਂ ਨੇ ਬਿਰਧ ਦੀ ਪੈਜ ਰੱਖੀ ਹੈ, ਜਿਨ੍ਹਾਂ ਨੇ, ਤੇ ਬਿਰਧ ਦੀ ਪੈਜ ਰੱਖਣ ਵਾਲੇ ਨੂੰ ਹੀ ਪੰਥ ਕੀ ਜੀਤ ਹੈ। ਤਾਂ ਹੀ ਜੇ ਬਿਰਧ ਦੀ ਪੈਜ ਨਾ ਰੱਖਦੇ ਤੇ ਪੰਥ ਕੀ ਜੀਤ ਕਦੀ ਨਾ ਹੋਣੀ। ਤੇ ਨਿਤਨੇਮ ਗੁਰੂ ਸਾਹਿਬ ਨੇ ਕਿਹਾ ਸੀ ਕਰਨ ਲਈ, ਕਿਹੜੀਆਂ ਬਾਣੀਆਂ ਦਾ ਉਹਨਾਂ ਨੇ ਕਿਹਾ ਹੋਏਗਾ ਉਦੋਂ? ਇਹ ਹੁਣ ਤੁਸੀਂ ਯੂ ਕੈਨ ਲੁੱਕ ਇਟ ਅਪ ਆਨਲਾਈਨ ਆਲਸੋ, ਜਿਹੜੀ ਸਿੱਖ ਰਹਿਤ ਮਰਿਆਦਾ ਵਿੱਚ ਹੈ, ਜੋ 5 ਬਾਣੀਆਂ ਜਿਹੜੀਆਂ ਲਿਖੀਆਂ ਹੋਈਆਂ। ਨਹੀਂ, ਉਹ ਤੇ ਫਰਕ, ਉਹ ਤੇ ਪਤਾ ਹੈ ਨਾ, ਪਰ ਅੱਜ ਕੱਲ ਜਿਵੇਂ ਤਾਂ ਮੈਂ ਕਹਿ ਰਿਹਾ, instead of me telling them somebody going to say this that and everything, it's better that ਤੁਸੀਂ ਸਿੱਖ ਰਹਿਤ ਮਰਿਆਦਾ ਦੀ PDF ਕਾਪੀ ਤੁਸੀਂ ਸਾਰੇ ਪੜੋ, ਤੁਸੀਂ ਸਾਰੇ। ਨਹੀਂ, ਉਹ ਪੜ੍ਹੀ ਹੋਈ ਹੈ, ਉਹ ਤੇ ਮੇਰੇ ਕੋਲ ਹੈ। ਜਪਜੀ ਸਾਹਿਬ ਦੀ ਬਾਣੀ ਹੈ, ਆਨੰਦ ਸਾਹਿਬ ਦੀ ਬਾਣੀ ਹੈ, ਸਵਈਏ ਹੈ, ਚੁਪਈ ਹੈ, ਰਹਿਰਾਸ ਹੈ, ਕੀਰਤਨ ਸੋਹਿਲਾ ਹੈ। ਇਹ ਬਾਣੀਆਂ ਜਿਹੜੀਆਂ ਹਨ, ਜਿਹੜੀਆਂ ਆਨੰਦ ਸਾਹਿਬ ਦੀ ਬਾਣੀ ਹੈ, ਨਾਲ ਜਾਪ ਸਾਹਿਬ ਦੀ ਬਾਣੀ ਹੈ, ਇਹ 5 ਬਾਣੀਆਂ ਹਨ, ਤੇ ਇੱਕ ਸ਼ਾਮ ਦੀ ਤੇ ਇੱਕ ਰਾਤ ਦੀ ਹੈ ਜਿਹਨੂੰ। ਪਰ ਇਹ ਪੜ੍ਹਨੀਆਂ ਹੀ ਨਹੀਂ, ਖਾਲੀ ਇਹਨਾਂ ਤੇ ਅਮਲ ਵੀ ਕਰਨਾ, ਇਹਨਾਂ ਨੂੰ ਸਮਝਣਾ ਵੀ ਹੈ, ਇਹਨਾਂ ਨੂੰ ਵਿਚਾਰਨਾ ਵੀ ਹੈ, ਇਹਨਾਂ ਨੂੰ ਗਾਣਾ ਵੀ ਹੈ।
ਜਿੱਥੇ ਗਾ ਸਕਦੇ ਹੋ, ਜਿੱਥੇ ਨੂੰ ਸਾਰਿਆਂ ਨੂੰ। ਸੋ ਹਾਂਜੀ, anybody else ਜੀ, any questions? Okay ਜੀ, ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ everybody, thank